खेत पक चुके हैं, खेत के मालिक से दुआ करो कि भेजे वो मजदूरों को, कि भेजे वो। ਅੱਜ ਅਸੀਂ ਤੁਹਾਡੀ ਮੁਲਾਕਾਤ ਭਾਈ ਪਰਮਜੀਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਕਰਾਉਣ ਜਾ ਰਹੇ ਹਾਂ, ਜੋ ਪਿਛਲੇ 15-16 ਸਾਲਾਂ ਤੋਂ ਪ੍ਰਭੂ ਯਿਸੂ ਮਸੀਹ ਵਿੱਚ ਨੇ। ਤੇ ਉਹ ਪ੍ਰਭੂ ਯਿਸੂ ਮਸੀਹ ਵਿੱਚ ਕਿਸ ਤਰ੍ਹਾਂ ਆਏ ਤੇ ਉਹਨਾਂ ਨੇ ਉਹਨਾਂ ਦੀ ਅਸੀਂ ਉਹਨਾਂ ਕੋਲ ਹੀ ਪੁੱਛਾਂਗੇ। ਸਾਰਿਆਂ ਨੂੰ ਜੈ ਮਸੀਹ ਜੀ। ਜੈ ਮਸੀਹ ਜੀ। ਜੈ ਮਸੀਹ। ਹਾਂਜੀ ਭਾਜੀ, ਤੁਸੀਂ ਪ੍ਰਭੂ ਯਿਸੂ ਮਸੀਹ 'ਚ ਕਿਸ ਤਰ੍ਹਾਂ ਆਏ? ਗੱਲ ਹੈਗੀ ਹੈ ਜੀ 23 ਅਪ੍ਰੈਲ 1997 ਦੀ। ਅੱਛਾ ਜੀ। ਤੇ ਘਟਨਾ ਉਦੋਂ ਸ਼ੁਰੂ ਹੁੰਦੀ ਹੈ। ਹਾਂਜੀ ਹਾਂਜੀ। ਤੇ ਮੇਰੇ ਬੇਟੇ ਦੇ ਵਿੱਚ ਉੱਤੇ ਸਬਜ਼ੀ ਪੈ ਗਈ ਸੀ। ਹਾਂਜੀ। ਤੇ ਉੱਥੋਂ ਸ਼ੁਰੂਆਤ ਹੁੰਦੀ ਹੈ। ਸਬਜ਼ੀ ਪੈ ਗਈ ਤੇ ਇਹਦੇ ਉੱਤੇ ਛਾਤੀ ਦੇ ਉੱਤੇ ਕਾਫੀ ਛਾਲੇ ਵਗੈਰਾ ਪੈ ਗਏ ਸੀਗੇ। ਠੀਕ ਹੈ ਜੀ। ਤੇ ਮੇਰੇ ਮੰਮੀ ਬਾਹਰ ਗਏ ਹੋਏ ਸੀਗੇ, ਉਹਨਾਂ ਨੇ ਆ ਕੇ ਲੜਾਈ ਝਗੜਾ ਸ਼ੁਰੂ ਕਰਤਾ। ਠੀਕ ਹੈ ਜੀ। ਵੀ ਤੁਸੀਂ ਬੱਚਿਆਂ ਦਾ ਖਿਆਲ ਨਹੀਂ ਰੱਖਦੇ ਹੈਗੇ। ਹਾਂਜੀ। ਤੇ ਉੱਥੋਂ ਗੱਲ ਚੱਲਦੀ ਗਈ। ਮੰਮੀ ਨੇ ਗੁੱਸੇ ਹੋਣਾ ਸ਼ੁਰੂ ਕਰ ਦਿੱਤਾ ਵੀ ਮੈਂ ਤੇਰਾ ਖੂਨ ਪੀ ਜਾਊਂਗੀ। ਹਾਂਜੀ ਹਾਂਜੀ। ਹੈ ਨਾ, ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿ ਉਹਦੇ ਅੰਦਰ ਕੋਈ ਸ਼ੈਤਾਨ ਵਗੈਰਾ ਆਇਆ ਹੁੰਦਾ। ਅੱਛਾ ਜੀ। ਔਰ ਇਹਨਾਂ ਨੂੰ ਮੇਰੀ ਵਾਈਫ ਨੂੰ ਕੀ ਹੋਇਆ ਕਿ ਇਹ ਗੱਲਾਂ ਸੁਣ ਕੇ, ਸਾਰੀਆਂ ਲੜਾਈ ਝਗੜਾ ਜਿਹੜਾ ਹੋ ਰਿਹਾ ਸੀਗਾ, ਹਾਂਜੀ। ਉਹ ਸੁਣ ਕੇ ਦੰਦਲ ਪੈ ਗਈ। ਦੰਦ ਭਿੱਜ ਗਏ, ਦੰਦਲ ਪੈ ਗਈ। ਅਸੀਂ ਫਟਾਫਟ ਚੱਕ ਕੇ ਡਾਕਟਰ ਕੋਲ ਲੈ ਗਏ। ਠੀਕ ਹੈ ਜੀ। ਤੇ ਡਾਕਟਰ ਕੋਲ ਗਏ, ਸਾਡੇ ਫੈਮਿਲੀ ਡਾਕਟਰ ਹੈਗੇ ਆ ਕਹਿ ਲਓ। ਹਾਂਜੀ ਹਾਂਜੀ। ਡਾਕਟਰ ਵਰਮਾ ਸੰਗਰੂਰ ਦੇ ਵਿੱਚ ਅਸੀਂ ਰਹਿੰਦੇ ਸੀਗੇ, ਉਹਨਾਂ ਦਿਨਾਂ ਦੀ ਗੱਲ ਹੈ। ਹਾਂਜੀ ਹਾਂਜੀ। ਡਾਕਟਰ ਕੋਲ ਲੈ ਗਏ ਤੇ ਉਹਨਾਂ ਨੇ ਮਾੜਾ ਮੋਟਾ ਇਲਾਜ ਕਰਕੇ ਘਰੇ ਭੇਜ ਦਿੱਤਾ। ਹਾਂਜੀ। ਤੇ ਸ਼ਾਮ ਨੂੰ ਫੇਰ ਉਸੇ ਤਰ੍ਹਾਂ ਹੀ ਹੋਇਆ, ਦੰਦਲ ਪੈ ਗਈ। ਹਾਂਜੀ। ਅਸੀਂ ਚੱਕ ਕੇ ਇੱਥੇ ਸਿਵਲ ਹਸਪੀਟਲ ਸੰਗਰੂਰ ਵਿੱਚ ਲੈ ਗਏ। ਹਾਂਜੀ ਹਾਂਜੀ। ਤੇ ਉਹਨਾਂ ਦੇ ਡਾਕਟਰ ਦੇ ਕੋਈ ਸਮਝ ਨਾ ਆਵੇ ਵੀ ਇਹ ਕਹਾਣੀ ਕੀ ਹੈ। ਹਾਂਜੀ। ਬੇਹੋਸ਼ੀ ਦੀ ਹਾਲਤ ਲਗਾਤਾਰ ਬਣੀ ਰਹਿੰਦੀ ਸੀ। ਠੀਕ ਹੈ ਜੀ। ਹੋਸ਼ ਵਿੱਚ ਆ ਜਾਂਦੀ ਸੀ ਤੇ ਫੇਰ ਬੇਹੋਸ਼ ਹੋ ਜਾਂਦੀ ਸੀ, ਦੰਦਲ ਪੈ ਜਾਂਦੀ ਸੀ। ਹਾਂਜੀ। ਔਰ ਸਾਡੇ ਰਿਸ਼ਤੇਦਾਰਾਂ ਨੂੰ, ਮੇਰੇ ਸੱਸ ਸਹੁਰਾ ਨੂੰ, ਉਹਨਾਂ ਨੂੰ ਅਸੀਂ ਖਬਰ ਪਹੁੰਚਾ ਦਿੱਤੀ ਹਾਂਜੀ ਵੀ ਇਸ ਤਰ੍ਹਾਂ ਹੈਗੀ ਹੈ। ਰਾਤੋਂ ਰਾਤ ਦੇ ਵਿੱਚ ਉਹ ਵੀ ਆ ਗਏ ਵੀ ਕੀ ਘਟਨਾ ਹੋਈ ਹੈ। ਹਾਂਜੀ। ਤੇ ਕਾਫੀ ਡਾਕਟਰਾਂ ਨੂੰ ਦਿਖਾਇਆ। ਡਾਕਟਰਾਂ ਨੇ ਫਿਰ ਸੀਟੀ ਸਕੈਨ ਅਖੀਰ ਦੇ ਵਿੱਚ ਲਿਖੀ। ਹਾਂਜੀ। ਔਰ ਸੀਟੀ ਸਕੈਨ ਦਾ ਉੱਥੇ ਇੰਤਜ਼ਾਮ ਨਹੀਂ ਸੀਗਾ ਸੰਗਰੂਰ ਦੇ ਵਿੱਚ। ਠੀਕ ਹੈ ਜੀ। ਤੇ ਸਾਨੂੰ ਰੈਫਰ ਕਰ ਦਿੱਤਾ ਵੀ ਤੁਸੀਂ ਜਾਂ ਤਾਂ ਪਟਿਆਲੇ ਲੈ ਜਾਓ ਠੀਕ ਹੈ ਜੀ। ਤੇ ਜਾਂ ਫਿਰ ਤੁਸੀਂ ਲੁਧਿਆਣੇ ਲੈ ਕੇ ਜਾਓ। ਹਾਂਜੀ ਹਾਂਜੀ। ਤੇ ਇਸ ਦੌਰਾਨ ਡਾਕਟਰ ਬੜੀ ਕੋਸ਼ਿਸ਼ ਕਰਦੇ ਰਹੇ। ਠੀਕ ਹੈ। EEG ਉੱਥੇ ਕਰਵਾਈ ਗਈ ਠੀਕ ਹੈ ਜੀ। ਤੇ ਉਹ ਡਾਕਟਰੀ ਰਿਪੋਰਟ ਬਿਲਕੁਲ ਨਾਰਮਲ। ਅੱਛਾ ਭਾਜੀ, ਫਿਰ ਤੁਸੀਂ ਹੋਰ ਜਗ੍ਹਾ ਤੇ ਵੀ ਗਏ? ਹਾਂਜੀ, ਹੋਰ ਜਗ੍ਹਾ ਤੇ ਫਿਰ ਸਾਨੂੰ ਦੱਸਿਆ। ਸਾਡੇ ਨਾਲ ਸਾਡੇ ਪੜੋਸੀ ਹੈਗੇ ਨੇ, ਮਿਸਤਰਾਣੀ ਆਂਟੀ ਉਹਨੂੰ ਅਸੀਂ ਕਹਿੰਦੇ ਆ। ਠੀਕ ਹੈ ਜੀ। ਤੇ ਸੰਗਰੂਰ ਦੇ ਵਿੱਚ ਸ਼ੇਰੋਂ ਪਿੰਡ ਹੈਗਾ, ਉੱਥੇ ਕਾਫੀ ਮਸ਼ਹੂਰ ਡੇਰਾ ਹੈਗਾ। ਅੱਛਾ ਜੀ। ਅਸੀਂ ਉੱਥੇ ਵੀ ਚਲੇ ਗਏ। ਹਾਂਜੀ। ਤੇ ਉਹਨਾਂ ਨੇ ਇਲਾਜ ਕੀਤਾ। ਇਲਾਜ ਕੀਤਾ ਤੇ ਅਸੀਂ ਘਰੇ ਆ ਗਏ। ਯਾਨੀ ਕਿ ਦੰਦਲ ਵੀ ਖੁੱਲ ਗਈ, ਉੱਥੇ ਸਾਰਾ ਕੁਝ ਠੀਕ ਹੋ ਗਿਆ। ਠੀਕ ਹੈ ਜੀ। ਘਰੇ ਆ ਕੇ ਫਿਰ ਦੰਦਲ ਪੈ ਗਈ। ਤੇ ਉਹ ਬਾਬਾ ਕਹਿੰਦਾ ਵੀ ਤੁਸੀਂ ਇਦਾਂ ਕਰਿਓ, ਸ਼ਨੀਵਾਰ ਨੂੰ ਆਇਓ। ਠੀਕ ਹੈ ਜੀ। ਵੀ ਸ਼ਨੀਵਾਰ ਨੂੰ ਅੱਛਾ ਦਿਨ ਹੁੰਦਾ, ਤੁਸੀਂ ਉਸ ਦਿਨ ਆ ਕੇ ਵੀ ਤੁਹਾਡਾ ਪੱਕਾ ਇਲਾਜ ਅਸੀਂ ਕਰ ਦਿਆਂਗੇ। ਹਾਂਜੀ। ਅਸੀਂ ਸ਼ਨੀਵਾਰ ਨੂੰ ਚਲੇ ਗਏ। ਹਾਂਜੀ। ਸ਼ਨੀਵਾਰ ਨੂੰ ਉਹਨੇ ਜੀ ਸਾਡੇ ਤੋਂ ਕਹਿੰਦੇ ਤੁਸੀਂ 7 ਮੋਟਰਾਂ ਦਾ ਪਾਣੀ ਲੈ ਕੇ ਆਓ। ਠੀਕ ਹੈ ਜੀ। ਔਰ 7 ਤੁਸੀਂ ਨਰ ਪੇੜਾਂ ਦੇ ਪੱਤੇ ਲੈ ਕੇ ਆਓ, ਦਰਖਤਾਂ ਦੇ ਪੱਤੇ ਲੈ ਕੇ ਆਓ। ਹਾਂਜੀ। ਉਹਨਾਂ ਨੇ ਮੰਤਰ ਵਗੈਰਾ ਪੜ੍ਹੇ ਤੇ ਇਹਨਾਂ ਨੂੰ ਇਸ਼ਨਾਨ ਕਰਵਾਇਆ। ਸਾਡੇ ਤੋਂ ਕਾਫੀ ਸਮਾਨ ਵਗੈਰਾ ਮੰਗਾਇਆ, ਨਵਾਂ ਸੂਟ, ਨਵੀਆਂ ਚੱਪਲਾਂ, ਹਾਂਜੀ। ਘੀ, ਆਟਾ ਵਗੈਰਾ ਜੋ ਕੁਝ ਵੀ ਮੰਗਾਉਂਦੇ ਆ, ਹਾਂਜੀ। ਉਹ ਕੁਝ ਮੰਗਾ ਕੇ ਜੀ ਤੇ ਉਹਨਾਂ ਨੇ ਜੰਤਰ ਮੰਤਰ ਕੀਤੇ। ਠੀਕ ਹੈ ਜੀ। ਤੇ ਸਾਰਾ ਕੁਝ ਉੱਥੇ ਜਿਹੜਾ ਪੁਰਾਣਾ ਸੀਗਾ ਉੱਥੇ ਸੁੱਟ ਕੇ ਅਸੀਂ ਆ ਗਏ ਘਰ ਨੂੰ। ਹਾਂਜੀ। ਤੇ ਸਾਨੂੰ ਦੇਤੀਆਂ ਉਹਨੇ ਗੁਲਮੇਖਾਂ ਦੇਤੀਆਂ, ਇੰਨੀਆਂ ਲੰਬੀਆਂ ਗੁਲਮੇਖਾਂ ਸੀਗੀਆਂ ਵੀ ਇਹਨੂੰ ਤੁਸੀਂ ਆਪਣੇ ਘਰ 'ਚ ਗੱਡ ਦਿਓ। ਸਰੋਂ ਦੇਤੀ ਸਾਨੂੰ ਤੇ ਹੋਰ ਇਲਾਇਚੀਆਂ ਵਗੈਰੀਆਂ ਪੜ ਕੇ ਸਾਨੂੰ ਦੇ ਦਿੱਤੀਆਂ। ਤੇ ਘਰ ਆ ਕੇ ਮੇਰੀ ਵਾਈਫ ਬਿਲਕੁਲ ਠੀਕ ਠਾਕ ਸੀ। ਅੱਛਾ ਜੀ। ਔਰ ਸਾਨੂੰ ਵੀ ਵਿਸ਼ਵਾਸ ਹੋ ਗਿਆ ਵੀ ਇਹ ਤਾਂ ਕੋਈ ਡਾਕਟਰੀ ਇਲਾਜ ਤਾਂ ਹੈ ਨਹੀਂਗਾ, ਵੀ ਇਹ ਕੋਈ ਓਪਰੀ ਉਪਰਾਈ ਦਾ ਚੱਕਰ ਹੈ, ਕੋਈ ਦੁਸ਼ਟ ਆਤਮਾ ਦਾ ਚੱਕਰ ਲੱਗਦਾ। ਅਸੀਂ ਤਾਂ ਦੁਸ਼ਟ ਆਤਮਾ ਨੂੰ ਜਾਣਦੇ ਨਹੀਂ ਸੀ ਉਸ ਟਾਈਮ ਦੀ ਗੱਲ ਹੈ, 97 ਦੀ ਗੱਲ ਹੈ। ਠੀਕ ਹੈ ਜੀ। ਤੇ ਇਹ ਤਾਂ ਹੁਣ ਬਾਅਦ 'ਚ ਜਾ ਕੇ ਪਤਾ ਲੱਗਿਆ। ਤੇ ਗੁਲਮੇਖਾਂ ਜੋ ਦੇਤੀਆਂ ਤੇ ਸਾਨੂੰ ਕਿਹਾ ਜੀ ਤੁਸੀਂ ਘਰ ਦੇ ਆਸੇ-ਪਾਸੇ ਇਹਨਾਂ ਨੂੰ ਲਗਾ ਦਿਓ, ਛੱਤ ਦੇ ਉੱਤੇ ਲਗਾ ਦਿਓ। ਮੈਂ ਆਸੇ-ਪਾਸੇ ਲਗਾ ਕੇ, ਛੱਤ ਦੇ ਉੱਤੇ ਲਗਾ ਕੇ, ਤੇ ਛੱਤ ਦੇ ਉੱਤੇ ਜਦੋਂ ਮੈਂ ਲਗਾ ਰਿਹਾ ਸੀਗਾ
ਅਪ੍ਰੈਲ ਦਾ ਮਹੀਨਾ ਸੀ, ਗਰਮੀ ਦਾ ਟਾਈਮ ਸੀਗਾ, ਤੇ ਮੇਰਾ ਉੱਥੇ ਸਿਰ ਕਾਫੀ ਫਟਣ ਵਾਲਾ ਹੋ ਗਿਆ ਵੀ ਮੇਰਾ ਸਿਰ ਹੁਣ ਫਟ ਜਾਊਗਾ। ਤੇ ਮੈਂ ਉਹ ਸੋਚਿਆ ਵੀ ਚਲੋ ਬਾਅਦ ਚ ਸ਼ਾਮ ਨੂੰ ਕੱਢਦੇ ਆ ਵੀ ਗਰਮੀ ਬਹੁਤ ਹੈ। ਮੈਂ ਉੱਪਰੋਂ ਨੀਚੇ ਉਤਰਿਆ ਤੇ ਮੇਰੀ ਵਾਈਫ ਨੀਚੇ ਬੈਠੇ ਚਾਹ ਵਗੈਰਾ ਪੀ ਰਹੇ ਸੀਗੇ, ਬ੍ਰੈਡ ਖਾ ਰਹੇ ਸੀ, ਕਾਫੀ ਦਿਨਾਂ ਦੇ ਭੁੱਖੇ ਸੀਗੇ। ਤੇ ਮੈਂ ਜਿਸ ਤਰ੍ਹਾਂ ਹੀ ਉੱਪਰੋਂ ਨੀਚੇ ਉਤਰ ਕੇ ਆਇਆ ਤੇ ਇਹਨਾਂ ਨੇ ਕਹਿਣਾ ਸ਼ੁਰੂ ਕਰਤਾ ਮੇਰੇ ਸਿਰ ਨੂੰ ਕੀ ਹੋ ਗਿਆ, ਮੇਰੇ ਸਿਰ ਨੂੰ ਕੀ ਹੋ ਗਿਆ। ਤੇ ਇਹ ਅੰਦਰ ਜਾ ਕੇ ਪੈ ਗਏ ਤੇ ਮੁੜ ਕੇ ਫੇਰ ਇਹਨੂੰ ਅੰਦਰ ਪੈ ਗਏ। ਅੱਛਾ ਜੀ, ਹਾਂਜੀ, ਫਿਰ ਕੀ ਹੋਇਆ ਜੀ? ਫਿਰ ਜੀ ਇਹਨਾਂ ਨੂੰ ਦੰਦਲ ਪੈ ਗਈ ਹਾਂਜੀ ਦੁਬਾਰਾ, ਤੇ ਅੰਦਰ ਜਾ ਕੇ ਪੈ ਗਏ ਇਹ ਬੈੱਡ ਦੇ ਉੱਤੇ। ਹਾਂਜੀ, ਤੇ ਫਿਰ ਉਦਾਂ ਹੀ ਹਾਲ ਹੋ ਗਿਆ। ਹਾਂਜੀ, ਪਰ ਸਾਨੂੰ ਸ਼ੇਰੋਂ ਵਾਲੇ ਬਾਬੇ ਨੇ ਕਿਹਾ ਸੀਗਾ ਵੀ ਹੁਣ ਜੇ ਇਹਨਾਂ ਨੂੰ ਇਦਾਂ ਹੁੰਦਾ ਹੈ ਹਾਂਜੀ, ਤੇ ਤੇ ਤੁਸੀਂ ਮੇਰੀ ਦਾੜੀ ਪੱਟ ਦਿਓ, ਇਦਾਂ ਦੀਆਂ ਗੱਲਾਂ ਉਹਨਾਂ ਨੇ ਕਹੀਆਂ। ਦਾਵਾ ਕੀਤਾ ਜੀ? ਉਹਨਾਂ ਨੇ ਦਾਵਾ ਕੀਤਾ ਵੀ ਹੁਣ ਮੁੜ ਕੇ ਦੰਦਲ ਨਹੀਂ ਪੈਣੀ ਹੈਗੀ। ਤੇ ਮੁੜ ਕੇ ਫਿਰ ਉਹੀ ਕੰਮ ਹੋ ਗਿਆ। ਮੈਂ ਕਿਹਾ ਹੁਣ ਛੱਡੋ ਪਰਾਂ ਇਹਨੂੰ, ਆਪਾਂ ਕਿਸੇ ਹੋਰ ਕਿਤੇ ਦਿਖਾਉਂਦੇ ਆ। ਤੇ ਮੁੜ ਕੇ ਫਿਰ ਸ਼ੇਰੋਂ ਵਾਲੇ ਬਾਬੇ ਦਾ ਸ਼ੁਰੂ ਹੋ ਗਿਆ, ਹੈਨਾ। ਸ਼ੇਰੋਂ ਵਾਲੇ ਬਾਬੇ ਕੋਲ ਅਸੀਂ ਜਾਣਾ ਛੱਡ ਦਿੱਤਾ ਤੇ ਖੁੰਡੇ ਵਾਲੇ ਦਾ ਇਲਾਜ ਸ਼ੁਰੂ ਹੋ ਗਿਆ। ਇੱਕ ਲੈਣਾ ਕੋਲ ਰਹਿੰਦਾ ਸੀ, ਉਹਦਾ ਇਲਾਜ ਸ਼ੁਰੂ ਹੋ ਗਿਆ। ਹੌਲੀ ਹੌਲੀ ਸਾਡੇ ਰਿਸ਼ਤੇਦਾਰਾਂ 'ਚ ਗੱਲ ਪਹੁੰਚ ਗਈ। ਕੋਈ ਕਹਿੰਦਾ ਕਿਸੇ ਸਿਆਣੇ ਕੋਲ ਲੈ ਜਾਓ। ਇੱਕ ਲੁਧਿਆਣੇ ਸਿਆਣਾ ਦੱਸਿਆ ਸਾਨੂੰ ਵੀ ਲੁਧਿਆਣੇ ਬਹੁਤ ਅੱਛਾ ਸਿਆਣਾ ਹੈਗਾ, ਉਹਨੂੰ ਬੁਲਾ ਕੇ ਤੁਸੀਂ ਆਪਣਾ ਇਲਾਜ ਕਰਾਓ। ਤੇ ਸਾਡੇ ਕਿਰਾਏਦਾਰ ਵੀ ਕਾਫੀ ਉਸ ਸਮੇਂ ਰਹਿੰਦੇ ਸੀਗੇ। ਕੋਈ ਸਰਸੇ ਵਾਲੇ ਨੂੰ ਮੰਨਦਾ ਸੀ, ਕੋਈ ਕਿਸੇ ਨੂੰ ਮੰਨਦਾ ਸੀਗਾ। ਹਰੇਕ ਨੇ ਆਪਣਾ ਆਪਣਾ ਜ਼ੋਰ ਲਾਇਆ। ਉਹ ਆਪਣਾ ਸਾਡੇ ਕਿਰਾਏ ਤੇ ਸਰਸੇ ਵਾਲਾ ਰਹਿੰਦਾ ਸੀ, ਉਹ ਆ ਕੇ ਆਪਣਾ ਮੰਤਰ ਪੜ੍ਹਨ ਲੱਗਿਆ ਤੇ ਇਹਨੂੰ ਹੋਸ਼ ਆ ਗਈ ਤੇ ਮੁੜ ਕੇ ਫੇਰ ਬੇਹੋਸ਼ ਹੋ ਗਈ। ਯਾਨੀ ਕਿ ਕੋਈ ਪੱਕਾ ਇਲਾਜ ਨਹੀਂ ਸੀ ਹੋ ਰਿਹਾ। ਮੇਰੇ ਮਾਸੀ ਨਾਭੇ ਵਾਲੇ ਤੇ ਉਹ ਉਸ ਸਮੇਂ ਨਿਰੰਕਾਰੀ ਮਿਸ਼ਨ 'ਚ ਸੀਗੇ, 25 ਸਾਲਾਂ ਤੋਂ ਸੀਗੇ ਉਹ ਨਿਰੰਕਾਰੀ। ਤੇ ਉਹਨਾਂ ਨੇ ਦਿੱਲੀ ਤੋਂ ਚਰਨਾਮਤ ਵਗੈਰਾ ਲਿਆਂਦਾ ਹੋਇਆ ਸੀ, ਉਹ ਛਿੱਟੇ ਦਿੱਤੇ ਤੇ ਇਹਨੂੰ ਫੇਰ ਹੋਸ਼ ਆ ਗਈ। ਤੇ ਜਦੋਂ ਹੋਸ਼ ਆਉਂਦੀ ਸੀ ਤੇ ਅਸੀਂ ਇਹਨੂੰ ਪੁੱਛਦੇ ਸੀਗੇ ਵੀ ਤੈਨੂੰ ਹੋਸ਼ ਆਉਂਦੀ ਹੈ ਤੇ ਕੀ ਮਹਿਸੂਸ ਹੁੰਦਾ? ਤੇ ਇਹ ਕਹਿੰਦੇ ਵੀ ਮੈਨੂੰ ਜਦੋਂ ਮੈਂ ਬੇਹੋਸ਼ ਹੁੰਨੀ ਆ ਤੇ ਮੈਨੂੰ ਆਵਾਜ਼ ਆਉਂਦੀ ਹੈ ਕਿ ਮੈਂ ਤੇਰੇ ਮੁੰਡੇ ਨੂੰ ਲੈ ਜਾਊਂਗੀ। ਅੱਛਾ ਜੀ, ਜਾਂ ਤਾਂ ਮੈਂ ਤੈਨੂੰ ਲੈ ਜਾਊਂਗੀ ਜਾਂ ਤੇਰੇ ਮੁੰਡੇ ਨੂੰ ਲੈ ਜਾਊਂਗੀ। ਤੁਸੀਂ ਮੈਨੂੰ ਖੂਨ ਤਾਂ ਦਿੰਦੇ ਨਹੀਂ ਹੈਗੇ, ਸ਼ਰਾਬ ਤੁਸੀਂ ਦੇਈ ਜਾਂਦੇ ਹੋ। ਠੀਕ। ਤੇ ਘਟਨਾ ਇਦਾਂ ਹੋਈ ਕਿ ਕਾਫੀ ਸਮੇਂ ਪਹਿਲਾਂ ਦੀ ਗੱਲ ਹੈ। ਮੇਰੇ ਮਾਮਾ ਜੀ ਇੱਕ ਦੇਵੀ ਨੂੰ ਮੰਨਦੇ ਸੀਗੇ। ਠੀਕ ਹੈ ਜੀ। ਤੇ ਕਾਫੀ ਸਮੇਂ ਪਹਿਲਾਂ ਦੀ ਗੱਲ, ਉਹ ਮੇਰੇ ਦਿਮਾਗ 'ਚ ਬੈਠ ਗਈ ਸੀ ਕਿਉਂਕਿ ਉਹਨਾਂ ਦਿਨਾਂ 'ਚ ਮੈਂ ਬੇਰੁਜ਼ਗਾਰ ਸੀ ਤੇ ਕੰਮ ਕਾਰ ਇੰਨਾ ਹੈ ਨਹੀਂ ਸੀਗਾ। ਤੇ ਉਹ ਮੇਰੇ ਮਾਮਾ ਜੀ ਨੇ ਸਾਨੂੰ ਦੱਸਿਆ ਕਿ ਸਾਡੇ ਅਸੀਂ ਕੋਈ ਕਲੱਬ ਖੋਲ੍ਹਿਆ ਤੇ ਸਾਡੇ ਮਕਾਨ ਮਾਲਕਣ ਕਹਿੰਦੀ ਵੀ ਜੇ ਤੁਸੀਂ ਇਹ ਦੇਵੀ ਨੂੰ ਮੰਨੋ, ਮੈਂ ਹੁਣ ਉਸ ਦੇਵੀ ਦਾ ਨਾਮ ਨਹੀਂ ਲੈਣਾ ਚਾਹੁੰਦਾ, ਠੀਕ ਹੈ, ਵੀ ਤੁਹਾਡਾ ਕੰਮ ਚੱਲ ਪੂਗਾ। ਵੀ ਇਹਨੂੰ ਪੂਜਣ ਦਾ ਤਰੀਕਾ ਇਸ ਤਰ੍ਹਾਂ, ਸ਼ਰਾਬ ਲਿਆ ਕੇ ਤੁਸੀਂ ਇਹਨੂੰ ਛੁੱਟੇ ਦਿਓ ਤੇ ਪੂਜਾ ਪਾਠ ਕਰੋ, ਇਦਾਂ ਦੀ ਉਹਨਾਂ ਨੇ ਸਾਨੂੰ ਕਿਹਾ। ਤੇ ਉਹ ਮੈਂ ਲਿਆ ਕੇ ਆਪਣੇ ਘਰੇ ਫੋਟੋ ਲਾ ਲਈ ਤੇ ਮੈਂ ਵੀ ਉਹਦੀ ਪੂਜਾ ਪਾਠ ਸ਼ੁਰੂ ਕਰ ਦਿੱਤਾ, ਸ਼ਰਾਬ ਦੇ ਛਿੱਟੇ ਦੇਣੇ। ਤੇ ਉਹ ਕੀ ਹੋਇਆ, 97 ਜਨਵਰੀ ਤੋਂ ਮੈਂ ਸ਼ੁਰੂ ਕੀਤਾ, 97 ਸ਼ੁਰੂ ਕੀਤਾ ਤੇ 23 ਅਪ੍ਰੈਲ ਦੇ ਵਿੱਚ ਜਾ ਕੇ ਇਹ ਘਟਨਾ ਹੋ ਗਈ। ਠੀਕ ਹੈ ਜੀ। ਤੇ ਇਹ ਕਿਹਾ ਕਰੇ ਕਿ ਮੈਨੂੰ ਕੋਈ 10-12 ਹੱਥ ਆਉਂਦੇ ਨੇ ਪਿੱਛੋਂ, ਉਹ ਆ ਕੇ ਫੜ ਲੈਂਦੇ ਨੇ ਤੇ ਕਹਿੰਦੇ ਨੇ ਮੈਂ ਤੈਨੂੰ ਲੈ ਜਾਣਾ ਜਾਂ ਤੇਰੇ ਬੇਟੇ ਨੂੰ ਲੈ ਜਾਣਾ। ਅਸੀਂ ਡਰ ਗਏ ਵੀ ਇਹ ਕੀ ਚੱਕਰ ਹੈ, ਵੀ ਇਹ ਤਾਂ ਕੋਈ ਪਤਾ ਨਹੀਂ ਕੀ ਚੀਜ਼ ਹੈ, ਕੋਈ ਚੱਕਰ ਹੈ, ਕੋਈ ਚੀਜ਼ ਹੈ, ਕੋਈ ਹਵਾ ਦਾ ਚੱਕਰ ਹੈ। ਕੋਈ ਸਾਨੂੰ ਕਹੇ ਵੀ ਕੋਈ ਪ੍ਰੇਤ ਚਿੰਬੜ ਗਿਆ, ਕੋਈ ਕਹੇ ਚੀਲ ਚਿੰਬੜ ਗਈ, ਕੋਈ ਕਹੇ ਕੋਈ ਦੇਵੀ ਚਿੰਬੜ ਗਈ, ਕੋਈ ਕੁਛ ਇਦਾਂ ਦੀਆਂ ਗੱਲਾਂ ਸਾਡੇ ਉੱਤੇ ਆਣ। ਤੇ ਇਹ ਬੇਹੋਸ਼ ਹੋ ਜਾਂਦੀ ਸੀ, ਜੀਭ ਪਿੱਛੇ ਨੂੰ ਚਲੀ ਜਾਂਦੀ। ਤੇ ਮੇਰੀ ਸੱਸ ਆਈ ਹੋਈ ਸੀਗੀ, ਉਹ ਆ ਕੇ ਰੋਣ ਲੱਗੀ, ਕਹਿੰਦੇ ਮੇਰੀ ਵੱਡੀ ਲੜਕੀ ਮਰੀ ਸੀ, ਉਹਦੀ ਵੀ ਜੀਭ ਪਿੱਛੇ ਨੂੰ ਚਲੀ ਜਾਂਦੀ ਸੀ, ਉਹ ਵੀ ਇਦਾਂ ਹੀ ਮਰੀ ਸੀ। ਤੇ ਅਸੀਂ ਵੀ ਸਾਰਾ ਟੱਬਰ ਰੋਣ ਲੱਗ ਗਿਆ ਵੀ ਲਓ ਵੀ ਹੁਣ ਇਹ ਵੀ ਮਰੂਗੀ। ਤੇ ਇਸ ਤਰ੍ਹਾਂ ਅਸੀਂ ਬੜੇ ਪਰੇਸ਼ਾਨ ਹੋਏ, ਡਾਕਟਰੀ ਇਲਾਜ ਵੀ ਕਰਾਇਆ, ਸਿਆਣਿਆਂ ਕੋਲੇ ਗਏ, ਧਾਗੇ ਤਵੀਤ ਬਹੁਤ ਕਰਾਏ, ਕੋਸ਼ਿਸ਼ਾਂ ਬਹੁਤ ਕੀਤੀਆਂ ਜੀ। ਸਾਨੂੰ ਕਿਤੇ ਕੋਈ ਇਲਾਜ ਨਜ਼ਰ ਨਹੀਂ ਆਇਆ। ਨਿਰੰਕਾਰੀ ਸਰਸੇ ਬਹੁਤ ਕੁਝ ਅਸੀਂ ਕੀਤਾ, ਸਾਨੂੰ ਕਿਤੇ ਕੁਝ ਨਜ਼ਰ ਨਹੀਂ ਆਇਆ। ਹਾਂਜੀ ਭਾਜੀ, ਫਿਰ ਕੀ ਹੋਇਆ? ਫਿਰ ਜੀ ਇਦਾਂ ਹੋਇਆ, ਜਦੋਂ ਇਹਨੇ ਕਹਿਣਾ ਸ਼ੁਰੂ ਕੀਤਾ ਕਿ ਪਿੱਛੋਂ 10-12 ਹੱਥ ਆਉਂਦੇ ਨੇ ਤੇ ਮੈਨੂੰ ਆ ਕੇ ਫੜ ਲੈਂਦੇ ਨੇ। ਤੇ ਫਿਰ ਗਲੀ ਮੁਹੱਲੇ ਵਾਲੇ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਕੋਈ ਦੇਵੀ ਨਾਰਾਜ਼ ਹੋ ਗਈ ਤੁਹਾਡੀ। ਅੱਛਾ ਜੀ। ਮੇਰੀ ਇੱਕਦਮ ਨਜ਼ਰ ਉੱਥੇ ਹੀ ਗਈ, ਮੇਰਾ ਖਿਆਲ ਵੀ ਦੇਵੀ ਤਾਂ ਮੈਂ ਪੂਜਦਾ ਦੇਵੀ ਨੂੰ, ਤੇ ਮੈਨੂੰ ਵਿਸ਼ਵਾਸ ਨਾ ਹੋਵੇ ਵੀ ਇਦਾਂ ਤਾਂ ਹੋ ਨਹੀਂ ਸਕਦਾ ਹੈਗਾ। ਠੀਕ ਹੈ। ਕਹਿੰਦੇ ਕੋਈ ਦੇਵੀ ਨਾਰਾਜ਼ ਹੋ ਗਈ। ਤੇ ਫਿਰ ਦੁਸ਼ਟ ਆਤਮਾ ਨੇ ਸਾਨੂੰ ਆਪ ਹੀ ਦੱਸਿਆ
ਵੀ ਅੱਛਾ ਜੀ, ਦੁਸ਼ਟ ਆਤਮਾ ਨੇ ਕੀ ਦੱਸਿਆ ਆਪਾਂ ਭੈਣ ਜੀ ਕੋਲ ਹੀ ਪੁੱਛਦੇ ਹਾਂ। ਜਦੋਂ ਵੀਰ ਜੀ ਮੈਂ ਬਿਮਾਰ ਹੁੰਦੀ ਸੀ ਨਾ ਹਾਂਜੀ ਤੇ ਮੇਰੇ ਪਿੱਛੇ ਦੀ 10-12 ਹੱਥ ਆਂਦੇ, ਕੋਈ ਜਿੱਦਾਂ ਘੱਗਰੇ ਜਿਹੇ ਵਾਲੀ ਕੋਈ ਔਰਤ ਆਂਦੀ ਮੇਰੇ ਹਾਂਜੀ। ਨਾ ਗਲੇ ਨੂੰ ਦਬਾ ਦਿੰਦੀ ਹਾਂਜੀ। ਔਰ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੀ, ਸਿਰ ਤੇ ਇੰਨਾ ਬੋਝ ਹੋ ਜਾਂਦਾ ਕਿ ਮੈਂ ਬੇਹੋਸ਼ ਹੋ ਜਾਂਦੀ ਸੀ। ਠੀਕ ਉਸ ਹੈ। ਤੋਂ ਬਾਅਦ ਮੈਨੂੰ ਨਹੀਂ ਸੀ ਪਤਾ ਲੱਗਦਾ ਮੈਂ ਕੀ ਕਰ ਰਹੀ ਹਾਂ ਜਾਂ ਕੀ ਹੋ ਰਿਹਾ ਹੈ ਮੇਰੇ ਨਾਲ। ਜਦੋਂ ਫਿਰ ਇੱਕ ਨਾ ਮੇਰੇ ਇਦਾਂ ਕੰਨਾਂ 'ਚ ਆਵਾਜ਼ ਆਈ, ਤੁਸੀਂ ਨਾ ਜਾਓ ਕਿਸ਼ਨਪੁਰਾ ਬਸਤੀ ਗਲੀ ਨੰਬਰ 7 ਵਿੱਚ ਕੋਈ ਪ੍ਰਭੂ ਯਿਸੂ ਮਸੀਹ ਦੇ ਦਾਸ ਰਹਿੰਦੇ ਨੇ, ਤੁਸੀਂ ਉਹਨਾਂ ਤੋਂ ਪ੍ਰਾਰਥਨਾ ਕਰਾਓ ਤੇ ਤੁਸੀਂ ਠੀਕ ਹੋ ਜਾਓਗੇ। ਠੀਕ ਹੈ ਜੀ। ਮੈਂ ਆਪਣੇ ਪਤੀ ਨੂੰ ਤੁਹਾਨੂੰ ਬੁਲਾਇਆ। ਪਹਿਲੀ ਵਾਰ ਪ੍ਰਭੂ ਯਿਸੂ ਮਸੀਹ ਬਾਰੇ ਉਦੋਂ ਦੱਸਿਆ ਕਿਸੇ ਨੇ? ਹਾਂਜੀ ਠੀਕ ਭਾਜੀ, ਹੈ। ਮੈਂ ਜਦੋਂ 7ਵੀਂ 8ਵੀਂ ਚ ਪੜ੍ਹਦੀ ਸੀ ਉਦੋਂ ਮੈਂ ਪ੍ਰਭੂ ਦੇ ਬਚਨ ਬਾਰੇ ਜਾਣਦੀ ਸੀ ਥੋੜਾ। ਅੱਛਾ ਤੇ ਜੀ। ਸਾਡੇ ਮੁਹੱਲੇ ਦੇ ਵਿੱਚ ਪ੍ਰਭੂ ਦੀ ਸੇਵਾ ਕਰਨ ਵਾਸਤੇ ਆਏ ਸੀ। ਅੱਛਾ ਤੇ ਜੀ। ਜਦੋਂ ਉਹ ਆਏ ਤੇ ਸਾਡੇ ਇੱਥੇ ਮੁਹੱਲੇ ਵਿੱਚ ਕਾਫੀ ਵਿਰੋਧ ਹੋ ਗਿਆ। ਸਾਡੇ ਮੰਮੀ ਡੈਡੀ ਨੇ ਸਾਨੂੰ ਰੋਕ ਦਿੱਤਾ ਵੀ ਉੱਥੇ ਨਹੀਂ ਜਾਣਾ ਹੈਗਾ, ਇਹ ਮੁਸਲਮਾਨ ਨੇ, ਇਹ ਈਸਾਈ ਨੇ, ਵਿਆਹ ਕਿੱਥੇ ਕਰਨੇ ਨੇ। ਉਦੋਂ ਹੀ ਪਰਮੇਸ਼ਰ ਨੇ ਤਾਂ ਸਾਨੂੰ ਚੁਣਿਆ ਹੋਇਆ। ਪ੍ਰਭੂ ਕਹਿੰਦਾ ਮੈਂ ਤੁਹਾਨੂੰ ਮਾਂ ਦੇ ਗਰਭ ਚੋਂ ਹੀ ਚੁਣਿਆ ਹੋਇਆ ਹੈ। ਹਾਂਜੀ। ਤੇ ਜਦੋਂ ਉੱਦਾਂ ਹੁੰਦਾ, ਸਾਨੂੰ ਬਚਪਨ 'ਚ ਹੈਗੇ ਸੀ, ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਵੀ ਇਹ ਸੱਚਾ ਪ੍ਰਭੂ ਹੈ, ਮੁਕਤੀਦਾਤਾ ਹੈ। ਅਸੀਂ ਕਹਿੰਦੇ ਹੁੰਦੇ ਸੀ ਆਮ ਪਰਮੇਸ਼ਰ, ਜਿੱਦਾਂ ਹੋਰ ਗੁਰੂ ਪੀਰ ਨੇ ਸਭ ਇਹ ਵੀ ਉੱਦਾਂ ਦੀ ਹੈ ਪਰਮੇਸ਼ਰ ਆ। ਤੇ ਆਪਣੇ ਜੀਵਨ 'ਚ ਕੀ ਹੋਇਆ ਜੀ? ਫਿਰ ਹੋਇਆ ਭਾਜੀ ਜਦੋਂ ਮੇਰਾ ਵਿਆਹ ਹੋ ਗਿਆ, ਮੈਂ ਆਪਣੇ ਪਰਿਵਾਰ ਵਿੱਚ ਸਿੱਖ ਫੈਮਿਲੀ ਵਿੱਚ ਆ। ਠੀਕ ਹੈ। ਸਹੁਰੇ ਪਰਿਵਾਰ ਵੀ ਸਾਰਾ ਸਿੱਖ ਫੈਮਿਲੀ 'ਚ ਸੀ। ਸਾਡੇ ਘਰ ਦੇ ਮਾਤਾ ਨੂੰ ਮੰਨਣ ਲੱਗ ਗਏ। ਮੈਂ ਇਹਨਾਂ ਨੂੰ ਮਨਾ ਕਰਦੀ ਰਹਿੰਦੀ ਹੁੰਦੀ ਸੀ ਵੀ ਤੁਸੀਂ ਮਾਤਾ ਨੂੰ ਨਾ ਮੰਨੋ ਜੀ, ਆਪਾਂ ਪਾਠ ਕਰਨ ਵਾਲੇ ਆ, ਸਿੱਖ ਪਰਿਵਾਰ ਦੇ ਆ, ਤੇ ਤੁਸੀਂ ਇਹਨੂੰ ਨਾ ਮੰਨੋ, ਹੋਰ ਕਿਸੇ ਨੂੰ ਮੰਨ ਲਓ ਪਰ ਇਹਨੂੰ ਨਾ ਮੰਨੋ। ਮੈਂ ਆਪਣੇ ਦਿਲੋਂ ਹੀ ਮੈਨੂੰ ਮਨ ਦੀਆਂ ਭਾਵਨਾਵਾਂ ਹਾਂਜੀ, ਸੀ। ਹਾਂਜੀ। ਹਾਂਜੀ। ਫਿਰ ਉਸੇ ਨੇ ਮੇਰੇ ਤੇ ਅਟੈਕ ਕੀਤਾ ਤੇ ਮੈਨੂੰ ਨਾ ਅੰਦਰੋਂ 10-12 ਜਦੋਂ ਹੱਥ ਆਂਦੇ ਮੈਂ ਬਹੁਤ ਪਰੇਸ਼ਾਨ ਹੋ ਜਾਂਦੀ, ਡਿੱਗ ਜਾਂਦੀ, ਜਿੱਥੇ ਬਾਥਰੂਮ 'ਚ ਡਿੱਗ ਜਾਂਦੀ, ਬੈੱਡ ਤੇ ਪਈ ਉੱਥੇ ਡਿੱਗ ਜਾਣਾ। ਤੇ ਸਾਰੇ ਮੇਰੇ ਰਿਸ਼ਤੇਦਾਰ ਭੈਣ ਭਾਈ ਇਕੱਠੇ ਹੋਏ, ਸਾਰੇ ਮੇਰੇ ਕੋਲ ਆਸੇ ਪਾਸੇ ਆਉਂਦੇ। ਸਭ ਨੂੰ ਬਸ ਇਦਾਂ ਹੀ ਹੁੰਦਾ ਸੀ ਵੀ ਹੁਣ ਗਈ ਇਹ, ਹੁਣ ਗਈ, ਰੋਂਦੇ ਹੁੰਦੇ ਸੀ ਸਾਰੇ ਰਿਸ਼ਤੇਦਾਰ। ਹਾਂਜੀ, ਮੈਂ ਰੋਟੀ ਬਣਾਉਂਦੀ ਵੀਰ ਜੀ, ਉਦੋਂ ਡਿੱਗ ਜਾਂਦੀ। ਹਾਂਜੀ। ਤੇ ਸਾਰੇ ਇੱਕ ਹਫਤਾ ਹੋ ਗਿਆ ਸੀ ਮੈਂ ਪਰੇਸ਼ਾਨ, ਸਾਰਾ ਪਰਿਵਾਰ ਪਰੇਸ਼ਾਨ। ਤੇ ਸਾਨੂੰ ਇਹ ਵੀ ਕਹਿਣਾ ਸ਼ੁਰੂ ਕਰਤਾ ਸੀਗਾ ਸਾਡੇ ਰਿਸ਼ਤੇਦਾਰਾਂ ਨੇ ਵੀ ਇਹ ਤਾਂ ਪਾਗਲ ਹੋ ਗਈ ਹੈ, ਹਾਂਜੀ। ਹਾਂਜੀ। ਵੀ ਇਹਨੂੰ ਤੁਸੀਂ ਪਾਗਲ ਡਾਕਟਰ ਨੂੰ ਦਿਖਾਓ। ਹਾਂਜੀ। ਹਾਂਜੀ। ਤੇ ਪਰ ਮੈਨੂੰ ਨਹੀਂ ਸੀ ਲੱਗਦਾ ਹੈਗਾ ਕਿ ਇਹ ਪਾਗਲ ਹੋ ਗਈ ਹੈ ਜਾਂ ਕੋਈ ਚੱਕਰ, ਕੋਈ ਇਸ ਤਰ੍ਹਾਂ ਦੀ ਗੱਲ ਸੀਗੀ। ਸਮਝ ਨਹੀਂ ਸੀ ਲੱਗ ਰਹੀ। ਹਾਂ, ਹਾਂ। ਹਾਂਜੀ। ਫਿਰ ਵੀਰ ਜੀ ਜਦੋਂ ਡਿੱਗ ਜਾਂਦੀ, ਪਰੇਸ਼ਾਨ ਹੋ ਜਾਂਦੀ, ਸਾਰੇ ਕਹਿੰਦੇ ਸੀ ਇਹਦੇ ਦਿਮਾਗ 'ਚ ਫਰਕ ਪੈ ਗਿਆ, ਇਹਨੂੰ ਦਿਮਾਗੀ ਡਾਕਟਰ ਕੋਲ ਲੈ ਕੇ ਜਾਓ। ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ, ਮੁਹੱਲੇ ਦੇ ਕੁਝ ਹੋਰ ਕਹਿੰਦੇ ਸੀ। ਸਾਰੇ ਦਿਨ ਸਾਡੇ ਘਰ ਵਿੱਚ ਇਕੱਠ ਹੋਇਆ ਰਹਿੰਦਾ ਸੀ। ਹਾਂਜੀ। ਸਾਰੇ ਸਾਡੇ ਵੱਲ ਦੇਖਦੇ ਸੀ ਇਹ ਹੁਣ ਕੀ ਹੋ ਰਿਹਾ ਹਫ਼ਤਾ ਹੈ। ਹੋ ਗਿਆ ਸੀ ਇਸ ਗੱਲ ਨੂੰ। ਹਫਤਾ ਹੋ ਗਿਆ। ਇੱਕ ਹਫਤੇ ਵਿੱਚ ਅਸੀਂ ਸਾਰਾ ਕੁਝ ਹੀ ਜਾਣ ਚੁੱਕੇ ਸੀ, ਸਾਰਾ ਕੁਝ ਹੀ ਦੇਖ ਲਿਆ ਸੀ, ਜਿਵੇਂ ਸੰਸਾਰ ਦੇਖ ਲਿਆ ਹੁੰਦਾ ਏਦਾਂ ਹੋ ਗਿਆ ਸੀ। ਕੋਈ ਕੁਝ ਕਹਿ ਰਿਹਾ ਸੀ ਦੇਵੀ ਦੇਵਤਿਆਂ ਬਾਰੇ, ਕੋਈ ਪੀਰਾਂ ਬਾਰੇ ਦੱਸਦਾ ਸੀ। ਅਸੀਂ ਸਭ ਕਰਦੇ ਸੀ ਆਪਣੇ ਘਰ ਵਿੱਚ। ਅਸੀਂ ਹਾਂਜੀ। ਹਵਨ ਕਰਿਆ। ਜਦੋਂ ਮੈਂ ਪਈ ਤੇ ਮੇਰੇ ਇੱਕੋ ਦਮ ਨਾ ਕੰਨਾਂ ਵਿੱਚ ਆਵਾਜ਼ ਆਈ। ਹਾਂਜੀ। ਕਿਉਂ ਮੈਂ ਥੋੜਾ ਜਿਹਾ ਵਿਸ਼ਵਾਸ ਕਰਦੀ ਸੀ ਪ੍ਰਭੂ ਯਿਸੂ ਮਸੀਹ ਤੇ ਪਹਿਲਾਂ, ਜਦੋਂ ਕੁਮਾਰੀ ਹੁੰਦੀ ਸੀ, ਕਮ ਸੇ ਕਮ 10-12 ਸਾਲ ਪਹਿਲਾਂ ਥੋੜਾ ਵਿਸ਼ਵਾਸ ਸੀ। ਸਿਰਫ ਪ੍ਰਭੂ ਯਿਸੂ ਮਸੀਹ ਨੂੰ ਜਾਣਦੀ ਸੀ ਹਾਂਜੀ। ਵੀ ਉਹ ਸੱਚਾ ਪਰਮੇਸ਼ਰ, ਉਹ ਪ੍ਰਾਰਥਨਾ ਨੂੰ ਸੁਣਦਾ। ਦੁਖੀ ਜੇ ਕੋਈ ਉਹਦੇ ਕੋਲ ਜਾਂਦਾ ਹੈ ਤਾਂ ਉਹਦੀ ਸੁਣ ਲੈਂਦਾ। ਹਾਂਜੀ। ਮੇਰੇ ਕੰਨਾਂ 'ਚ ਆਵਾਜ਼ ਆਈ, ਕਹਿੰਦੀ ਜਾ, ਜੇ ਤੂੰ ਬਚਣਾ ਚਾਹਨੀ ਆ, ਆਪਣੇ ਹਫ਼ਤਾ ਹੋ ਬੇਟੇ ਨੂੰ ਗਿਆ। ਬਚਾਉਣਾ ਚਾਹਨੀ ਆ, ਹਫਤਾ ਹੋ ਗਿਆ, ਅੱਜ ਤੇਰਾ ਲਾਸਟ ਦਿਨ ਆ, ਹਾਂਜੀ। ਅੱਜ ਤੈਨੂੰ ਲੈ ਜਾਣਾ ਹੈ ਮੈਨੇ। ਹਾਂਜੀ। ਤੇ ਅਗਰ ਤੂੰ ਬਚਣਾ ਚਾਹਨੀ ਆ ਤਾਂ ਪ੍ਰਭੂ ਯਿਸੂ ਮਸੀਹ ਕੋ ਦੇ ਇੱਥੇ ਦਾਸ ਰਹਿੰਦੇ ਨੇ ਕਿਸ਼ਨਪੁਰਾ ਬਸਤੀ ਅੱਛਾ। ਗਲੀ ਨੰਬਰ 7 ਵਿੱਚ, ਹੂੰ। ਤੇ ਉੱਥੇ ਜਾਓ ਤੇ ਤੁਸੀਂ ਪ੍ਰਾਰਥਨਾ ਕਰਾਓ ਤਾਂ ਠੀਕ ਹੋ ਜਾਓਗੇ। ਅੱਛਾ ਜੀ। ਫਿਰ ਮੈਂ ਆਪਣੇ ਪਤੀ ਨੂੰ ਬੁਲਾਇਆ ਹਾਂਜੀ। ਤੇ ਮੈਂ ਇਹਨਾਂ ਨੂੰ ਕਿਹਾ ਵੀ ਏਦਾਂ ਮੈਨੂੰ ਕੁਛ ਆਵਾਜ਼ ਹੀ ਆ ਰਹੀ ਹੈ ਪਰ ਮੈਂ ਤਾਂ ਜਾਣਦੀ ਨਹੀਂ ਹੈਗੀ ਉਹ ਕਿੱਥੇ ਆ ਮਹੱਲਾ। ਹਾਂਜੀ। ਇਹ ਕਹਿੰਦੇ ਚਲੋ। ਇਹਨਾਂ ਨੇ ਫਿਰ ਮੰਮੀ ਜੀ ਦੇ ਸਾਡੀ ਮਾਸੀ ਜੀ ਨਾਲ, ਮੰਮੀ ਜੀ ਨਾਲ ਗੱਲ ਕਰੀ, ਕਿਉਂਕਿ ਉਦੋਂ ਅਸੀਂ ਥੱਕ ਚੁੱਕੇ ਸੀ, ਸਾਡਾ ਪਰਿਵਾਰ ਥੱਕ ਚੁੱਕਿਆ ਸੀ। ਸਾਰੇ ਕਹਿੰਦੇ ਸੀ ਸਾਨੂੰ ਕੋਈ ਤਾਂ ਰਾਹ ਦੇਵੇ, ਤੇ ਥੱਕ ਚੁੱਕੇ। ਕਹਿੰਦੇ ਚਲੋ ਆਪਾਂ ਉਹਨਾਂ ਨੂੰ ਵੀ ਬੁਲਾ ਕੇ ਦੇਖ ਲੈਂਦੇ ਆ। ਫਿਰ ਮੇਰੇ ਪਤੀ ਉਹਨਾਂ ਨੂੰ ਬੁਲਾਉਣ ਵਾਸਤੇ ਗਏ। ਅੱਛਾ ਜੀ। ਅਸੀਂ ਸਾਰਾ ਕੁਝ ਦੇਖ ਚੁੱਕੇ ਸੀਗੇ ਜੀ। ਅੱਛਾ ਜੀ। ਕੋਈ ਗੁਰੂ ਪੀਰ ਪਗੰਬਰ, ਕੋਈ ਦੇਵੀ ਦੇਵਤਾ, ਅਸੀਂ 8 ਦਿਨਾਂ ਵਿੱਚ ਕੋਈ ਨਹੀਂ ਸੀ ਛੱਡਿਆ ਵੀ। ਕੋਈ ਕੁਝ ਨਹੀਂ ਸੀ ਛੱਡਿਆ ਹੈਗਾ। ਅਸੀਂ ਸਾਰੇ ਪਾਸੇ ਮਤਲਬ ਸਾਨੂੰ ਇਹ ਸੀ ਵੀ ਸਾਨੂੰ ਤਾਂ ਕੋਈ ਛੁਟਕਾਰਾ ਦੇਣ ਵਾਲਾ ਕੋਈ ਹੈ ਕਿ ਨਹੀਂ। ਹਾਂਜੀ। ਤੇ ਜਦੋਂ ਇਹਨਾਂ ਨੇ ਦੱਸਿਆ ਕਿ ਯਿਸੂ ਮਸੀਹ ਨੂੰ ਮੰਨਣ ਵਾਲੇ ਉੱਥੇ ਇੱਕ ਸੰਤ ਜੀ ਰਹਿੰਦੇ ਨੇ, ਅੱਛਾ ਜੀ। ਤੇ ਮੇਰੇ ਦਿਮਾਗ 'ਚ ਇੱਕ ਫੋਟੋ ਬਣ ਗਈ ਹਾਂਜੀ। ਕਿ ਯਿਸੂ ਮਸੀਹ ਨੂੰ ਮੰਨਣ ਵਾਲੇ ਸੰਤ ਰਹਿੰਦੇ ਨੇ, ਉਹਨਾਂ ਨੂੰ ਪਾਦਰੀ ਕਹਿੰਦੇ ਨੇ ਹਾਂਜੀ। ਹਾਂਜੀ। ਤੇ ਫਾਦਰ ਕਹਿੰਦੇ ਨੇ। ਹਾਂਜੀ। ਤੇ ਇੱਕ ਫੋਟੋ ਬਣਾ ਕੇ ਮੈਂ ਚਲਾ ਗਿਆ ਅੱਛਾ ਜੀ। ਕਿ ਉਹਨਾਂ ਦੇ ਚਿੱਟੇ ਕੱਪੜੇ ਪਾਏ ਹੋਣਗੇ, ਹਾਂਜੀ। ਮੋਟਾ ਚਸ਼ਮਾ ਲੱਗਿਆ ਹੋਣਾ, ਹਾਂਜੀ। ਤੇ ਬਜ਼ੁਰਗ ਜਿਹੇ ਹੋਣਗੇ, ਹੱਥ 'ਚ ਬਾਈਬਲ ਫੜੀ ਹੋਣੀ, ਗਲ 'ਚ ਸਲੀਪ ਪਾਈ ਹੋਣੀ, ਹਾਂਜੀ।
ਤੇ ਇਸ ਤਰ੍ਹਾਂ ਦੇ ਹੋਣਗੇ ਉਹ। ਜਿਸ ਤਰ੍ਹਾਂ ਤੁਸੀਂ ਫਿਲਮਾਂ 'ਚ ਆਪਾਂ ਦੇਖਦੇ ਹਾਂ ਆਪਾਂ ਫਿਲਮਾਂ 'ਚ ਹੀ ਦੇਖਦੇ ਹਾਂ ਹਾਂਜੀ, ਵੀ ਹਾਂਜੀ। ਫਾਦਰ ਇਸ ਤਰ੍ਹਾਂ ਦੇ ਹੁੰਦੇ ਨੇ। ਹਾਂਜੀ ਤੇ ਮੈਂ ਜੀ ਆਪਣੀ ਮਾਸੀ ਨੂੰ ਬਿਠਾਇਆ ਆਪਣੇ ਸਕੂਟਰ ਦੇ ਉੱਤੇ ਹਾਂਜੀ ਤੇ ਗੇਟ ਮੈਂ ਖੜਕਾਇਆ, ਜਾ ਕੇ ਉੱਥੇ ਲੱਭਦੇ ਲੱਭਦੇ ਅਸੀਂ ਕਿਸ਼ਨਪੁਰਾ ਬਸਤੀ 'ਚ ਪਹੁੰਚ ਗਏ ਹੂੰ ਤੇ ਗੇਟ ਖੜਕਾਇਆ ਤੇ ਕਿਸੇ ਨੇ ਗੇਟ ਖੋਲ੍ਹਿਆ ਹੂੰ ਤੇ ਉਹ ਸੀਗੇ ਜੀ ਪਤਲੇ ਜੇ, ਅੰਦਰੋਂ ਨਿਕਲੇ, ਲੁੰਗੀ ਉਹਨਾਂ ਦੇ ਬੰਨੀ ਹੋਈ, ਬਨੈਣ ਪਾਈ ਹੋਈ। ਹੂੰ ਤੇ ਮੈਂ ਗੇਟ ਖੜਕਾਇਆ ਤੇ ਉਹ ਕਹਿੰਦੇ ਹਾਂਜੀ ਕੀ ਕੰਮ ਹੈ। ਹੂੰ ਮੈਂ ਕਿਹਾ ਜੀ ਫਾਦਰ ਸਾਹਿਬ ਨੂੰ ਮਿਲਣਾ ਹੈ। ਹੂੰ ਕਹਿੰਦੇ ਕੀ ਸਮੱਸਿਆ ਹੈ। ਮੈਂ ਕਿਹਾ ਫਾਦਰ ਸਾਹਿਬ ਨੂੰ ਮਿਲਣਾ ਹੈ। ਉਹ ਮੈਨੂੰ ਅੰਦਰ ਲੈ ਗਏ। ਹਾਂਜੀ ਮੈਂ ਸੋਚਦਾ ਸੀ ਵੀ ਇਹ ਕੋਈ ਫਾਦਰ ਨੇ ਕੋਈ ਨੌਕਰ ਵਗੈਰਾ ਰੱਖਿਆ ਹੋਣਾ। ਹਾਂਜੀ ਹਾਂਜੀ ਤੇ ਅਸੀਂ ਉੱਥੇ ਕੁਰਸੀ ਤੇ ਬੈਠ ਗਏ ਜਾ ਕੇ, ਠੀਕ ਮੈਂ ਹੈ ਤੇ ਮੇਰੀ ਮਾਸੀ ਬੈਠ ਗਏ। ਹੂੰ ਅਸੀਂ ਉਹਨਾਂ ਨੂੰ ਸਾਰੀ ਗੱਲਬਾਤ ਦੱਸੀ ਵੀ ਇਦਾਂ ਇਦਾਂ ਕਰਕੇ ਸਾਡੇ ਘਰ 'ਚ ਪਰੇਸ਼ਾਨੀ ਹੈ, ਵੀ ਉਹ ਇਦਾਂ ਇਦਾਂ ਕਰਕੇ ਕਹਿੰਦੀ ਆ। ਉਹ ਦੇਵੀ ਨੇ ਆਪਣਾ ਨਾਮ ਵੀ ਦੱਸਿਆ ਵੀ ਮੈਂ ਉਹ ਹਾਂ, ਵੀ ਤੁਸੀਂ 1 ਹਫ਼ਤਾ ਹੋ ਗਿਆ ਮੈਨੂੰ ਨਾ ਤਾਂ ਖੂਨ ਦਿੰਦੇ ਹੋ, ਹੂੰ ਠੀਕ ਹੈ ਨਾ, ਵੀ ਅੱਜ ਮੇਰਾ ਆਖਰੀ ਦਿਨ ਹੈ। ਜੇ ਤੁਸੀਂ ਆਪਣੇ ਬੇਟੇ ਬੇਟੀ ਨੂੰ ਪਿਆਰ ਕਰਦੇ ਹੋ ਤੇ ਪ੍ਰਭੂ ਯਿਸੂ ਮਸੀਹ ਦੇ ਲੋਕਾਂ ਨੂੰ ਬੁਲਾ ਕੇ ਪ੍ਰਾਰਥਨਾ ਕਰਾਓ ਘਰ 'ਚ, ਫਿਰ ਮੈਂ ਛੁਟਕਾਰਾ ਹੋਊਗਾ ਮੇਰੇ ਹੱਥੋਂ, ਨਹੀਂ ਤਾਂ ਮੈਂ ਅੱਜ ਕਿਸੇ ਨਾ ਕਿਸੇ ਨੂੰ ਮਾਰ ਦੇਣਾ। ਹੂੰ ਤੇ ਮੈਂ ਉਹਨੂੰ ਸਾਰੀ ਗੱਲ ਦੱਸੀ। ਕਹਿੰਦੇ ਕੋਈ ਗੱਲ ਨਹੀਂ। ਮੈਂ ਕਿਹਾ ਤੁਸੀਂ ਫਾਦਰ ਸਾਹਿਬ ਨੂੰ ਬੁਲਾਓ ਫਟਾਫਟ, ਵੀ ਸਾਡੇ ਘਰ ਦੇ ਤਾਂ ਕੋਈ ਨਾ ਕੋਈ ਮਰ ਜਾਣਾ ਅੱਜ। ਹਾਂਜੀ ਉਹ ਕਹਿੰਦੇ ਫਾਦਰ ਤਾਂ ਮੈਂ ਹੀ ਆ। ਮੈਂ ਕਿਹਾ ਫਾਦਰ ਤੁਸੀਂ ਹੋ ਜੀ, ਤੇ ਫਿਰ ਚਲੋ ਜੀ। ਮੈਂ ਕੁਝ ਹੋਰ ਸੋਚਦਾ ਸੀਗਾ ਵੀ ਫਾਦਰ ਪਤਾ ਨਹੀਂ ਕਿਸ ਤਰ੍ਹਾਂ ਦੇ ਹੁੰਦੇ ਨੇ। ਹਾਂਜੀ ਤੇ ਉਹਨਾਂ ਨੇ ਆਪਣੀ ਪਤਨੀ ਨੂੰ ਨਾਲ ਲਿਆ ਜੀ, ਸਕੂਟਰ ਉਹਨਾਂ ਦੇ ਕੋਲ ਸੀਗਾ, ਤੇ ਘਰ 'ਚ ਆ ਕੇ ਉਹਨਾਂ ਨੇ ਜਿਸ ਤਰ੍ਹਾਂ ਹੀ ਸਾਡੇ ਘਰ 'ਚ ਐਂਟਰ ਕੀਤਾ ਹਾਂਜੀ ਤੇ ਵਿਹੜੇ 'ਚ ਪੈਰ ਰੱਖਣ ਸਾਰੀ ਇਹਨੇ ਰੌਲਾ ਪਾਉਣਾ ਸ਼ੁਰੂ ਕਰਤਾ, ਮੈਂ ਨਹੀਂ ਜਾਂਦੀ ਮੈਂ ਨਹੀਂ ਜਾਂਦੀ, ਚੀਕਾਂ ਰੌਲਾ। ਸਾਡਾ ਘਰ ਦੇ ਵਿੱਚ ਸਾਰਾ ਮਹੱਲਾ ਸਾਡੇ ਘਰ 'ਚ ਇਕੱਠਾ ਹੋ ਗਿਆ ਵੀ ਇਹਨਾਂ ਦੇ ਘਰ 'ਚ ਕੀ ਹੋ ਗਿਆ। ਉਹ ਹੌਲੀ ਹੌਲੀ ਅੰਦਰ ਆ ਗਏ। ਕਹਿੰਦੇ ਮੈਂ ਨਹੀਂ ਜਾਂਦੀ ਮੈਂ ਨਹੀਂ ਜਾਂਦੀ। ਕਹਿੰਦੀ ਮੈਂ ਉਹ ਆ। ਉਹਨੇ ਆਪਣਾ ਨਾਮ ਦੱਸਿਆ ਵੀ ਮੈਂ ਉਹ ਆ, ਅੱਜ ਮੈਂ ਇਹਨੂੰ ਮਾਰ ਦੇਣਾ ਹੈ, ਇਹਦੇ ਬੇਟੇ ਨੂੰ ਲੈ ਜਾਣਾ ਜਾਂ ਇਹਨੂੰ ਲੈ ਕੇ ਜਾਣਾ। ਅੱਛਾ ਵੀ ਜੀ। ਇਹ ਮੈਨੂੰ ਖੂਨ ਦਿੰਦੇ ਨਹੀਂ ਹੈਗੇ, ਮੈਨੂੰ ਤਾਂ ਖੂਨ ਚਾਹੀਦਾ। ਠੀਕ ਹੈ ਜੀ। ਤੇ ਉਹਨਾਂ ਨੇ ਫਿਰ ਗੱਲ ਕੀਤੀ। ਫਾਦਰ ਸਾਹਿਬ ਸੀਗੇ, ਜਿਹੜੇ ਪਾਦਰੀ ਸਾਹਿਬ ਸੀਗੇ, ਸੰਤ ਸੀਗੇ, ਜੋ ਮਰਜ਼ੀ ਕਹਿ ਲਓ, ਪ੍ਰਭੂ ਯਿਸੂ ਮਸੀਹ ਦਾ ਬੰਦਾ ਸੀਗਾ। ਤੇ ਉਹ ਕਹਿੰਦੇ ਤੁਸੀਂ ਵਿਸ਼ਵਾਸ ਕਰਦੇ ਹੋ? ਸਾਨੂੰ ਪੁੱਛਿਆ। ਉਸ ਸਮੇਂ ਅਸੀਂ ਵਿਸ਼ਵਾਸ ਕੀਤਾ ਕਿਉਂਕਿ ਸਾਰੇ ਪਾਸੇ ਅਸੀਂ ਜਾ ਚੁੱਕੇ ਸੀਗੇ। ਤੇ ਅਸੀਂ ਕਿਹਾ ਵੀ ਠੀਕ ਹੈ ਜੀ ਅਸੀਂ ਵਿਸ਼ਵਾਸ ਕਰਦੇ ਹਾਂ। ਉਹਨਾਂ ਨੇ ਪ੍ਰਾਰਥਨਾ ਕੀਤੀ, ਸ਼ੁਰੂ ਕਰਤੀ ਪ੍ਰਾਰਥਨਾ। ਤੇ ਉਹ ਕਹਿੰਦੀ ਮੈਂ ਨਹੀਂ ਜਾਂਦੀ। ਅੱਧਾ ਘੰਟਾ ਇਹ ਪ੍ਰਾਰਥਨਾ ਕਰਦੇ ਰਹੇ, ਬਹਿਸ ਹੁੰਦੀ ਰਹੀ ਆਪਸ ਦੇ ਵਿੱਚ, ਇੱਕ ਦੂਸਰੇ ਨਾਲ ਬਹਿਸ ਹੁੰਦੀ ਰਹੀ। ਤੇ ਅਖੀਰ ਨੂੰ ਕਹਿੰਦੀ ਅੱਛਾ ਮੈਂ ਜਾਨੀ ਹਾਂ। ਅੱਛਾ ਜੀ। ਤੇ ਪਾਸਟਰ ਜੀ ਸੀਗੇ ਤੇ ਉਹ ਕਹਿੰਦੇ ਜੀ ਵੀ ਇਸ ਤਰ੍ਹਾਂ ਨਹੀਂ ਜਾਣਾ। ਮੈਂ ਕਿਹਾ ਮੇਰੇ ਮਨ 'ਚ ਆ ਰਹੀ ਹੈ, ਖਿਆਲ ਆ ਰਿਹਾ ਵੀ ਇਸ ਤਰ੍ਹਾਂ ਨਹੀਂ ਜਾਣਾ। ਇਦਾਂ ਕਿਉਂ ਕਿਹਾ ਇਸ ਤਰ੍ਹਾਂ ਨਹੀਂ ਜਾਣਾ? ਕਹਿੰਦੇ ਕੋਈ ਨਿਸ਼ਾਨੀ ਦਿਖਾ ਕੇ ਜਾ। ਅੱਛਾ ਜੀ। ਮੈਂ ਕਿਹਾ ਹੁਣ ਇਹ ਨਾ ਹੋਵੇ ਕਿਤੇ ਸਾਡੇ 'ਚ ਕੋਈ ਗਿਰ ਜੇ, ਇਹ ਜੀ ਕੋਈ ਨਿਸ਼ਾਨੀ ਦਿਖਾ ਦੇ। ਹਾਂਜੀ ਹਾਂਜੀ ਘਬਰਾਹਟ ਤਾਂ ਆਉਂਦੀ ਹੈ। ਹਾਂ ਮੈਂ ਕਿਹਾ ਹੁਣ ਇਹ ਕਹਿੰਦੀ ਹੈ ਮੈਂ ਜਾਨੀ ਹਾਂ ਤਾਂ ਜਾਣ ਦਿਓ, ਹਾਂਜੀ ਐਵੇਂ ਜ਼ਰੂਰੀ ਪੰਗਾ ਹੋਰ ਪਾਣਾ। ਹਾਂਜੀ ਤੇ ਉਹ ਕਹਿੰਦੇ ਨਹੀਂ ਬਾਈਬਲ ਨੂੰ ਤੂੰ ਮੱਥਾ ਟੇਕ ਕੇ ਜਾ 3 ਵਾਰ। ਹਾਂਜੀ ਉਹਨੇ ਬਾਈਬਲ ਨੂੰ ਮੱਥਾ ਟੇਕਿਆ ਅੱਛਾ ਤੇ ਦੌੜ ਗਈ। ਠੀਕ ਹੈ। ਉਸ ਤੋਂ ਬਾਅਦ ਅਸੀਂ ਬੜੇ ਹੈਰਾਨ ਵੀ ਇਹ ਚੱਕਰ ਕੀ ਹੈ। ਹਾਂਜੀ ਇੱਕਦਮ ਹੀ ਇੱਕ ਤਸਵੀਰ ਸਾਫ਼ ਹੋ ਗਈ ਹਾਂਜੀ ਕਿ ਯਿਸੂ ਮਸੀਹ ਕੌਣ ਹੈ। ਹਾਂਜੀ ਅਸੀਂ ਸੋਚਦੇ ਸੀ ਯਿਸੂ ਮਸੀਹ ਤਾਂ ਅੰਗਰੇਜ਼ਾਂ ਦਾ ਗੁਰੂ ਹੈ, ਹਾਂਜੀ ਯਿਸੂ ਮਸੀਹ ਤਾਂ ਬਾਹਰਲੇ ਮੁਲਕ ਵਾਲਾ ਦਾ ਗੁਰੂ ਹੈ। ਹਾਂਜੀ ਤੇ ਇੰਨਿਆਂ ਦੇ ਉੱਤੇ ਅਸੀਂ ਵਿਸ਼ਵਾਸ ਕਰਦੇ ਸੀ, ਸਾਨੂੰ ਕਿਸੇ ਨੇ ਛੁਡਾਇਆ ਨਹੀਂ ਹੈਗਾ ਆ ਕੇ। ਹਾਂਜੀ ਪ੍ਰਭੂ ਯਿਸੂ ਮਸੀਹ ਜਿਹਨੂੰ ਅਸੀਂ ਜਾਣਦੇ ਨਹੀਂ ਸੀ, ਜਿਹਨੂੰ ਅਸੀਂ ਸਾਡੇ ਮਨਾਂ 'ਚ ਗਲਤਫਹਿਮੀਆਂ ਸੀਗੀਆਂ ਕਿ ਯਿਸੂ ਮਸੀਹ ਤਾਂ ਅੰਗਰੇਜ਼ਾਂ ਦਾ ਗੁਰੂ ਹੈ, ਵੀ ਸਾਡੇ ਵੀ ਗੁਰੂ ਨੇ ਤੇ ਹਰੇਕ ਦੇਸ਼ ਦਾ ਕੋਈ ਨਾ ਕੋਈ ਗੁਰੂ ਹੈ, ਸਾਡੀ ਸੋਚ ਇਹ ਸੀ। ਹਾਂਜੀ ਪਰ ਪ੍ਰਭੂ ਯਿਸੂ ਮਸੀਹ ਤਾਂ ਸਾਰਿਆਂ ਦੇ ਲਈ ਆਇਆ, ਸਾਰੇ ਸੰਸਾਰ ਦੇ ਲਈ ਆਇਆ। ਹਾਂਜੀ ਤੇ ਉਹਨਾਂ ਨੇ ਪ੍ਰਾਰਥਨਾ ਕੀਤੀ ਸੀ ਕਿ ਭੈਣ ਜੀ ਉਦੋਂ ਹੀ ਠੀਕ ਹੋ ਗਏ? ਇੱਕਦਮ ਜੀ, ਇੱਕਦਮ। ਅੱਛਾ ਜੀ। ਇੱਕਦਮ ਠੀਕ ਹੋ ਗਏ। ਇਹਨਾਂ ਨੇ ਖਾਣਾ ਖਾਧਾ ਉਸ ਸਮੇਂ। ਖਾਣਾ ਖਾਧਾ 8 ਦਿਨ ਹੋ ਗਏ ਸੀ ਭਾਜੀ, ਮੈਂ ਰੋਟੀ ਨਹੀਂ ਸੀ ਖਾਧੀ ਹੈਗੀ। ਅੱਛਾ ਭੈਣ ਜੀ। ਹਾਂਜੀ ਉਸੇ ਟਾਈਮ ਮੰਗੀ, ਮੈਂ ਕਿਹਾ ਮੈਨੂੰ ਰੋਟੀ ਦਿਓ। ਘਰ 'ਚ ਅੱਛਾ। ਰੋਟੀ ਤਾਂ ਪੱਕੀ ਨਹੀਂ ਸੀ ਹੋਈ ਕਿਉਂਕਿ ਸਾਰੇ ਤਾਂ ਮੇਰੇ ਆਸੇ-ਪਾਸੇ ਫਿਰਦੇ ਸੀ। ਹਾਂਜੀ ਹਾਂਜੀ ਔਰ ਸਾਡੇ ਕਿਰਾਏਦਾਰਾਂ ਨੇ ਮੈਨੂੰ ਰੋਟੀ ਦਿੱਤੀ, ਮੈਂ ਉਸੇ ਹਾਂਜੀ। ਟਾਈਮ 2 ਰੋਟੀਆਂ ਖਾਧੀਆਂ। ਅੱਛਾ ਤੇ ਜੀ। ਸਾਰੇ ਖੁਸ਼ ਹੋ ਗਏ ਵੀ ਵਾਕਈ ਇਹ ਤਾਂ ਸੱਚਾ ਪਰਮੇਸ਼ਰ। ਸਾਰਿਆਂ ਨੇ ਜੋ ਵੀ ਇੱਥੇ ਖੜੇ ਸੀ ਸਭ ਨੇ ਵਿਸ਼ਵਾਸ ਕੀਤਾ ਵੀ ਵਾਕਈ ਇਹ ਤਾਂ ਸੱਚਾ ਪਰਮੇਸ਼ਰ ਜਿਹਨੇ ਇੱਕਦਮ ਐਡਾ ਵੱਡਾ ਚਮਤਕਾਰ ਹੋ ਗਿਆ। ਅੱਜ ਤੱਕ ਤਾਂ ਏਦਾਂ ਹੋਇਆ ਹੀ ਨਹੀਂ ਹੈਗਾ। ਹਾਂਜੀ ਵੀ ਇੰਨੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ। ਬਹੁਤ ਹਾਂਜੀ ਕੁਛ ਕੀਤਾ ਸੀ ਭਾਜੀ, ਅਸੀਂ ਹਾਂਜੀ। ਥੱਕੇ ਹੋਏ ਸੀ ਸਮਝ ਲਓ। ਹਾਂਜੀ। ਅਸੀਂ 8 ਦਿਨ ਵਿੱਚ ਦੀ ਹੀ ਸਾਰਾ ਕੁਝ ਕਰ ਚੁੱਕੇ ਸੀ। ਬੜਾ ਪੈਸਾ ਬਰਬਾਦ ਪੈਸਾ ਵੀ ਕਰਤਾ, ਬਰਬਾਦ ਕਰ ਦਿੱਤਾ ਸੀ, ਸਮਾਂ hospital ਕਾਫੀ 'ਚ। ਖਰਾਬ ਕਰਤਾ, ਹਾਂਜੀ। ਪੈਸਾ ਬਰਬਾਦ ਕਰ ਦਿੱਤਾ। ਹਾਂਜੀ ਹਾਂਜੀ ਤੇ ਜਦੋਂ ਪ੍ਰਾਰਥਨਾ ਜੀ ਸਾਡੇ ਘਰ 'ਚ ਹੋ ਰਹੀ ਸੀ ਤੇ ਉਹਨੇ ਆਪਣੇ ਦੇਵੀ ਨੇ ਆਪਣਾ ਨਾਮ ਦੱਸਿਆ। ਹਾਂਜੀ। ਬੜਾ ਖਤਰਨਾਕ ਜਿਹਾ ਨਾਮ ਹੈ ਉਹਦਾ, ਮੈਂ ਨਾਮ ਦੱਸਣਾ ਨਹੀਂ ਚਾਹੁੰਦਾ। ਹਾਂਜੀ ਤੇ ਬਹੁਤ ਸਾਰਾ ਮਹੱਲਾ ਸਾਡੇ ਘਰ 'ਚੋਂ ਗਾਇਬ ਹੋ ਗਿਆ। ਡਰ ਗਿਆ ਉਹ, ਯਾਨੀ ਕਿ ਸੁਣ ਕੇ, ਨਾਮ ਸੁਣ ਕੇ ਡਰ ਗਿਆ। ਹਾਂਜੀ। ਤੇ ਬਹੁਤ ਥੋੜੇ ਜਿਹੇ ਲੋਕ ਰਹਿ ਗਏ ਸਾਡੇ ਘਰ ਦੇ, ਸਾਡੇ ਰਿਸ਼ਤੇਦਾਰ ਰਹਿ ਗਏ। ਹਾਂਜੀ। ਔਰ ਕਮਰੇ ਦੇ ਵਿੱਚ ਸੀਗੇ, ਘਟਨਾ ਹੋ ਰਹੀ ਸੀ, ਕਮਰੇ ਵਿੱਚ ਸੀਗੇ। ਕਮਰੇ 'ਚ ਮੈਂ, ਮੇਰਾ ਬੇਟਾ ਮਨਿੰਦਰ। ਅੱਛਾ ਜੀ। ਉਸ ਸਮੇਂ ਮਨਿੰਦਰ ਸੀਗਾ 3 ਸਾਲ ਦਾ ਸੀਗਾ। ਅੱਛਾ ਜੀ। ਇਹ ਸੀਗਾ, ਮੈਂ ਗੁੱਦੀ ਚੱਕਿਆ ਹੋਇਆ ਸੀਗਾ। ਹਾਂਜੀ ਤੇ ਠੀਕ ਹੋ ਗਈ। ਤੇ ਸਾਡੇ ਗਲੀ ਮੁਹੱਲੇ ਦੇ ਵਿੱਚ ਸਾਡੇ ਰਿਸ਼ਤੇਦਾਰਾਂ ਦੇ ਖਬਰਾਂ ਪਹੁੰਚ ਗਈਆਂ ਵੀ
ਔਰ ਅਖੀਰ ਨੂੰ ਖਬਰ ਮੇਰੇ ਵਿਚੋਲੇ ਕੋਲ ਪਹੁੰਚ ਗਈ। ਅੱਛਾ ਜੀ। ਉਹ ਕਹਿੰਦੇ ਵੀ ਤੁਸੀਂ ਕੀ ਪੰਗਾ ਪਾ ਲਿਆ, ਉਹ ਸਾਡੇ ਹਾਂਜੀ। ਮੇਰੇ ਮਾਮਾ ਜੀ ਲੱਗਦੇ ਸੀ। ਤੇ ਉਹ ਕਹਿੰਦੇ ਮੈਂ ਕਿਹਾ ਅਸੀਂ ਕੀ ਪੰਗਾ ਪਾ ਲਿਆ ਜੀ। ਹਫ਼ਤੇ ਬਾਅਦ ਉਹ ਆ ਗਏ ਸਾਡੇ ਘਰੇ, ਅੱਛਾ ਜੀ। ਵਿਚੋਲਾ ਆ ਗਿਆ ਜੀ ਸਾਡਾ। ਹਾਂਜੀ ਤੇ ਉਹ ਕਹਿੰਦੇ ਤੁਸੀਂ ਤਾਂ ਆਪਣੇ ਘਰ 'ਚ ਪੰਗਾ ਪਾ ਲਿਆ ਹਾਂਜੀ ਵੀ ਤੁਸੀਂ ਦੋ ਸ਼ਕਤੀਆਂ ਦਾ ਭੇਡ ਕਰਾਤਾ, ਹਾਂਜੀ। ਤੇ ਪ੍ਰਭੂ ਯਿਸੂ ਮਸੀਹ ਕੋਈ ਬੜੀ ਤਾਕਤ ਹੈਗੀ ਆ ਉਹ ਵੀ, ਤੇ ਜਿਹਨੂੰ ਤੁਸੀਂ ਦੇਵੀ ਨੂੰ ਮੰਨਦੇ ਸੀਗੇ ਉਹ ਵੀ ਬਹੁਤ ਬੜੀ ਤਾਕਤ ਹੈ। ਤੇ ਦੋਨੇ ਸ਼ਕਤੀਆਂ ਆਪਸ 'ਚ ਭਿੜ ਗਈਆਂ, ਤੇ ਹੁਣ ਤੁਹਾਡੇ ਘਰ 'ਚ ਕੋਈ ਨੁਕਸਾਨ ਹੋਊਗਾ। ਅਸੀਂ ਫਿਰ ਡਰ ਗਏ ਵੀ ਨੁਕਸਾਨ ਹੁਣ ਦੁਬਾਰਾ ਫਿਰ ਨੁਕਸਾਨ ਹੋਊਗਾ। ਤੇ ਸਾਨੂੰ ਉਹਨਾਂ ਸੰਤ ਜੀ ਨੇ ਕਿਹਾ ਸੀਗਾ, ਪ੍ਰਭੂ ਯਿਸੂ ਮਸੀਹ ਦੇ ਸੰਤ ਜੀ ਸੀਗੇ ਜਿਹੜੇ, ਵੀ ਤੁਸੀਂ ਪ੍ਰਭੂ ਯਿਸੂ ਮਸੀਹ ਤੇ ਭਰੋਸਾ ਕਰਨਾ, ਤੁਸੀਂ ਹੁਣ ਘਰ 'ਚ ਕੋਈ ਹੋਰ ਕੋਈ ਪੂਜਾ ਪਾਠ ਨਹੀਂ ਕਰਨਾ ਹੈਗਾ। ਜੇ ਕੋਈ ਹੋਰ ਕੁਝ ਕੀਤਾ ਤੇ ਦੁਬਾਰਾ ਫਿਰ ਪੰਗਾ ਪੈ ਜਾਣਾ, ਤੇ ਫਿਰ ਮੇਰੀ ਕੋਈ ਗਾਰੰਟੀ ਨਹੀਂ ਹੈਗੀ, ਮੇਰੇ ਕੋਲ ਨਾ ਆਇਓ। ਤੇ ਉਧਰੋਂ ਸਾਡਾ ਜਿਹੜਾ ਵਿਚੋਲਾ ਸੀਗਾ, ਉਹ ਬਜ਼ੁਰਗ ਬੰਦਾ ਸੀਗਾ, ਉਹਦੀ ਗੱਲ ਵੀ ਮੰਨਣੀ ਜ਼ਰੂਰੀ ਸੀਗੀ। ਉਹਨਾਂ ਦਿਨਾਂ 'ਚ ਇੰਨਾ ਨਹੀਂ ਸੀ ਪਤਾ ਹੈਗਾ। ਤੇ ਅਸੀਂ ਜੀ ਉਹਦੀ ਗੱਲ ਮੰਨ ਕੇ, ਤੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇੱਕ ਉਸੇ ਦੇਵੀ ਦਾ ਇੱਕ ਸੀਗਾ ਭਗਤ, ਉਹ ਧੂਰੀ ਦੇ ਵਿੱਚ ਰਹਿੰਦਾ, ਤੇ ਤੁਸੀਂ ਉੱਥੇ ਜਾ ਕੇ ਉਪਾਏ ਕਰੋ। ਮੈਂ ਕਿਹਾ ਉਪਾਏ ਤਾਂ ਹੋ ਗਿਆ, ਹੁਣ ਮੈਂ ਸੋਚ ਰਿਹਾ, ਮਨ 'ਚ ਸੋਚ ਰਿਹਾ ਵੀ ਉਪਾਏ ਤਾਂ ਹੋ ਗਿਆ, ਹੁਣ ਕਾਹਨੂੰ ਪੰਗਾ ਲੈਣਾ ਵੀ ਫਿਰ ਨਾ ਪੰਗਾ ਹੋਰ ਹੀ ਕੁਛ ਨਾ ਹੋ ਜੇ। ਕਹਿੰਦੇ ਜਾਂ ਫਿਰ ਤੁਸੀਂ ਇੱਦਾਂ ਕਰੋ, ਪਟਿਆਲੇ ਜਾਓ, ਪਟਿਆਲੇ ਬਹੁਤ ਬੜਾ ਇੱਕ ਮੰਦਿਰ ਹੈ, ਤੇ ਉੱਥੇ ਜਾ ਕੇ ਤੁਸੀਂ ਪੂਜਾ ਪਾਠ ਕਰੋ। ਅਸੀਂ ਕਿਹਾ ਹੁਣ ਪਤਾ ਨਹੀਂ ਉਹ ਸੇਵਾਦਾਰ ਮਿਲਦਾ ਜਾਂ ਨਹੀਂ ਮਿਲਦਾ, ਭਗਤ ਮਿਲਦਾ ਜਾਂ ਨਹੀਂ ਮਿਲਦਾ। ਅਸੀਂ ਪਟਿਆਲੇ ਚਲੇ ਗਏ, ਸ਼ਰਾਬ ਦੀ ਬੋਤਲ ਲਈ ਘਰੋਂ, ਤੇ ਘਰੋਂ ਦੇਵੀ ਦਾ ਜਾਪ ਕਰਦੇ ਹੋਏ ਪਟਿਆਲੇ ਚਲੇ ਗਏ। ਪਟਿਆਲੇ ਜਾ ਕੇ ਅਸੀਂ ਜੋ ਵੀ ਪੂਜਾ ਪਾਠ ਸੀਗਾ ਸਾਰਾ ਕੁਝ ਕੀਤਾ, ਕੁਝ ਚੰਦਾ ਵਗੈਰਾ ਉੱਥੇ ਦਿੱਤਾ, ਪਰਚੀਆਂ ਪੁਰਚੀਆਂ ਕਟਾਈਆਂ, ਦਾਨ ਪੱਤਰ ਪਾਇਆ, ਤੇ ਆ ਗਏ ਅਸੀਂ। ਸੰਗਰੂਰ ਦੇ ਵਿੱਚ ਬੱਸ ਬੜੀ ਹੈ, ਸੰਗਰੂਰ 'ਚ ਬੱਸ ਵੜਨ ਸਾਰੀ ਇਹਨੇ ਫੇਰ ਕਹਿਣਾ ਸ਼ੁਰੂ ਕਰਤਾ, ਮੇਰੇ ਸਿਰ ਨੂੰ ਪਤਾ ਨਹੀਂ ਕੀ ਹੋ ਗਿਆ, ਮੈਨੂੰ ਪਤਾ ਨਹੀਂ ਕੀ ਹੋ ਰਿਹਾ। ਹਾਂਜੀ। ਅਸੀਂ ਫਿਰ ਜੀ ਰਿਕਸ਼ੇ ਦੇ ਉੱਤੇ ਜ਼ਬਰਦਸਤੀ ਇਹਨੂੰ ਲੱਦਿਆ ਤੇ ਘਰੇ ਆ ਗਏ। ਹੁਣ ਮੈਂ ਸੋਚ ਰਿਹਾ ਵੀ ਹੁਣ ਫੋਨ ਕਿਵੇਂ ਕਰਾਂ ਉਹਨਾਂ ਨੂੰ। ਫੋਨ ਉਹਨਾਂ ਦਿਨਾਂ 'ਚ ਫੋਨ ਕਿਹੜੇ ਹੁੰਦੇ ਸੀਗੇ ਹਾਂਜੀ ਵੀ ਹੁਣ ਕੀ ਮੂੰਹ ਲੈ ਕੇ ਜਾਵਾਂਗੇ। ਉਹਨਾਂ ਨੇ ਤਾਂ ਕਿਹਾ ਸੀ ਪਹਿਲਾਂ ਹੀ ਵੀ ਤੁਸੀਂ ਨਾ ਜਾਇਓ। ਇਹ ਫਿਰ ਬੇਹੋਸ਼ ਉਹਦੇ ਨੂੰ ਫਿਰ ਦੰਦਲ ਪੈ ਗਈ, ਹਾਂਜੀ ਯਾਨੀ ਕਿ 10-12 ਦਿਨਾਂ ਬਾਅਦ ਫਿਰ ਉਹੀ ਘਟਨਾ ਸਾਡੇ ਘਰ 'ਚ ਸ਼ੁਰੂ ਹੋ ਗਈ। ਮੈਂ ਕਿਹਾ ਹੁਣ ਮੂੰਹ ਕੀ ਲੈ ਕੇ ਜਾਈਏ ਇਹਦੇ ਕੋਲੇ। ਮੈਂ ਤਾਂ ਆਪ ਹੀ ਬੈਠ ਗਿਆ ਬਿਸਤਰੇ ਤੇ, ਆਪ ਹੀ ਬੈਠਿਆ ਬੈੱਡ ਤੇ ਇਹ ਪਈ ਸੀਗੀ, ਤੇ ਮੈਂ ਬੈੱਡ ਤੇ ਬੈਠ ਕੇ ਤੇ ਸਰਾਣੇ ਮੈਂ ਪ੍ਰਾਰਥਨਾ ਸ਼ੁਰੂ ਕਰਤੀ। ਹੱਥ 'ਚ ਮੈਂ ਪਾਣੀ ਦਾ ਗਲਾਸ ਲਿਆ, ਜਿਵੇਂ ਉਹਨਾਂ ਨੇ ਪਾਣੀ ਦਾ ਗਲਾਸ ਲਿਆ ਸੀਗਾ, ਇਸ ਤਰ੍ਹਾਂ ਪ੍ਰਾਰਥਨਾ ਸ਼ੁਰੂ ਕਰਤੀ। ਅੱਛਾ ਜੀ। ਪ੍ਰਭੂ ਯਿਸੂ ਮਸੀਹ ਮਾਫੀ ਦੇ ਦੇ ਸਾਨੂੰ, ਸਾਡੇ ਤੋਂ ਗਲਤੀ ਹੋ ਗਈ ਹੈ। ਅਸੀਂ ਫਿਰ ਦੁਬਾਰਾ ਚਲੇ ਗਏ ਸੀਗੇ, ਤੈਨੂੰ ਭੁੱਲ ਗਏ ਸੀ, ਹੈ ਨਾ, ਇੱਦਾਂ ਦੀਆਂ ਗੱਲਾਂ। ਮੈਂ ਜੋ ਉਟ ਪਟਾਂਗ ਟੁੱਟੀ ਫੁੱਟੀ ਮੈਨੂੰ ਪ੍ਰਾਰਥਨਾ ਆਉਂਦੀ ਸੀ ਉਹ ਮੈਂ ਕੀਤੀ। ਤੇ ਇਹ ਉੱਠ ਕੇ ਬੈਠ ਗਈ, ਉੱਠ ਕੇ ਬੈਠ ਕੇ ਇੱਦਾਂ ਖਿੜਕੀ ਵੱਲ ਆਏ, ਬਾਹਰ ਨੂੰ ਦੇਖੇ। ਅਸੀਂ ਵੀ ਦੇਖੀਏ, ਸਾਨੂੰ ਕੁਝ ਨਜ਼ਰ ਨਾ ਆਵੇ। ਹਾਂਜੀ। ਜਦੋਂ ਇਹ ਹੋਸ਼ 'ਚ ਆ ਗਈ ਚੰਗੀ ਤਰ੍ਹਾਂ, ਤੇ ਅਸੀਂ ਉਹਨੂੰ ਪੁੱਛਿਆ ਵੀ ਤੂੰ ਬਾਹਰ ਨੂੰ ਕੀ ਦੇਖਦੀ ਸੀ। ਇਹ ਕਹਿੰਦੀ ਵੀ ਦੋ ਦੁਸ਼ਟ ਆਤਮਾ ਭੇਜੀਆਂ ਸੀਗੀਆਂ, ਜਿਹੜੀਆਂ ਕਹਿੰਦੀਆਂ ਸੀਗੀਆਂ ਵੀ ਪਿਛਲੀ ਵਾਰ ਤਾਂ ਮੈਂ ਛੱਡਤਾ ਇਹਨੂੰ, ਵੀ ਹੁਣ ਤੁਸੀਂ ਇਹਨੂੰ ਲੈ ਕੇ ਜਾਣਾ। ਜਦੋਂ ਤੁਸੀਂ ਬੈਠ ਕੇ ਪ੍ਰਾਰਥਨਾ ਕਰ ਰਹੇ ਸੀਗੇ, ਪ੍ਰਭੂ ਯਿਸੂ ਮਸੀਹ ਆਏ, ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਬਿਠਾ ਦਿੱਤਾ। ਅੱਛਾ। ਔਰ ਮੈਨੂੰ ਕਹਿੰਦੇ ਦੇਖ ਸ਼ੈਤਾਨ ਕਿਵੇਂ ਭੱਜ ਰਹੇ ਨੇ। ਹਾਂਜੀ। ਤੇ ਕਹਿੰਦੀ ਮੈਂ ਉਹ ਸ਼ੈਤਾਨ ਦੇਖ ਰਹੀ ਸੀ, ਤੇ ਉਹ ਕਹਿ ਕੇ ਗਏ ਨੇ ਵੀ ਹੁਣ ਮੁੜ ਕੇ ਨਹੀਂ ਅਸੀਂ ਇਸ ਘਰ 'ਚ ਆਉਂਦੇ ਹੈਗੇ। ਹਾਂਜੀ। ਤੇ ਅਸੀਂ ਜੀ ਪ੍ਰਭੂ ਯਿਸੂ ਮਸੀਹ 'ਚ ਆ ਗਏ। ਸਾਨੂੰ ਪਤਾ ਲੱਗ ਗਿਆ ਦੁਨੀਆ ਦੇ ਵਿੱਚ ਬਹੁਤ ਸਾਰੇ ਤੁਹਾਡੇ ਦੋਸਤ ਮਿੱਤਰ ਹੁੰਦੇ ਨੇ, ਤੇ ਇਸੇ ਤਰ੍ਹਾਂ ਇਨਸਾਨ ਬਹੁਤ ਸਾਰੇ ਦੇਵੀ ਦੇਵਤਿਆਂ ਨੂੰ ਮੰਨਦਾ, ਬਹੁਤ ਸਾਰੇ ਪੀਰਾਂ ਪੈਗੰਬਰਾਂ ਨੂੰ ਮੰਨਦਾ, ਬਹੁਤ ਸਾਰੇ ਗੁਰੂਆਂ ਨੂੰ ਮੰਨਦਾ, ਡੇਰੇ ਵੀ ਜਾਂਦਾ, ਮੰਦਿਰ ਵੀ ਜਾਂਦਾ, ਮਸੀਤ ਵੀ ਜਾਂਦਾ, ਡੇਰੇ ਸਮਾਧਾਂ 'ਤੇ ਵੀ ਮੱਥੇ ਟੇਕਦਾ, ਪਤਾ ਨਹੀਂ ਕੀ ਕੁਛ ਕਰਦਾ। ਅਸੀਂ ਵੀ ਇਹੀ ਕੁਛ ਕਰਦੇ ਸੀਗੇ। ਅਸੀਂ ਸਾਰਾ ਕੁਛ ਹੀ ਹਨੇਰੇ 'ਚ ਬੰਦਾ ਸਭ ਕੁਛ ਕਰੀ ਜਾਂਦਾ, ਕੁਛ ਪਤਾ ਨਹੀਂ ਹੁੰਦਾ। ਲੇਕਿਨ ਮੁਸੀਬਤ ਦੇ ਸਮੇਂ ਸਾਡੇ ਕੌਣ ਕੰਮ ਆਇਆ? ਮੁਸੀਬਤ ਦੇ ਸਮੇਂ ਪ੍ਰਭੂ ਯਿਸੂ ਮਸੀਹ ਕੰਮ ਆਇਆ, ਜਿਹਨੂੰ ਅਸੀਂ ਜਾਣਦੇ ਵੀ ਨਹੀਂ ਸੀਗੇ। ਹਾਂਜੀ। ਅਸੀਂ ਸੁਣਿਆ ਹੀ ਨਹੀਂ ਸੀ ਹੋਇਆ। ਹਾਂਜੀ। ਜੇ ਸੁਣਿਆ ਹੋਇਆ ਸੀ ਤਾਂ ਗਲਤ ਫਹਿਮੀਆਂ ਸੀਗੀਆਂ ਸਾਡੇ ਜੀਵਨ ਦੇ ਵਿੱਚ, ਸਾਡੇ ਮਨਾਂ ਦੇ ਵਿੱਚ, ਕਿ ਇਹ ਤਾਂ ਅੰਗਰੇਜ਼ਾਂ ਦਾ ਗੁਰੂ ਹੈ, ਵੀ ਅਸੀਂ ਸਾਡੇ ਇਹ ਦੇਵੀ ਦੇਵਤੇ ਨੇ, ਇਹ ਉਹਨਾਂ ਦਾ ਗੁਰੂ ਹੈਗਾ। ਤੇ ਉਸ ਸਮੇਂ ਪਤਾ ਲੱਗਾ ਕਿ ਯਿਸੂ ਮਸੀਹ ਤੋਂ ਵੱਡਾ ਤਾਂ ਕੋਈ ਨਹੀਂ ਹੈਗਾ। ਪਾਵਰ ਯਿਸੂ ਮਸੀਹ ਕੋਲ। ਸਾਫ਼ ਹੋ ਗਈ ਤਸਵੀਰ ਇੱਕਦਮ ਕਿ ਯਿਸੂ ਮਸੀਹ ਤੋਂ ਇਲਾਵਾ ਹੋਰ ਕੋਈ ਪਰਮੇਸ਼ਰ ਹੈ ਹੀ ਨਹੀਂ। ਯਿਸੂ ਮਸੀਹ ਛੁਟਕਾਰਾ ਦੇਣ ਵਾਲਾ। ਅਸੀਂ ਜੀ ਫਿਰ ਸੰਗਤੀ 'ਚ ਜਾਣਾ ਸ਼ੁਰੂ ਕਰ ਦਿੱਤਾ। ਤੇ ਜਿਸ ਤਰ੍ਹਾਂ ਅਸੀਂ ਸੰਗਤੀ 'ਚ ਜਾਣਾ ਸ਼ੁਰੂ ਕਰ ਦਿੱਤਾ, ਸਾਡੇ ਘਰ 'ਚ ਬੈਰ ਵਿਰੋਧ ਸ਼ੁਰੂ ਹੋ ਗਿਆ। ਸਾਡੇ ਜਿਹੜੇ ਸਗੇ ਸੰਬੰਧੀ ਸੀਗੇ, ਸਾਡੇ ਮਾਂ-ਬਾਪ ਸੀਗੇ, ਉਹ ਕਹਿਣ ਲੱਗੇ ਤੁਸੀਂ ਈਸਾਈ ਬਣ ਗਏ। ਜਦ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੈ ਨਹੀਂ ਸੀਗੀ। ਪ੍ਰਭੂ ਯਿਸੂ ਮਸੀਹ ਨੇ, ਹੁਣ ਮੈਂ ਤੁਹਾਡੇ ਤੋਂ ਪੁੱਛਦਾ ਕਿ ਯਿਸੂ ਮਸੀਹ ਨੇ ਸਾਨੂੰ ਛੁਟਕਾਰਾ ਦਿੱਤਾ, ਹੁਣ ਮੈਨੂੰ ਕੀ ਕਰਨਾ ਚਾਹੀਦਾ?
ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਨਾ ਚਾਹੀਦਾ। ਹਾਂ ਹਾਂਜੀ ਉਹੀ ਮੈਂ ਕੀਤਾ, ਹਾਂਜੀ ਉਹੀ ਮੈਂ ਕੀਤਾ, ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕੀਤਾ। ਜਦ ਅਸੀਂ ਭਟਕਦੇ ਫਿਰਦੇ ਸੀਗੇ, ਰੁਪਏ ਪੈਸੇ ਖਰਚਦੇ ਰਹੇ ਸੀਗੇ, ਸਮਾਂ ਖਰਾਬ ਕਰ ਰਹੇ ਸੀ, ਸਾਰੀ ਰਾਤ ਸਾਨੂੰ ਨਿਕਲ ਜਾਂਦੀ ਸੀ ਜਾਗਦਿਆਂ ਨੂੰ, ਸਾਨੂੰ ਕਿਸੇ ਨੇ ਨਹੀਂ ਛੁਡਾਇਆ। ਹਾਂਜੀ ਔਰ ਮੈਂ 10 ਸਾਲ ਨਿਰੰਕਾਰੀ ਵੀ ਰਿਹਾ ਉਹਨਾਂ ਦੇ ਅੱਛਾ ਜੀ। ਤੇ ਨਿਰੰਕਾਰੀਆਂ ਦਾ ਬੜਾ ਜਾਪ ਕੀਤਾ, ਚਰਨਾਮਤ ਛਿੜਕਿਆ, ਕੁਝ ਨਹੀਂ ਹੋਇਆ ਹੈਗਾ। ਇਹ ਸਭ ਉਦੋਂ ਸਾਫ਼ ਹੋ ਗਿਆ ਕਿ ਇਹ ਸਭ ਐਵੇਂ ਬੇਕਾਰ ਦੀਆਂ ਗੱਲਾਂ ਨੇ, ਇਹਨਾਂ 'ਚ ਕੁਝ ਨਹੀਂ ਹੈਗਾ ਤੇ ਪ੍ਰਭੂ ਯਿਸੂ ਮਸੀਹ ਤੋਂ ਇਲਾਵਾ ਹੋਰ ਕੋਈ ਰੱਬ ਨਹੀਂ ਹੈਗਾ। ਤੇ ਸਾਡੇ ਘਰ 'ਚ ਵਿਰੋਧ ਸ਼ੁਰੂ ਹੋ ਗਿਆ, ਲੜਾਈ ਝਗੜੇ, ਤੁਸੀਂ ਅੱਡ ਹੋ ਜਾਓ ਜੀ, ਤੇ ਸਾਨੂੰ ਘਰੋਂ ਵੀ ਕੱਢਤਾ। ਹਾਂਜੀ ਘਰੋਂ ਕੱਢਤਾ ਤੇ ਅਸੀਂ ਘਰੋਂ ਚਲੇ ਗਏ ਸੀਗੇ। ਮੈਂ ਆਪਣੇ ਪਤਨੀ ਨੂੰ, ਬੇਟੇ ਨੂੰ ਲਿਆ ਤੇ ਅਸੀਂ ਆਪਣੇ ਸਹੁਰੇ ਪਰਿਵਾਰ ਚਲੇ ਗਏ। ਤੇ ਫਿਰ ਜੀ ਵਿੱਚ ਸਮਝੌਤੇ ਵਗੈਰਾ ਹੁੰਦੇ ਰਹੇ ਤੇ ਤੀਸਰੇ ਦਿਨ ਫਿਰ ਅਸੀਂ ਘਰੇ ਆ ਗਏ। ਕਾਫੀ ਲੜਾਈ ਤੇ ਜੀ ਸਾਡੇ ਘਰ ਕੋਈ ਮਾਸੀ ਆਉਂਦੀ ਤਾਂ ਲੜਾਈ ਝਗੜਾ, ਕੋਈ ਮਾਮਾ ਆਉਂਦਾ ਤਾਂ ਲੜਾਈ ਝਗੜਾ। ਇੱਕ ਵਾਰ ਮੇਰੇ ਬੜੇ ਮਾਮਾ ਜੀ ਹੈਗੇ ਨੇ, ਉਹ ਮੇਰੇ ਪਿੱਛੇ ਡਾਂਗ ਲੈ ਕੇ ਪੈ ਗਏ। ਅੱਛਾ ਜੀ। ਬਹੁਤ ਕੁਝ ਹੁੰਦਾ ਰਿਹਾ ਸਾਡੇ ਘਰ 'ਚ। ਹਾਂਜੀ ਜਦੋਂ ਵੀ ਕੋਈ ਰਿਸ਼ਤੇਦਾਰ ਆਣਾ ਪਾਵੇ ਹਾਂਜੀ। ਵੀ ਤੁਸੀਂ ਈਸਾਈ ਬਣ ਗਏ, ਤੁਸੀਂ ਆਪਣੇ ਗੁਰੂ ਛੱਡਤੇ, ਤੁਸੀਂ ਆਪਣਾ ਧਰਮ ਛੱਡਤਾ। ਹਾਂਜੀ। ਮੈਨੂੰ ਪਤਾ ਸੀ ਮੈਂ ਕੀ ਛੱਡਿਆ। ਹਾਂਜੀ ਮੈਂ ਕੋਈ ਧਰਮ ਨਹੀਂ ਬਦਲਿਆ, ਕੋਈ ਈਸਾਈ ਨਹੀਂ ਬਣਿਆ। ਹਾਂਜੀ ਮੈਂ ਤਾਂ ਆਪਣੇ ਮਨ ਨੂੰ ਬਦਲਿਆ, ਇੱਕ ਬੁਰਾਈ ਤੋਂ ਅੱਛਾਈ ਵੱਲ ਮੈਂ ਆ ਗਿਆ, ਝੂਠ ਤੋਂ ਸੱਚਾਈ ਵੱਲ ਮੈਂ ਆ ਗਿਆ। ਮੈਨੂੰ ਪਤਾ ਲੱਗ ਗਿਆ ਕਿ ਸੱਚਾਈ ਕੀ ਹੈ। ਹਾਂਜੀ। ਤੇ ਮੇਰਾ ਬੇਟਾ, ਉਹਨਾਂ ਦਿਨਾਂ 'ਚ ਅਸੀਂ ਚੋਰੀ ਸੰਗਤ 'ਚ ਜਾਂਦੇ ਹੁੰਦੇ ਸੀਗੇ। ਅੱਛਾ ਜੀ। ਔਰ ਮੇਰਾ ਬੇਟਾ ਵੀ ਉਹਨਾਂ ਦਿਨਾਂ 'ਚ ਸਾਨੂੰ ਬਲੈਕਮੇਲ ਕਰਦਾ ਹੁੰਦਾ ਸੀਗਾ। ਅੱਛਾ ਜੀ। ਅਸੀਂ ਜਦੋਂ ਵੀ ਸੰਗਤ ਚਲੇ ਜਾਂਦੇ ਹਾਂਜੀ ਤੇ ਇਹ ਕਹਿੰਦਾ ਹੁੰਦਾ, ਮੈਂ ਦੱਸੂਗਾ ਮੰਮੀ ਨੂੰ, ਹਾਂਜੀ ਮੰਮੀ ਨੂੰ ਦੱਸੂਗਾ, ਹਾਂਜੀ। ਦਾਦੀ ਮੰਮੀ ਨੂੰ ਦੱਸੂਗਾ। ਤੇ ਤੁਸੀਂ ਸੰਗਤ 'ਚ ਗਏ ਸੀਗੇ। ਇਹ ਛੋਟਾ ਸੀਗਾ ਜੀ ਉਦੋਂ? ਇਹ ਛੋਟਾ ਸੀਗਾ ਉਹਨਾਂ ਦਿਨਾਂ 'ਚ, ਹਾਂਜੀ। 3-4 ਸਾਲ ਦਾ, 5 ਸਾਲ ਦਾ ਕਹਿ ਲਓ। ਹਾਂਜੀ ਹਾਂਜੀ। ਤੇ ਇਹ ਸੀਗਾ ਤੇ ਇਹ ਕਹਿੰਦਾ ਹੁੰਦਾ ਸੀਗਾ ਵੀ ਮੈਂ ਮੰਮੀ ਨੂੰ ਦੱਸੂਗਾ, ਮੈਨੂੰ ਨਹੀਂ 10 ਰੁਪਏ ਦਿਓ। ਹਾਂਜੀ। ਫਿਰ ਉਹਨੂੰ ਅਸੀਂ 5-10 ਰੁਪਏ ਦੇ ਕੇ ਇਹਨੂੰ ਚੀਜ਼ੀ ਵਗੈਰਾ ਖਵਾਉਂਦੇ। ਆਪਾਂ ਬੇਟਾ ਮਨਿੰਦਰ ਤੋਂ ਹੀ ਪੁੱਛਦੇ ਹਾਂ। ਹਾਂਜੀ ਬੇਟਾ ਜੀ, ਜੈ ਮਸੀਹ ਦੀ। ਜੈ ਮਸੀਹ ਜੀ। ਹਾਂਜੀ ਬੋਲੋ ਜੀ। ਮੈਂ ਕਹਿੰਦਾ ਹੁੰਦਾ ਸੀਗਾ ਤੁਸੀਂ ਮੈਨੂੰ 5 ਰੁਪਏ ਦਿਓ, ਨਹੀਂ ਤਾਂ ਮੈਂ ਦਾਦੀ ਮੰਮੀ ਨੂੰ ਦੱਸੂਗਾ। ਹਾਂਜੀ ਤੇ ਫਿਰ ਇਹ ਮੈਨੂੰ 5 ਜਾਂ 10 ਰੁਪਏ ਦੇ ਕੇ ਜਾਂਦੇ ਹੁੰਦੇ ਸੀਗੇ। ਹਾਂਜੀ। ਇਹਨਾਂ ਨੇ ਜਦੋਂ ਵੀ ਸੰਗਤ ਤੇ ਜਾਣਾ, ਮੈਂ ਉਹਦੀ ਰੋਲਾ ਪਾ ਕੇ ਬਹਿਣਾ, ਮੈਨੂੰ ਤਾਂ 5 ਰੁਪਏ ਦਿਓ, ਮੈਨੂੰ 10 ਰੁਪਏ ਦਿਓ। ਹਾਂਜੀ ਮੈਂ ਚੀਜ਼ੀ ਖਾਣੀ ਨਹੀਂ, ਮੈਂ ਦਾਦੀ ਮੰਮੀ ਨੂੰ ਦੱਸੂਗਾ। ਹਾਂ, ਪ੍ਰਭੂ ਯਿਸੂ ਮਸੀਹ ਬਾਰੇ ਪਤਾ ਨਹੀਂ ਸੀ। ਹਾਂਜੀ, ਪਤਾ ਨਹੀਂ ਸੀਗਾ ਜੀ ਮੈਨੂੰ। ਹਾਂਜੀ, ਕਿੰਨੀ ਉਮਰ ਸੀ ਉਦੋਂ ਆਪਣੀ? ਮੇਰੀ ਜੀ ਛੋਟਾ ਸੀ ਮੈਂ, ਕਾਫੀ 4-5 ਸਾਲ ਦਾ ਸੀ। 4-5 ਸਾਲ ਦਾ ਸੀ, ਬਿਲਕੁਲ ਸਮਝ ਇੰਨੀ ਨਹੀਂ ਸੀ, ਹਾਂਜੀ ਹੈ ਨਾ ਜੀ? ਹਾਂਜੀ ਹਾਂਜੀ, ਉਦੋਂ ਮੈਂ 4-5 ਸਾਲ ਦਾ ਹੁੰਦਾ ਸੀਗਾ। ਅੱਛਾ। ਉਦੋਂ ਮੈਂ ਬਲੈਕਮੇਲ ਬਹੁਤ ਕਰ ਰਿਹਾ ਸੀਗਾ। ਇੱਕ ਵਾਰ ਦਾਦੀ ਮੰਮੀ ਗਏ ਹੋਏ ਸੀਗੇ ਸਾਡੇ ਬਾਹਰ ਹਾਂਜੀ। ਘੁੰਮਣ ਗਏ ਹੋਏ ਸੀਗੇ। ਅੱਛਾ ਜੀ। ਤੇ ਅਸੀਂ ਸਾਰਾ ਪਰਿਵਾਰ ਬੈਠ ਕੇ ਸੰਗਤ ਕਰ ਰਹੇ ਸੀਗੇ। ਇੱਕ ਸ਼ਬਦ ਹੈ, ਅੱਖੀਆਂ ਲੱਗੀਆਂ ਯਿਸੂ ਦੇ ਨਾਲ, ਹਾਂ। ਅੱਖੀਆਂ ਲੱਗੀਆਂ ਯਿਸੂ ਦੇ ਨਾਲ। ਤੇ ਮੈਂ ਉਹ ਗਾ ਰਿਹਾ ਸੀਗਾ ਤੇ ਪਿੱਛੋਂ ਦੀ ਮੰਮੀ ਆ ਗਏ। ਮੈਂ ਇੱਕਦਮ ਗਾਣਾ ਸ਼ੁਰੂ ਕਰਤਾ, ਮੱਖੀਆਂ ਲੱਗੀਆਂ ਪੱਖੇ ਨੇ। ਦਾਦੀ ਮੰਮੀ ਆ ਗਏ। ਹਾਂ। ਦਾਦੀ ਮੰਮੀ ਆ ਗਏ ਮੇਰੇ ਤੇ ਇੱਕ ਵਾਰ। ਤੇ ਹਾਂਜੀ ਹਾਂਜੀ ਤੇ ਹਾਂਜੀ ਭੈਣ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਜਦੋਂ ਅਸੀਂ ਹਾਂ। ਸੰਗਤ ਕਰ ਰਹੇ ਸੀ ਵੀਰ ਜੀ, ਉਹ ਮੰਮੀ ਜੀ ਆ ਗਏ। ਅਸੀਂ ਮੰਮੀ ਜੀ ਤੋਂ ਬਹੁਤ ਡਰਦੇ ਹੁੰਦੇ ਸੀ, ਕਿਉਂਕਿ ਇਹ ਇਕੱਲੇ ਬੇਟੇ ਸੀ। ਅਸੀਂ ਕਹਿੰਦੇ ਹੁੰਦੇ ਸੀ ਇਹਨਾਂ ਨੂੰ ਵੀ ਨਾ ਸਾਡੇ ਵੱਲੋਂ ਕੋਈ ਤਕਲੀਫ ਹੋਵੇ। ਹਾਂਜੀ। ਅਸੀਂ ਚੋਰੀ ਪ੍ਰਭੂ ਯਿਸੂ ਮਸੀਹ ਨੂੰ ਮੰਨਣ ਲੱਗ ਗਏ। ਗੇਟ ਲਾ ਮੰਮੀ ਜੀ ਸਾਡੇ ਵਿਰੋਧ ਕਰਨ ਲੱਗੇ, ਪਾਪਾ ਜੀ ਸਾਡੇ ਬਹੁਤ ਜ਼ਿਆਦਾ ਵਿਰੋਧ ਕਰਦੇ ਸੀ। ਹਾਂਜੀ ਸਿੱਖ ਪਰਿਵਾਰ ਚ ਸੀ, ਪਤਾ ਹੀ ਹੈ ਤੁਹਾਨੂੰ। ਹਾਂਜੀ। ਤੇ ਜਦੋਂ ਮੰਮੀ ਜੀ ਨੇ ਆਣਾ, ਅਸੀਂ ਗੀਤ ਹੋਰ ਹੀ ਗਾਣ ਲੱਗ ਜਾਣਾ। ਪਹਿਲਾਂ ਅਸੀਂ ਯਿਸੂ ਮਸੀਹ ਦੇ ਗੀਤ ਗਾਣਾ, ਬਾਈਬਲਾਂ ਲੁਕੋ ਦੇਣੀਆਂ ਚੱਕ ਬਾਈਬਲ ਕੇ। ਲੁਕੋ ਦੇਣੀ ਮੰਮੀ ਨੇ ਸਾਡੀ, ਪਤਾ ਨਹੀਂ ਕਿੰਨੇ ਸਾਲ ਗੀਤਾਂ ਬਾਈਬਲ ਲੁਕੋ ਦੀਆਂ ਕੇ ਕਿਤਾਬਾਂ ਰੱਖੀ। ਸੀਗੀਆਂ, ਜਦੋਂ ਲੁਕੋ ਕੋਈ ਦੀਆਂ। ਵੀ ਕਿਤਾਬ ਦੇਖਣੀ ਯਿਸੂ ਮਸੀਹ ਦੀ, ਉਹਨਾਂ ਨੇ ਚੱਕ ਕੇ ਲੁਕੋ ਦੇਣੀ। ਅਸੀਂ ਹਾਂਜੀ। ਦੇਖਦੇ ਰਹਿੰਦੇ ਵੀ ਅਸੀਂ ਹੁਣ ਕੀ ਕਰੀਏ। ਅਸੀਂ ਚੋਰੀ ਤੋਂ ਜਾਣਾ ਪਰ ਬਾਜ਼ਾਰ ਅਸੀਂ ਚ। ਪ੍ਰਾਰਥਨਾਵਾਂ ਕਰਦੇ ਰਹਿੰਦੇ ਸੀ। ਪ੍ਰਾਰਥਨਾ ਅਸੀਂ ਕਰਦੇ ਰਹਿੰਦੇ ਸੀ ਸਾਰੀ ਰਾਤ। ਗੁਪਤ ਪ੍ਰਾਰਥਨਾ ਸਾਡੀ ਚੱਲਦੀ ਰਹਿੰਦੀ। ਮੇਰੇ ਮਾਸੀ ਹੈਗੇ ਨਾਭਾ ਵਾਲੇ, ਤੇ ਉਹਨਾਂ ਵਾਸਤੇ ਲਗਾਤਾਰ ਪ੍ਰਾਰਥਨਾ ਕਰਦੇ ਰਹਿੰਦੇ ਸੀ। ਮਾਮਾ ਜੀ ਅਸੀਂ ਬਹੁਤ ਰੋ ਕੇ ਪ੍ਰਾਰਥਨਾ ਕਰਦੇ ਹੁੰਦੇ ਸੀ। ਪ੍ਰਭੂ ਤੁਹਾਡੇ ਜੀ, ਮੰਮੀ ਡੈਡੀ ਮਤਲਬ ਵਿਸ਼ਵਾਸ 'ਚ ਨਹੀਂ ਸੀਗੇ? ਨਹੀਂ ਸੀਗੇ ਵਿਸ਼ਵਾਸ 'ਚ। ਉਹਨਾਂ ਨੇ ਸਾਡਾ ਕਾਫੀ ਵਿਰੋਧ ਕੀਤਾ ਹਾਂਜੀ। ਤੇ ਸਾਨੂੰ, ਤੁਹਾਨੂੰ ਪ੍ਰਾਪਰਟੀ 'ਚੋਂ ਕੁਝ ਨਹੀਂ ਮਿਲਣਾ, ਅਸੀਂ ਮਕਾਨ, ਅਸੀਂ ਧਰਮਸ਼ਾਲਾ ਬਣਾ ਦੇਣੀ ਹੈ, ਇੱਦਾਂ ਦੀਆਂ ਗੱਲਾਂ। ਗੁਰਦੁਆਰਾ ਬਣਾ ਹੈਨਾ? ਦਾਂਗੇ, ਇਸ ਤਰ੍ਹਾਂ ਦਾ ਤੇ ਕੁਛ। ਅਸੀਂ ਦਾਨ ਕਰ ਦੇਣਾ ਹੈ ਮਕਾਨ, ਇਹ ਯਾਨੀ ਕਿ ਤੁਹਾਨੂੰ ਕੁਝ ਨਹੀਂ ਦੇਣਾ ਹੈਗਾ, ਇੱਦਾਂ ਦੀਆਂ ਗੱਲਾਂ ਮਤਲਬ ਕਰਦੇ ਰਹਿੰਦੇ ਵੀ ਸੀ। ਤੁਸੀਂ ਯਿਸੂ ਮਸੀਹ ਨੂੰ ਛੱਡ ਦਿਓ। ਲੇਕਿਨ ਅਸੀਂ ਦੋਨਾਂ ਜਣਿਆਂ ਨੇ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਛੱਡਿਆ, ਕਿਉਂਕਿ ਅਸੀਂ ਜਾਣ ਚੁੱਕੇ ਸੀ ਰਾਹ, ਸੱਚਾਈ ਅਤੇ ਜੀਵਨ ਉਹੀ ਆ। ਪ੍ਰਭੂ ਹਾਂਜੀ ਯਿਸੂ ਮਸੀਹ ਨੇ ਸਾਨੂੰ ਜ਼ਿੰਦਗੀ ਦਿੱਤੀ ਆ ਤੇ ਅਸੀਂ ਇਹ ਨਹੀਂ ਛੱਡਣਾ। ਸਾਡੇ ਇਹੀ ਵਿਰੋਧ ਹੁੰਦਾ ਰਹਿੰਦਾ। ਮੈਂ ਥੋੜਾ ਭਟਕ ਜਾਂਦੀ ਹੁੰਦੀ ਸੀ। ਮੈਂ ਕਹਿੰਦੀ ਹੁੰਦੀ ਸੀ ਚਲੋ ਆਪਾਂ ਗੁਪਤ ਵਿੱਚ ਮੰਨਾਂਗੇ। ਇੱਕ ਵਾਰੀ ਅਸੀਂ ਇਦਾਂ ਹੀ ਬਹੁਤ ਵਿਰੋਧ ਹੋਇਆ, ਬਹੁਤ ਸਾਡੇ ਘਰ ਦੇ ਵਿੱਚ ਲੜਾਈ ਹੋਈ। ਅਸੀਂ ਰਾਤ ਨੂੰ ਬੈਠੇ 2 ਵਜੇ ਪ੍ਰਾਰਥਨਾ ਕਰ ਰਹੇ ਸੀ ਤੇ ਅਚਾਨਕ ਹੀ ਸਾਡੇ ਦਿਮਾਗ ਵਿੱਚ ਕੁਝ ਸ਼ੈਤਾਨ ਨੇ ਵੀ ਕੰਮ ਕਰਿਆ। ਇਹ ਕਹਿੰਦੇ ਚਲੋ ਆਪਾਂ ਨਾ, ਜਦੋਂ ਆਪਣਾ ਕੋਈ ਕੰਮ ਤਾਂ ਹੋ ਨਹੀਂ ਰਿਹਾ ਹੈਗਾ, ਕੋਈ ਮੰਨਦਾ ਹੀ ਨਹੀਂ ਹੈਗਾ, ਆਪਾਂ ਦੋਨੋਂ ਹੀ ਮੰਨਦੇ ਆ, ਚੋਰੀ ਮੰਨਦੇ ਆ, ਚਲੋ ਆਪਾਂ ਨਾ ਕਹਿੰਦਾ ਮਰ ਜਾਣੇ ਆ। ਬੇਟਾ ਅਸੀਂ ਵੀ ਮੰਮੀ ਹੁਣੀ ਆਪੇ ਪਾਲ ਲੈਣਗੇ, ਆਪਾਂ ਨਾ ਰੇਲ ਗੱਡੀ ਦੇ ਥੱਲੇ ਲਾਈਨ ਤੇ ਪੈ ਜਾਾਂਗੇ। ਮੈਂ ਕਿਹਾ
ਮੈਂ ਨਹੀਂ ਆਪਾਂ ਨਹੀਂ ਇਦਾਂ ਜਾਂਦੇ ਕਿ ਪ੍ਰਭੂ ਯਿਸੂ ਮਸੀਹ ਯਾਨੀ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਛੱਡਿਆ? ਨਹੀਂ ਛੱਡਿਆ ਵੀਰ ਜੀ। ਹਾਂਜੀ। ਅਸੀਂ ਪ੍ਰਭੂ ਯਿਸੂ ਮਸੀਹ ਨੂੰ ਛੱਡ ਹੀ ਨਹੀਂ ਸੀ ਸਕਦੇ ਹੈਗੇ, ਹਾਂਜੀ। ਕਿਉਂਕਿ ਉਹ ਸਾਡੇ ਨਾਲ ਹਰ ਸਮੇਂ ਗੱਲ ਕਰਦਾ ਸੀ। ਜਦੋਂ ਅਸੀਂ ਮੈਂ ਰੋ ਕੇ ਪ੍ਰਾਰਥਨਾ ਕਰਦੀ ਮੇਰੀ ਮੰਮੀ ਜੀ ਲਈ, ਮੈਂ ਕਹਿੰਦੀ ਸੀ ਪ੍ਰਭੂ ਜੀ ਇਹਨਾਂ ਨੂੰ ਬਦਲ ਦਿਓ, ਤੁਸੀਂ ਬਦਲ ਦਿਓ। ਲੇਕਿਨ ਪ੍ਰਭੂ ਨੂੰ ਇੱਛਾ ਸੀ, ਜੋ ਪ੍ਰਭੂ ਕਰਦਾ ਅੱਛਾ ਹੀ ਕਰਦਾ ਹੈ। ਜਦੋਂ ਵਿਰੋਧ ਹੁੰਦਾ ਗਿਆ ਕਿਉਂਕਿ ਵਚਨ ਵਿੱਚ ਲਿਖਿਆ ਹੈ ਕਿ ਸਭ ਤੋਂ ਪਹਿਲਾਂ ਤੇਰੇ ਘਰ ਦੇ ਵਿਰੋਧੀ ਹੋਣਗੇ। ਅਸੀਂ ਉਸੇ ਵਚਨ ਨੂੰ ਲੈ ਕੇ ਚੱਲਦੇ, ਅਸੀਂ ਮਜ਼ਬੂਤ ਹੋ ਗਏ, ਹੋਰ ਵੀ ਜ਼ਿਆਦਾ ਮਜ਼ਬੂਤ ਹੋ ਗਏ ਕਿ ਪ੍ਰਭੂ ਦਾ ਵਚਨ ਸਾਡੇ ਤੇ ਲਾਗੂ ਹੋ ਰਿਹਾ ਹੈ। ਪ੍ਰਭੂ ਯਿਸੂ ਮਸੀਹ ਨੇ ਸਾਨੂੰ ਬਚਾਇਆ, ਅਸੀਂ ਉਹਦਾ ਲੱਖਾਂ ਕਰੋੜਾਂ ਵਾਰ ਧੰਨਵਾਦ ਕਰਦੇ ਹਾਂ। ਆ ਸਾਡੇ ਮੰਮੀ ਜੀ ਵੀ ਵਿਸ਼ਵਾਸ ਕਰਦੇ ਨੇ, ਸਭ ਤੋਂ ਵੱਡੀ ਗੱਲ ਆ। ਅੱਜ ਵਿਸ਼ਵਾਸ ਕਰਦੇ ਆ ਜੀ? ਸੇਵਾ ਦੇ ਵਿੱਚ ਨੇ, ਪ੍ਰਭੂ ਨੇ ਸਾਡੀ ਪ੍ਰਾਰਥਨਾ ਸੁਣੀ। ਹਰ ਵੇਲੇ ਪ੍ਰਭੂ ਸਾਨੂੰ ਤਸੱਲੀ ਦਿੰਦਾ ਸੀ ਹਾਂਜੀ ਵੀ ਮੈਂ ਤੁਹਾਡੇ ਨਾਲ ਆ, ਮੈਂ ਤੁਹਾਡੇ ਅੰਗ ਸੰਗ ਆ, ਮਤ ਡਰ, ਮਤ ਘਬਰਾ, ਇੱਧਰ ਉੱਧਰ ਨਾ ਤਾਕ। ਅਸੀਂ ਇਹੀ ਵਚਨ ਨੂੰ ਲੈ ਕੇ ਆਪਣੇ ਹਿਰਦੇ ਦੇ ਵਿੱਚ ਲੈ ਕੇ ਅਸੀਂ ਚੋਰੀ ਛੁਪੇ ਪ੍ਰਾਰਥਨਾ ਤੇ ਜਾਣਾ, ਸੰਗਤ ਤੇ ਜਾਣਾ। ਸਾਨੂੰ ਉਦੋਂ ਨਹੀਂ ਸੀ ਪਤਾ ਹੁੰਦਾ, ਅਸੀਂ ਕਹਿੰਦੇ ਸੀ ਸੰਗਤ ਵਿੱਚ ਹੀ ਸਭ ਕੁਝ ਆ। ਅਸੀਂ ਫਿਰ ਰਾਤ ਨੂੰ ਬੈਠ ਕੇ ਪ੍ਰਾਰਥਨਾ ਕਰਨੀ। ਪ੍ਰਭੂ ਨੇ ਕਿਹਾ ਜਿੱਥੇ 2 ਜਾਂ 3 ਮੇਰੇ ਨਾਮ ਵਿੱਚ ਇਕੱਠੇ ਹੋ ਜਾਣਗੇ ਉੱਥੇ ਮੈਂ ਹਾਜ਼ਰ ਆ। ਅਸੀਂ ਦੋਨਾਂ ਜਣਿਆਂ ਨੇ ਪ੍ਰਾਰਥਨਾ ਕਰਨੀ, ਪ੍ਰਭੂ ਨੇ ਸਾਡੀ ਗੱਲ ਦਾ ਉੱਤਰ ਦੇ ਦੇਣਾ, ਸਾਡੇ ਘਰ 'ਚ ਸ਼ਾਂਤੀ ਹੋ ਜਾਣੀ। ਫਿਰ ਅਸੀਂ ਕਹਿੰਦੇ ਸੀ ਸਭ ਠੀਕ ਆ। ਫਿਰ ਥੋੜੇ ਕੁ ਦਿਨਾਂ ਮਗਰੋਂ ਫਿਰ ਉਹੀ ਤੁਸੀਂ ਈਸਾਈ ਬਣ ਗਏ, ਤੁਸੀਂ ਮੁਸਲਮਾਨ ਬਣ ਗਏ। ਇਹੀ ਗੱਲਾਂ ਸਾਡੇ ਘਰ ਦੇ ਵਿੱਚ ਬਹੁਤ ਦੇਰ ਤੱਕ ਚੱਲਦੀਆਂ ਰਹੀਆਂ। ਜਦੋਂ ਅਸੀਂ ਪ੍ਰਾਰਥਨਾ ਕਰਦੇ, ਮੰਮੀ ਜੀ ਸਾਡੇ ਅਚਾਨਕ ਹੀ ਆ ਜਾਂਦੇ। ਅਸੀਂ ਜਦੋਂ ਵੀ ਸੰਗਤ 'ਚ ਸਾਨੂੰ ਕਹਿੰਦੇ ਬੈਠਣਾ, ਤੁਸੀਂ ਨਮਾਜ਼ ਪੜ੍ਹ ਰਹੇ ਹੋ, ਨਮਾਜ਼ ਪੜ੍ਹਦੇ ਹੋ ਏਦਾਂ ਕਹਿਣਾ। ਅਸੀਂ ਪ੍ਰਾਰਥਨਾ ਕਰਦੇ ਕਹਿੰਦੇ ਤੁਸੀਂ ਮੁਸਲਮਾਨ ਬਣ ਗਏ, ਤੁਸੀਂ ਨਮਾਜ਼ ਪੜ੍ਹ ਰਹੇ ਸੀਗੇ, ਅੱਛਾ ਜੀ। ਮੈਂ ਤੁਹਾਨੂੰ ਦੇਖ ਲਿਆ। ਹਾਂਜੀ ਹੈ ਨਾ? ਹਾਂਜੀ ਜਦੋਂ ਅਸੀਂ ਕਿਤੇ ਰਿਸ਼ਤੇਦਾਰੀ ਵਗੈਰਾ ਚਲੇ ਜਾਂਦੇ, ਸਾਡਾ ਸਾਰਾ ਕਮਰਾ ਉਹਨਾਂ ਨੇ ਫੋਲ ਦੇਣਾ, ਅਲਮਾਰੀ ਚੈੱਕ ਕਰ ਲੈਣੀ ਵੀ ਕਿਤੇ ਕੀ ਪਿਆ, ਹੈ ਨਾ? ਸਾਡੇ ਗੱਦੇ ਚੱਕ ਇਹ ਉਹ। ਇੱਕ ਵਾਰ ਮੈਂ ਕੋਈ ਕਿਤਾਬ ਲੈ ਕੇ ਆਇਆ ਸੀ, ਕੋਈ ਡਿਕਸ਼ਨਰੀ ਸੀਗੀ, ਤੇ ਮੰਮੀ ਨੇ ਸੋਚਿਆ ਪਤਾ ਨਹੀਂ ਕੀ ਹੈਗਾ ਹੈ। ਹਾਂਜੀ ਉਹ ਪੜੋਸੀਆਂ ਨੂੰ ਪੜ੍ਹਾਉਣ ਗਈ ਵੀ ਇਹ ਦੇਖੋ ਯਿਸੂ ਮਸੀਹ ਦੀ ਕਿਤਾਬ ਹੈ ਇਹ। ਹਾਂਜੀ ਉਹ ਕਹਿੰਦੇ ਨਹੀਂ ਇਹ ਤਾਂ ਡਿਕਸ਼ਨਰੀ ਹੈ। ਹਾਂਜੀ। ਤੇ ਮਤਲਬ ਇਸ ਤਰ੍ਹਾਂ ਕਾਫੀ ਵਿਰੋਧ ਸਾਡਾ ਗਲਤਫਹਿਮੀਆਂ ਸੀ ਹਾਂ, ਉਹਨਾਂ ਦੇ ਮਨ 'ਚ। ਗਲਤਫਹਿਮੀਆਂ ਸੀਗੀਆਂ। ਜਦ ਸਾਡੀ ਕਿਤਾਬ ਤੇ ਅਸੀਂ ਸਲੀਬ ਬਣਾ ਦਿੰਦੇ, ਕੋਈ ਪੜ੍ਹਨ ਵਾਲੀ ਕਿਤਾਬ ਤੇ ਸਾਡੀ ਮੰਮੀ ਨੇ ਸਲੀਬ ਦਾ ਕੁਝ ਹੋਰ ਹੀ ਬਣਾ ਦੇਣਾ, ਡੱਡੇ ਡੁੰਡੇ ਪਤਾ ਨਹੀਂ ਕਿੱਧਰ ਨੂੰ ਕੱਢ ਕੇ ਗਲਤ ਨੀਚੇ ਕੁਝ ਗਲਤ ਲਿਖ ਦੇਣਾ। ਅਸੀਂ ਉਹਨੂੰ ਫੇਰ ਚੇਪ ਦਿੰਦੇ ਹੁੰਦੇ ਸੀ। ਅਸੀਂ ਕਹਿੰਦੇ ਸੀ ਕੋਈ ਗੱਲ ਨਹੀਂ। ਅਸੀਂ ਵੀ ਉਸ ਸਮੇਂ ਨਹੀਂ ਸੀ ਇੰਨਾ ਮਜ਼ਬੂਤ ਹੈਗੇ, ਸਾਨੂੰ ਵੀ ਇਦਾਂ ਹੀ ਹੋ ਜਾਂਦਾ ਹੁੰਦਾ ਸੀ ਵੀ ਪ੍ਰਾਰਥਨਾ ਕਰਦੇ ਆ ਪ੍ਰਭੂ ਕਿਉਂ ਨਹੀਂ ਸੁਣਦਾ ਹੈਗਾ, ਇਹਨਾਂ ਨੂੰ ਕਿਉਂ ਨਹੀਂ ਪਹਿਲਾਂ ਇਹਨਾਂ ਨੇ ਵਿਸ਼ਵਾਸ ਕੀਤਾ ਵੀ ਪ੍ਰਭੂ ਜੀ ਠੀਕ ਕਰਦੇ। ਤੇ ਵੀ ਫਿਰ ਬਾਅਦ ਚ ਹੋਈ ਮੰਮੀ ਪਾਪਾ ਕਹਿਣ ਲੱਗੇ ਇਹ ਪਖੰਡ ਕਰਦੀ ਸੀ, ਇਹ ਪਹਿਲਾਂ ਤੋਂ ਯਿਸੂ ਮਸੀਹ ਨੂੰ ਜਾਣਦੀ ਸੀ, ਇਹ ਸਾਈਆਂ ਦੀ ਕੁੜੀ ਲੈ ਲਈ ਅਸੀਂ, ਜਦ ਕਿ ਮੇਰੇ ਮੰਮੀ ਪਾਪਾ ਨਹੀਂ ਵਿਸ਼ਵਾਸ ਕਰਦੇ ਸੀ। ਕੋਈ ਸਾਡੇ ਪਰਿਵਾਰ 'ਚ ਮੇਰੇ ਪੇਕਿਆਂ 'ਚ ਕੋਈ ਵਿਸ਼ਵਾਸ ਨਹੀਂ ਕਰਦਾ ਪ੍ਰਭੂ ਯਿਸੂ ਮਸੀਹ 'ਚ, ਅੱਜ ਵੀ ਨਹੀਂ ਕਰਦੇ। ਅੱਜ ਵੀ ਨਹੀਂ ਉਹ ਕਰਦੇ ਹੈਗੇ। ਤੇ ਲੇਕਿਨ ਉਹ ਕਹਿੰਦੇ ਸੀ ਈਸਾਈਆਂ ਦੀ ਕੁੜੀ ਆ ਗਈ ਸਾਡੇ ਘਰ 'ਚ, ਨੇ ਇੱਕ ਨਵਾਂ ਧਰਮ ਬਣਾ ਲਿਆ, ਇਹ ਨਵਾਂ ਬੁੱਟਾ ਲੱਗ ਗਿਆ। ਇਦਾਂ ਦੀਆਂ ਬਹੁਤ ਸਾਡੇ ਗਲਤ ਫਹਿਮੀਆਂ ਵੱਧਦੀਆਂ ਗਈਆਂ। ਪ੍ਰਭੂ ਯਿਸੂ ਮਸੀਹ ਨੇ ਸਾਡੇ ਜਦੋਂ ਮੰਮੀ ਜੀ ਨੂੰ ਬਦਲਿਆ, ਉਹ ਮੇਰੀ ਬੇਟੀ ਆ, ਉਸ ਤੋਂ ਬਾਅਦ ਮੇਰੀ ਬੇਟੀ ਹੋਈ, ਇਹ ਵੀ ਬੜੇ ਪ੍ਰਭੂ ਯਿਸੂ ਮਸੀਹ ਨੇ ਦਿੱਤੀ। ਅਸੀਂ ਪ੍ਰਭੂ ਯਿਸੂ ਮਸੀਹ ਤੋਂ ਮੰਗੀ। ਮੇਰੇ ਬੇਟੇ ਤੋਂ ਬਾਅਦ ਕੋਈ ਔਲਾਦ ਨਹੀਂ ਸੀ ਹੋਈ ਹੈਗੀ। ਹਾਂਜੀ। ਤੇ ਮੈਂ ਫਿਰ ਪ੍ਰਾਰਥਨਾ ਕਰੀ ਪ੍ਰਭੂ ਯਿਸੂ ਮਸੀਹ ਮੈਨੂੰ ਇੱਕ ਬੇਟੀ ਦੇ ਦੇ। ਫਿਰ ਪ੍ਰਭੂ ਯਿਸੂ ਮਸੀਹ ਨੇ ਮੇਰੀ ਪ੍ਰਾਰਥਨਾ ਨੂੰ ਸੁਣਿਆ ਸਾਡੀ ਨੂੰ, ਔਰ ਮੈਨੂੰ ਬੇਟੀ ਦਿੱਤੀ। ਔਰ ਇਹ ਬੇਟੀ ਦੇ ਦੁਆਰਾ ਹੀ ਇਹ ਬੇਟੀ ਪ੍ਰਭੂ ਯਿਸੂ ਮਸੀਹ ਨੇ ਦਿੱਤੀ, ਔਰ ਇਹਦੇ ਦੁਆਰਾ ਹੀ ਸਾਡਾ ਬੇਟੀ ਦੇ ਜਨਮ 'ਚ ਵੀ ਸਾਨੂੰ ਕਾਫੀ ਔਕੜਾਂ ਆਈਆਂ। ਡਾਕਟਰਾਂ ਨੇ ਕਹਿਤਾ ਵੀ ਇਹ ਤਾਂ ਹੈ ਨਹੀਂ ਜੀ। ਅੱਛਾ ਜੀ। ਹਾਂ, ਤੇ ਦਵਾਈਆਂ ਵਗੈਰਾ ਚੱਲਦੇ ਰਹੀਆਂ। ਉਸ ਸਮੇਂ ਕੋਈ ਨੌਕਰੀ ਵਗੈਰਾ ਹੈ ਨਹੀਂ ਸੀਗੀ, ਹਾਂਜੀ ਤੇ ਕਾਫੀ ਇਲਾਜ ਚੱਲਦਾ ਰਿਹਾ। ਪ੍ਰਭੂ ਯਿਸੂ ਮਸੀਹ ਨੇ ਕਾਫੀ ਪ੍ਰਾਰਥਨਾਵਾਂ ਸੁਣੀਆਂ। ਹਾਂਜੀ ਤੇ ਜਦੋਂ ਇਹਦਾ ਜਨਮ ਹੋਇਆ ਹਾਂਜੀ ਤੇ ਉਦੋਂ ਵੀ ਮੇਰੇ ਮਨ 'ਚ ਇੱਕ ਸ਼ੱਕ ਜਿਹਾ ਸੀਗਾ ਕਿ ਪਤਾ ਨਹੀਂ ਇਹਦੇ ਅੰਗ ਪੈਰ ਠੀਕ ਹੋਣਗੇ, ਹਾਂਜੀ ਕਿ ਕੋਈ ਅੰਗ ਪੈਰ ਘੱਟ ਨਾ ਹੋਵੇ। ਹਾਂਜੀ ਅਸੀਂ ਕਿਹਾ ਅਸੀਂ ਪ੍ਰਭੂ ਯਿਸੂ ਜੀ ਅਗਰ ਤੂੰ ਬੱਚਾ ਦਿੱਤਾ ਹੈ ਤਾਂ ਇਹਨੂੰ ਸਹੀ ਸਲਾਮਤ ਰੱਖਣਾ ਹੈ। ਠੀਕ ਪਰ ਹੈ। ਡਾਕਟਰ ਕੁਝ ਹੋਰ ਕਹਿੰਦੇ ਸੀ ਵੀ ਇਹ ਠੀਕ ਨਹੀਂ ਹੈਗਾ, ਇਹ ਅੰਦਰ ਗਰੋਥ ਨਹੀਂ ਬਣ ਰਹੀ ਬੱਚੇ ਦੀ, ਅਬੋਰਸ਼ਨ ਕਰਾ ਦਿਓ, ਏਦਾਂ ਅਬੋਰਸ਼ਨ ਕਰਾ ਦਿਓ। ਅਬੋਰਸ਼ਨ ਤੱਕ ਵੀ ਕਰਵਾਉਣ ਗਏ, ਲੇਕਿਨ ਪ੍ਰਭੂ ਨੇ ਫਿਰ ਵੀ ਇਹਨੂੰ ਸੰਭਾਲ ਕੇ ਰੱਖਿਆ। ਤੇ ਫਿਰ ਬੇਟੀ ਹੋਈ, ਬੇਟੀ ਹਾਂਜੀ। ਦੇ ਦੁਆਰਾ ਹੀ ਮੰਮੀ ਜੀ ਨੇ ਸਾਡੀ ਨੇ ਵਿਸ਼ਵਾਸ ਕੀਤਾ, ਹਾਂਜੀ ਔਰ ਇਹ ਬੇਟੀ ਸਾਡੇ ਲਈ ਕਿ ਅਸੀਂ ਇਹਦਾ ਪ੍ਰਭੂ ਨਾਮ ਸੱਚਮੁੱਚ ਚਮਤਕਾਰ ਕਰਦਾ ਹੈ। ਹਾਂਜੀ ਹਾਂਜੀ। ਹਾਂਜੀ। ਯਾਨੀ ਕਿ ਬੇਟੀ ਸਾਨੂੰ ਪ੍ਰਭੂ ਯਿਸੂ ਮਸੀਹ ਨੇ ਦਿੱਤੀ ਹੈ ਤੇ ਇਹਦਾ ਹਾਂਜੀ। ਨਾਮ ਵੀ ਅਸੀਂ ਜੋਤੀ ਰੱਖਿਆ। ਧੰਨਵਾਦ ਵੀ ਪ੍ਰਭੂ ਦਾ। ਜੋਤੀ ਸਾਡੇ ਘਰ 'ਚ ਪ੍ਰਭੂ ਨੇ ਪੂਰੇ ਜੋਤੀ 9 ਭੇਜੀ। ਮਹੀਨੇ ਇਹਨੂੰ ਸੰਭਾਲ ਕੇ ਰੱਖਿਆ ਹਾਂਜੀ। ਇਸ ਦੇ ਵਿੱਚ, ਹੂੰ। ਜਦ ਕਿ ਡਾਕਟਰ ਤਾਂ ਕਹਿੰਦੇ ਸੀ ਕੁਝ ਹੈ ਹੀ ਨਹੀਂ, ਹਾਂਜੀ ਖਰਾਬ ਆ ਬੱਚਾ। ਤੇ ਬੇਟੀ ਸਾਡੇ ਜੋਤੀ ਆ ਗਈ ਫਿਰ ਸਾਡੇ, ਤੇ ਫਿਰ ਵੀ ਸਾਡਾ ਭਰੋਸਾ ਡਾਕਟਰਾਂ ਤੇ ਘੱਟ ਸੀਗਾ, ਹਾਂਜੀ ਪਰ ਪ੍ਰਭੂ ਯਿਸੂ ਮਸੀਹ ਤੇ ਜ਼ਿਆਦਾ ਸੀਗਾ ਕਿ ਪ੍ਰਭੂ ਯਿਸੂ ਮਸੀਹ ਜੋ ਕਰੂਗਾ ਅੱਛਾ ਕਰੂਗਾ। ਹਾਂਜੀ ਤੇ ਬੇਟੀ ਸਾਡੀ ਠੀਕ ਠਾਕ ਹੋ ਗਈ ਹਮ, ਤੇ ਜੋਤੀ ਨਾਮ ਰੱਖਿਆ ਇਹਦਾ ਅਸੀਂ, ਹੈਨਾ। ਹਾਂਜੀ ਤੇ ਗੱਲ ਮਤਲਬ ਚੱਲਦੀ ਰਹੀ, ਫਿਰ ਬੈਰ ਵਿਰੋਧ ਹੁੰਦਾ ਰਿਹਾ। ਔਰ
ਸੰਗਰੂਰ ਵਿੱਚ ਇੰਨਾ ਕੰਮ ਨਹੀਂ ਸੀਗਾ ਤੇ ਅਸੀਂ 2004-5 ਦੇ ਵਿੱਚ ਅਸੀਂ ਲੁਧਿਆਣੇ 'ਚ ਆ ਗਏ। ਅੱਛਾ ਜੀ। ਲੁਧਿਆਣੇ 'ਚ ਆ ਗਏ, ਜੋਤੀ ਵਕੀਲ ਬਣਨਾ। ਤੇ ਮੈਂ ਤੇ ਇੱਥੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਅੱਛਾ ਜੀ। ਪਹਿਲਾਂ ਸੰਗਰੂਰ 'ਚ ਪ੍ਰੈਕਟਿਸ ਕਰਦਾ ਸੀ, ਮੈਂ ਵਕਾਲਤ ਕਰਦਾ ਸੀ। ਉੱਥੇ ਹੈ। ਕੰਮ ਇੰਨਾ ਜ਼ਿਆਦਾ ਨਹੀਂ ਸੀਗਾ, ਹਾਂਜੀ ਪਰ ਇਹ ਵੀ ਇੱਕ ਬਹੁਤ ਵੱਡੀ ਗਵਾਹੀ ਹੈ ਕਿ ਜਿਨ੍ਹਾਂ ਦਿਨਾਂ 'ਚ ਮੈਂ LLB ਕਰ ਰਿਹਾ ਸੀਗਾ, ਹਾਂਜੀ ਉਹਨਾਂ ਦਿਨਾਂ 'ਚ ਮੈਂ ਪੇਪਰ ਦੇ ਕੇ ਆਇਆ ਸੀਗਾ, ਪਰ ਇੱਕ ਪੇਪਰ ਮੇਰਾ ਖੋ ਗਿਆ ਸੀਗਾ। ਅੱਛਾ ਜੀ। ਖੋ ਗਿਆ ਤੇ ਉਹ ਕਹਿੰਦੇ ਤੁਸੀਂ ਤਾਂ ਪੇਪਰ ਹੀ ਨਹੀਂ ਦਿੱਤਾ, ਮੇਰੀ ਐਬਸੈਂਟ ਲਗਾਤੀ। ਅੱਛਾ ਜੀ। ਤੇ ਮੈਂ ਜੀ ਕਾਫੀ ਸਮਾਂ ਉੱਥੇ ਗੁਜ਼ਾਰਿਆ। ਅਜਮੇਰ ਦੇ ਵਿੱਚ ਮੈਂ ਗਿਆ, ਪੇਪਰ ਲਵਾਇਆ ਉੱਥੇ, ਹਾਂਜੀ ਪਰ ਪੇਪਰ ਲੱਭ ਨਹੀਂ ਸੀ ਰਿਹਾ ਹੈਗਾ। ਮੈਂ ਕਾਫੀ ਮੇਰੇ ਚੱਕਰ ਲੱਗ ਗਏ। ਹਾਂਜੀ। ਅਜਮੇਰ ਯੂਨੀਵਰਸਿਟੀ ਤੋਂ ਮੈਂ LLB ਕੀਤੀ ਅੱਛਾ ਜੀ। ਤੇ ਕਾਫੀ ਮੇਰੇ ਚੱਕਰ ਲੱਗੇ ਉੱਥੇ। ਤੇ ਅਖੀਰ ਨੂੰ ਮੈਂ ਪੈਸੇ ਇਕੱਠੇ ਕੀਤੇ ਹਾਂਜੀ। ਵੀ ਹੋ ਸਕਦਾ ਚਾਹ ਪਾਣੀ ਕੋਈ ਮੰਗਦਾ ਹੋਵੇ ਉਹਨੂੰ ਦੇ ਦਿੰਦੇ ਆ, ਵੀ ਹਾਂਜੀ। ਪਾਸ ਹੋ ਜੰਨੇ ਆ। ਤੇ ਮੈਂ ਪੈਸੇ ਲੈ ਕੇ ਜੀ ਅਜਮੇਰ ਪਹੁੰਚ ਗਿਆ ਤੇ ਮੈਂ ਕਿਸੇ ਕਲਰਕ ਨੂੰ ਉੱਥੇ ਮਿਲਿਆ ਤੇ ਮੈਂ ਉਹਦੇ ਨਾਲ ਗੱਲਬਾਤ ਕੀਤੀ। ਹਾਂਜੀ। ਤੇ 3 ਦਿਨ ਮੈਨੂੰ ਉੱਥੇ ਹੋ ਗਏ ਸੀਗੇ ਉੱਥੇ ਰਹਿੰਦੇ ਨੂੰ। ਮੈਂ ਰੋਜ਼ ਸਵੇਰੇ ਜਾਇਆ ਕਰਾਂ ਯੂਨੀਵਰਸਿਟੀ ਹਾਂਜੀ। ਤੇ ਸ਼ਾਮ ਨੂੰ ਵਾਪਸ ਆ ਜਾ ਕਰਾਂ। ਕੋਈ ਕਿਸੇ ਕਿਸਮ ਦੀ ਕੋਈ ਤਰੱਕੀ ਨਹੀਂ ਸੀ ਹੋ ਰਹੀ, ਕੋਈ ਪ੍ਰੋਗਰੈਸ ਨਹੀਂ ਸੀ ਹੋ ਰਹੀ, ਵੀ ਨਾ ਪੇਪਰ ਲੱਭ ਰਿਹਾ ਸੀ, ਕੁਝ ਨਹੀਂ ਸੀ ਪਤਾ ਲੱਗ ਰਿਹਾ, ਕੋਈ ਪੈਸੇ ਨਹੀਂ ਸੀ ਲੈ ਰਿਹਾ, ਮੈਂ ਪੈਸੇ ਕਿਹਨੂੰ ਦੇਵਾਂ। ਤੇ ਤੀਸਰਾ ਦਿਨ ਸੀਗਾ, ਮੈਂ ਪੜ੍ਹ ਰਿਹਾ ਸੀਗਾ, ਬਾਈਬਲ ਮੈਂ ਲੈ ਜਾਂਦਾ ਸੀਗਾ ਸਵੇਰੇ, ਹਾਂਜੀ। ਸਵੇਰ ਤੋਂ ਲੈ ਕੇ ਮੈਂ ਸ਼ਾਮ ਤੱਕ ਉੱਥੇ ਬੈਠਾ ਬਾਈਬਲ ਪੜ੍ਹੀ ਜਾਂਦਾ, ਪਾਠ 'ਚ ਬਹਿ ਜਾਂਦਾ ਸੀਗਾ। ਤੇ ਤੀਸਰਾ ਦਿਨ ਸੀਗਾ ਤੇ ਮੈਂ ਬਾਈਬਲ ਪੜ੍ਹ ਰਿਹਾ ਸੀਗਾ ਤੇ ਉਹਦੇ ਵਿੱਚ ਵਚਨ ਆਂਦਾ, ਸ਼ੈਮੂਅਲ ਦੀ ਕਿਤਾਬ 'ਚ, ਪਹਿਲੇ ਸ਼ੈਮੂਅਲ 'ਚ ਲਿਖਿਆ ਹੋਇਆ ਕਿ ਪਰਮੇਸ਼ਵਰ ਨੇ ਇੱਥੇ ਤੱਕ ਸਾਡੀ ਮਦਦ ਕੀਤੀ ਤੇ ਉਹਨਾਂ ਨੇ ਉਸ ਜਗ੍ਹਾ ਤੇ ਪੱਥਰ ਰੱਖ ਦਿੱਤਾ ਤੇ ਉਹਦਾ ਨਾਮ ਐਬਨੇਜ਼ਰ ਰੱਖਿਆ। ਹਾਂਜੀ। ਤੇ ਐਬਨੇਜ਼ਰ ਇਸ ਤਰ੍ਹਾਂ ਮੇਰੇ ਨਾਮ ਦੇ ਪਿੱਛੇ ਐਬਨੇਜ਼ਰ ਇੱਦਾਂ ਆ ਗਿਆ ਕਿ ਉਹ ਪੇਪਰ ਵੀ ਲੱਭ ਗਿਆ ਤੇ ਇੱਕ ਬਹੁਤ ਵੱਡੀ ਅੱਛੇ ਨੰਬਰ ਵੀ ਮੇਰੇ ਉਹਦੇ 'ਚ ਆ ਗਏ। ਤੇ ਅੱਛਾ ਜੀ, ਪੇਪਰ ਆਪਣੇ ਆਪ ਹੀ ਲੱਭ ਗਿਆ ਜੀ? ਹਾਂ, ਪੇਪਰ ਆਪਣੇ ਆਪ ਲੱਭ ਗਿਆ ਜੀ। ਠੀਕ ਹੈ ਜੀ। ਯਾਨੀ ਕਿ ਕਾਫੀ ਸਮੇਂ ਪੈਸੇ ਦੇਣ ਦੀ ਜ਼ਰੂਰਤ ਨਹੀਂ ਪਈ। ਪੈਸੇ ਵੀ ਮੇਰੇ ਬਚ ਗਏ। ਹਾਂਜੀ। ਔਰ ਪ੍ਰਭੂ ਯਿਸੂ ਮਸੀਹ ਨੇ ਪੇਪਰ ਵੀ ਲਵਾਤਾ ਮੇਰਾ। ਮੈਂ ਪ੍ਰਾਰਥਨਾਵਾਂ ਸੁਣੀਆਂ। ਤੁਸੀਂ ਪ੍ਰਾਰਥਨਾਵਾਂ ਕੀਤੀਆਂ? ਹਾਂਜੀ ਹਾਂਜੀ ਹਾਂਜੀ। ਤੇ 2004-5 ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਅਸੀਂ ਫਿਰ ਲੁਧਿਆਣੇ ਵਿੱਚ ਆ ਗਏ, ਲੁਧਿਆਣੇ 'ਚ ਵਕਾਲਤ ਸ਼ੁਰੂ ਕਰ ਦਿੱਤੀ। ਤੇ ਮੈਨੂੰ ਦੇਖ ਕੇ ਕਈ ਹੋਰ ਵਕੀਲ ਵੀ ਲੁਧਿਆਣੇ 'ਚ ਆ ਗਏ ਸੀਗੇ ਕਿ ਲੁਧਿਆਣੇ 'ਚ ਕੰਮ ਜ਼ਿਆਦਾ ਹੈਗਾ। ਹਾਂਜੀ। ਲੇਕਿਨ ਮੇਰਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਸੀਗਾ, ਹਾਂਜੀ। ਮੈਨੂੰ ਇੱਥੇ ਕਾਮਯਾਬ ਕੀਤਾ ਪਰਮੇਸ਼ਰ ਨੇ। ਹਾਂਜੀ। ਔਰ ਜਿਹੜੇ ਮੇਰੇ ਨਾਲ ਹੋਰ ਆਏ ਸੀਗੇ ਉਹ ਵਾਪਸ ਉਸ ਤਰ੍ਹਾਂ ਹੀ ਵਾਪਸ ਚਲੇ ਗਏ। ਜਿੱਥੋਂ ਆਏ ਸੀਗੇ ਉੱਥੇ ਹੀ ਵਾਪਸ ਚਲੇ ਗਏ। ਅਸੀਂ ਸੰਗਤ ਕਰਦੇ ਹੁੰਦੇ ਸੀਗੇ, ਬੈਠੇ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ। ਮੇਰੀ ਬੇਟੀ ਉਸ ਸਮੇਂ ਛੋਟੀ ਸੀਗੀ, 6-7 ਸਾਲ ਦੀ ਸੀਗੀ ਤੇ ਪੁੱਛਦੀ ਰਹਿੰਦੀ ਕਿ ਪ੍ਰਭੂ ਯਿਸੂ ਮਸੀਹ ਨੂੰ ਜੋ ਮੰਨਦਾ ਉਹ ਸਵਰਗ 'ਚ ਜਾਂਦਾ ਹੈ ਨਾ, ਜੋ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਮੰਨਦਾ ਤੇ ਉਹਦੇ ਪਾਪ ਮਾਫ ਨਹੀਂ ਹੁੰਦੇ, ਉਹ ਨਰਕ ਵਿੱਚ ਹੀ ਜਾਂਦਾ। ਹਾਂਜੀ। ਤੇ ਇਹ ਪੁੱਛਦੀ ਸੀ ਕਿ ਮੇਰੀ ਦਾਦੀ ਮੰਮੀ ਤਾਂ ਮੰਨਦੇ ਨਹੀਂ, ਪ੍ਰਭੂ ਯਿਸੂ ਮਸੀਹ ਨੂੰ ਮੰਨਦੇ ਨਹੀਂ, ਹਾਂਜੀ। ਤੇ ਉਹ ਤਾਂ ਫਿਰ ਨਰਕ 'ਚ ਹੀ ਜਾਊਗੀ, ਹਾਂਜੀ। ਹੈ ਨਾ। ਬਾਕੀ ਤੁਸੀਂ ਇਹਨਾਂ ਤੋਂ ਪੁੱਛ ਲਓ ਕਿਸ ਤਰ੍ਹਾਂ ਇਹਦੀ ਗੱਲਬਾਤ ਚੱਲਦੀ ਰਹਿੰਦੀ ਸੀ। ਦਾਦੀ ਮੰਮੀ ਬੜੇ ਪਿਆਰ ਕਰਦੀ ਸੀ ਇਹਨੂੰ। ਜੋਤੀ ਜੈਨ ਸੀ। ਹਾਂਜੀ ਬੇਟਾ ਬੋਲੋ। ਮੈਂ ਪਾਪਾ ਕੋਲੋਂ ਪੁੱਛਦੀ ਹੁੰਦੀ ਸੀ ਕਿ ਜੀ ਮੇਰੀ ਦਾਦੀ ਮੰਮਾ ਸਵਰਗ 'ਚ ਜਾਣਗੇ ਕਿ ਨਰਕ 'ਚ ਜਾਣਗੇ। ਹਾਂਜੀ। ਪਾਪਾ ਕਹਿੰਦੇ ਸੀ ਕਿ ਜਿਹੜਾ ਯਿਸੂ ਮਸੀਹ ਉੱਤੇ ਭਰੋਸਾ ਕਰੇਗਾ ਉਹ ਸਵਰਗ 'ਚ ਜਾਏਗਾ। ਤੇ ਮੈਂ ਦਾਦੀ ਮੰਮੀ ਜੀ ਨਾਲ ਇਹ ਗੱਲ ਕੀਤੀ ਕਿ ਦਾਦੀ ਮੰਮੀ ਜੀ ਤੁਸੀਂ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਕਰੋ ਤੇ ਤੁਸੀਂ ਸਵਰਗ ਵਿੱਚ ਚਲੇ ਜਾਓਗੇ, ਨਹੀਂ ਤਾਂ ਮੈਂ ਤੁਹਾਨੂੰ ਨਰਕ 'ਚ ਦੇਖਿਆ ਕਰੂੰਗੀ ਕਿ ਤੁਸੀਂ ਕਿੱਦਾਂ ਸੜਦੇ ਪਏ ਹੋ। ਤੇ ਐਦਾਂ ਹੀ ਮੈਂ ਸੰਗਰੂਰ ਗਈ ਹੋਈ ਸੀ ਤੇ ਨਾ ਸਾਡੇ ਇੱਕ ਕਿਰਾਏਦਾਰ ਨਹੀਂ ਆ, ਹਰਪ੍ਰੀਤ ਮਾਸੀ ਜੀ, ਤੇ ਉਹ ਬਹੁਤ ਬਿਮਾਰ ਸੀਗੇ। ਤੇ ਮੈਂ ਦਾਦੀ ਮੰਮੀ ਜੀ ਕਹਿੰਦੇ ਕਿ ਪਾਦਰੀ ਦੀ ਕੁੜੀ ਆਈ ਹੋਈ ਆ ਤੇ ਉਹਦੇ ਕੋਲੋਂ ਪ੍ਰੇਅਰ ਕਰਵਾ ਲਾ, ਹਾਂਜੀ। ਤੇ ਪ੍ਰੇਅਰ ਕਰਵਾ ਲਾ ਤੇ ਠੀਕ ਹੋ ਜਾਏਗੀ। ਮੈਂ ਉਹਨਾਂ ਨੂੰ ਪ੍ਰੇਅਰ ਕਰਕੇ ਤੇਲ ਦੇ ਦਿੱਤਾ ਤੇ ਉਹ ਠੀਕ ਹੋ ਗਏ ਤੇ ਦਾਦੀ ਮੰਮੀ ਜੀ ਨੇ ਉਸ ਦਿਨ ਤੋਂ ਹੀ ਵਿਸ਼ਵਾਸ 'ਚ ਆ ਗਏ। ਧੰਨਵਾਦ ਪ੍ਰਭੂ ਦਾ। ਤੇ ਇਹ ਕਹਿੰਦੇ ਸੀ ਵੀ ਕਿ ਦਾਦੀ ਮੰਮੀ ਮੈਂ ਤੁਹਾਨੂੰ ਨਰਕ 'ਚ ਨਹੀਂ ਜਾਣ ਦੇਣਾ, ਮੈਂ ਤੁਹਾਡੇ ਵਾਸਤੇ ਪ੍ਰਾਰਥਨਾ ਕਰਦੀ ਹਾਂ। ਹਾਂਜੀ। ਯਾਨੀ ਕਿ ਮੇਰੀ ਮੰਮੀ ਨੂੰ ਵਿਸ਼ਵਾਸ 'ਚ ਲੈ ਕੇ ਆਉਣ ਵਾਲੀ ਜੋਤੀ ਹੈ। ਹਾਂਜੀ। ਜੋਤੀ ਨੇ ਪ੍ਰਾਰਥਨਾਵਾਂ ਕੀਤੀਆਂ ਹਾਂਜੀ। ਤੇ ਉਸ ਸਮੇਂ ਪਰਮੇਸ਼ਰ ਨੇ ਸਾਡੀਆਂ ਪ੍ਰਾਰਥਨਾਵਾਂ ਸੁਣੀਆਂ ਜੀ। ਜਵਾਬ ਦਿੱਤਾ। ਅੱਛਾ ਭਾਜੀ, ਹੁਣ ਤੁਹਾਡੀ ਸਾਰੀ ਫੈਮਿਲੀ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਦੀ ਹੈ? ਹਾਂਜੀ ਹਾਂਜੀ, ਮੇਰੇ ਮੰਮੀ ਵੀ ਵਿਸ਼ਵਾਸ 'ਚ ਆ ਗਏ। ਹਾਂਜੀ ਹਾਂਜੀ। ਤੇ ਫਿਰ ਸਾਨੂੰ ਮੌਕਾ ਮਿਲਿਆ ਘਰੇਲੂ ਸੰਗਤ ਸ਼ੁਰੂ ਕਰਨ ਦਾ। ਅੱਛਾ ਜੀ। ਫਿਰ ਅਸੀਂ ਆਪਣੇ ਤੌਰ ਤੇ ਪ੍ਰਭੂ ਯਿਸੂ ਮਸੀਹ ਪ੍ਰਾਰਥਨਾਵਾਂ ਸੁਣਨ ਲੱਗ ਗਏ। ਹਾਂਜੀ। ਤੇ ਅਸੀਂ ਸੋਚਦੇ ਸੀਗੇ ਪਹਿਲਾਂ ਕਿ ਕੋਈ ਖਾਸ ਬੰਦਾ ਹੁੰਦਾ ਜਿਹੜਾ ਪ੍ਰਾਰਥਨਾਵਾਂ ਕਰਦਾ। ਠੀਕ ਹੈ ਜੀ। ਪਰ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਨੇ ਆਪਣੇ ਵਚਨ 'ਚ ਕਿਹਾ ਕਿ ਮੈਂ ਤੁਹਾਨੂੰ ਅਧਿਕਾਰ ਦੇ ਕੇ ਜਾ ਰਿਹਾ,
ਤੁਸੀਂ ਬਿਮਾਰਾਂ ਲਈ ਪ੍ਰਾਰਥਨਾ ਕਰੋਗੇ, ਬਿਮਾਰ ਚੰਗੇ ਹੋ ਜਾਣਗੇ, ਹਾਂਜੀ ਤੁਹਾਡੇ ਉੱਤੇ ਕਿਸੇ ਚੀਜ਼ ਦਾ ਅਸਰ ਨਹੀਂ ਹੋਏਗਾ। ਬਾਈਬਲ ਨੂੰ ਬੜੇ ਧਿਆਨ ਨਾਲ ਪੜ੍ਹਨਾ ਸ਼ੁਰੂ ਕੀਤਾ ਹਾਂਜੀ ਤੇ ਘਰੇਲੂ ਸੰਗਤ ਦੀ ਸ਼ੁਰੂਆਤ ਕੀਤੀ ਹਾਂਜੀ ਤੇ ਅੱਜ ਅਸੀਂ ਘਰਾਂ 'ਚ ਜਾ ਕੇ ਘਰੇਲੂ ਸੰਗਤ ਕਰਦੇ ਹਾਂ। ਹਾਂਜੀ ਸਾਰਾ ਪਰਿਵਾਰ ਸਾਡਾ ਸੇਵਾ 'ਚ ਲੱਗਿਆ ਹੋਇਆ। ਹਾਂਜੀ। ਕਾਫੀ ਸੰਗਤ ਵੱਧ ਗਈ ਹੈ, ਘੱਟੋ ਘੱਟ 150-200 ਦੇ ਆਸ-ਪਾਸ ਅਸੀਂ ਸੇਵਕ ਹੈਗੇ ਆ ਸਾਡੇ ਕੋਲ। ਕਾਫੀ ਪੰਜਾਬ ਦੇ ਵਿੱਚ ਨਾਭਾ, ਸੰਗਰੂਰ, ਮਲੇਰਕੋਟਲਾ ਠੀਕ ਹੈ ਤੇ ਹੁਸ਼ਿਆਰਪੁਰ, ਫਗਵਾੜਾ, ਲੇਲਾ, ਇੱਦਾਂ ਕਾਫੀ ਜਗ੍ਹਾ ਦੇ ਉੱਤੇ ਜਾ ਕੇ ਅਸੀਂ ਸੰਗਤ ਕਰੀਦੀ ਆ। ਕਿੰਨੇ ਕੁ ਸਮੇਂ ਤੋਂ ਹੈ ਜੀ ਤੁਸੀਂ ਪ੍ਰਭੂ ਯਿਸੂ ਮਸੀਹ 'ਚ? ਹੋ ਗਏ ਜੀ 16-17 ਸਾਲ ਦੇ ਆਸ-ਪਾਸ ਹੋ ਗਏ ਹੋਣਗੇ ਹਾਂਜੀ ਤੇ ਸਾਰਾ ਪਰਿਵਾਰ। ਮੇਰਾ ਬੇਟਾ ਵੀ ਇੱਕ ਵਾਰ ਘਟਨਾ ਹੋਈ ਸਾਡੇ ਪਰਿਵਾਰ ਦੇ ਵਿੱਚ, ਉੱਥੇ ਸੰਗਤ ਕਰ ਰਹੇ ਸੀਗੇ ਸੰਗਰੂਰ ਦੇ ਵਿੱਚ, ਕੋਈ ਸਾਡੇ ਕਿਰਾਏਦਾਰ ਆਏ ਸੀਗੇ ਹਾਂਜੀ ਹਾਂਜੀ ਤੇ ਉਹਨਾਂ ਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਸੀਗਾ। ਮੈਂ ਹਾਂਜੀ। ਤਾਂ ਉਦੋਂ ਲੁਧਿਆਣੇ 'ਚ ਸੀਗਾ, ਹਾਂਜੀ ਲੇਕਿਨ ਬੇਟਾ ਮੇਰਾ ਸੰਗਰੂਰ ਦਾਦੀ ਮੰਮੀ ਕੋਲ ਰਹਿੰਦਾ ਸੀਗਾ। ਉਹਨਾਂ ਕੋਲ ਹੀ ਪੁੱਛਦੇ ਹਾਂ ਜੀ। ਹਾਂਜੀ, ਤੁਸੀਂ ਉਹਨਾਂ ਨੂੰ ਪੁੱਛੋ। ਹਾਂਜੀ ਮਨਿੰਦਰ ਜੀ। ਹਾਂਜੀ ਮੈਂ ਸੁੱਤਾ ਪਿਆ ਸੀਗਾ, ਬੈੱਡ ਉੱਤੇ ਸੁੱਤਾ ਪਿਆ ਸੀਗਾ। ਹਾਂਜੀ। 8-9 ਵਜੇ ਦਾ ਟਾਈਮ ਸੀਗਾ ਔਰ ਕੀ ਹੋਇਆ ਕਿ ਮੇਰੇ ਮੰਮੀ ਹੋਣੀ ਪ੍ਰਾਰਥਨਾ ਕਰ ਰਹੇ ਸੀ ਤੇ ਇੱਕੋਦਮ ਨਾ ਦਾਦੀ ਮੰਮੀ ਹੋਣੀ ਪ੍ਰਾਰਥਨਾ ਕਰ ਰਹੀ ਸੀ ਤੇ ਇੱਕੋਦਮ ਚੀਕਾਂ ਆਉਣ ਲੱਗ ਗਈਆਂ ਕਮਰੇ 'ਚ ਤੇ ਉਹ ਕਹਿਣ ਲੱਗੇ ਮੈਂ ਨਹੀਂ ਜਾਣਾ, ਮੈਂ ਨਹੀਂ ਜਾਣਾ, ਮੈਂ ਨਹੀਂ ਜਾਣਾ, ਹਾਂਜੀ। ਇੱਦਾਂ ਕਰਕੇ। ਤੇ ਉਹ ਕਹਿੰਦੇ ਮੈਂ ਨਹੀਂ ਜਾਣਾ, ਮੈਂ ਨਹੀਂ ਜਾਣਾ, ਇੱਦਾਂ ਇੱਦਾਂ ਕਰਕੇ ਬੋਲਣ ਲੱਗੇ। ਤੇ ਮੈਂ ਸੁੱਤਾ ਪਿਆ ਸੀਗਾ ਤੇ ਮੈਨੂੰ ਆਵਾਜ਼ਾਂ ਹੀ ਆਈ ਜਾਂਦੀ ਸੀ। ਮੈਂ ਕਿਹਾ ਇਹ ਕੀ ਹੋ ਰਿਹਾ, ਇੰਨੀਆਂ ਚੀਕਾਂ ਰੌਲਾ ਜਿਹਾ ਪੈ ਰਿਹਾ। ਤੇ ਇੱਕੋਦਮ ਦਾਦੀ ਮੰਮੀ ਭੱਜ ਕੇ ਆਈ ਕਿਉਂਕਿ ਉਹ ਹਜੇ ਵਿਸ਼ਵਾਸ 'ਚ ਨਵੇਂ ਸੀ, ਉਹ ਘਬਰਾ ਗਏ ਸੀ ਕਿ ਕੀ ਹੋ ਗਿਆ। ਹਾਂਜੀ ਹਾਂਜੀ ਤੇ ਇੱਕੋਦਮ ਮੰਮੀ ਭੱਜ ਕੇ ਆਏ ਕਿ ਦੇਖ ਉਹਨੂੰ ਕੀ ਹੋ ਗਿਆ, ਕਿਰਾਏਦਾਰ ਨੂੰ ਚੀਕਾਂ ਮਾਰ ਰਹੀ ਹੈ, ਇੱਦਾਂ ਇੱਦਾਂ ਕਰਕੇ ਹੋ ਗਿਆ, ਉਹਨੂੰ ਕੁਝ ਹੋ ਗਿਆ, ਤੂੰ ਜਾ ਕੇ ਪ੍ਰਾਰਥਨਾ ਕਰ, ਇੱਦਾਂ ਕਰਕੇ। ਤੇ ਮੈਂ ਬਾਈਬਲ ਚੱਕੀ, ਮੈਂ ਪਹਿਲਾਂ ਪ੍ਰਾਰਥਨਾ ਕੀਤੀ ਤੇ ਫਿਰ ਜਾ ਕੇ ਮੈਂ ਉਹਨਾਂ ਦੇ ਕਮਰੇ 'ਚ ਗਿਆ ਤੇ ਉਹ ਇੱਕ ਉਹਨਾਂ ਦੇ ਘਰ ਵਾਲਾ ਤੇ ਉਹਨਾਂ ਨੇ ਫੜੀ ਹੋਈ ਸੀਗੀ, ਉਹ ਬਹੁਤ ਹੱਥ ਪੈਰ ਮਾਰ ਰਹੀ ਸੀਗੀ। ਅੱਛਾ ਜੀ। ਤੇ ਕੀ ਹੋਇਆ ਕਿ ਜਦੋਂ ਮੈਂ ਨਾਲ ਹੀ ਗਿਆ, ਕਹਿੰਦੇ ਤੂੰ ਕਿਉਂ ਆ ਗਿਆ ਇੱਥੇ, ਤੂੰ ਕੀ ਕਰਨ ਆਇਆ ਇੱਥੇ? ਮੈਂ ਕਿਹਾ ਹੁਣ ਮੈਂ ਆ ਗਿਆ, ਹੁਣ ਤੈਨੂੰ ਜਾਣਾ ਪਊਗਾ। ਦੇਖ ਹੁਣ ਮੈਂ ਪ੍ਰਾਰਥਨਾ ਕਰਨ ਲੱਗਿਆ ਯਿਸੂ ਮਸੀਹ ਦੇ ਨਾਂ 'ਚ। ਹਾਂ ਤੇ ਉਹ ਹੋਰ ਜ਼ਿਆਦਾ ਚੀਕਾਂ ਮਾਰਨ ਲੱਗੀ। ਮੈਂ ਪ੍ਰਾਰਥਨਾ ਕਰਦਾ ਰਿਹਾ ਤੇ ਕਹਿੰਦੀ ਚੰਗਾ ਹੁਣ ਮੈਂ ਜਾਂਦੀ ਹਾਂ। ਹਾਂ ਤੇ ਫਿਰ ਮੈਂ ਕਿਹਾ ਇੱਦਾਂ ਨਹੀਂ ਜਾਣਾ, ਬਾਈਬਲ ਨੂੰ ਮੱਥਾ ਟੇਕ 7 ਵਾਰੀ ਤੇ ਫਿਰ ਜਾ। ਤੇ ਉਹਨੇ ਬਾਈਬਲ ਨੂੰ 7 ਵਾਰ ਮੱਥਾ ਟੇਕਿਆ ਤੇ ਨਾਲ ਦੀ ਨਾਲ ਉਹ ਇੱਕੋਦਮ ਨਾਰਮਲ ਹੋ ਕੇ, ਬੇਹੋਸ਼ ਹੋ ਕੇ ਤੇ ਉਹਨਾਂ ਦੀ ਗੋਦੀ 'ਚ ਹੀ ਲੇਟ ਗਈ। ਤੇ ਉਹਨਾਂ ਨੂੰ ਥੋੜੀ ਦੇਰ ਬਾਅਦ ਹੋਸ਼ ਆਇਆ, ਫਿਰ ਕਹਿਣ ਲੱਗੀ ਕਿ ਮੈਨੂੰ ਕੀ ਹੋਇਆ ਸੀ, ਮੈਂ ਇੱਥੇ ਕਿਉਂ, ਇੱਦਾਂ ਕਿਉਂ ਹੋਈ ਹਾਂ। ਫਿਰ ਉਹਨਾਂ ਨੇ ਉਹ ਠੀਕ ਹੋ ਗਏ ਮਤਲਬ? ਹਾਂਜੀ, ਉਹ ਬਿਲਕੁਲ ਠੀਕ ਹੋ ਗਏ। ਫਿਰ ਪ੍ਰਭੂ ਯਿਸੂ ਮਸੀਹ ਦਾ ਚਮਤਕਾਰ ਹੋਇਆ? ਹਾਂਜੀ, ਪ੍ਰਭੂ ਯਿਸੂ ਮਸੀਹ ਦਾ ਚਮਤਕਾਰ ਹੋਇਆ। ਹਾਂਜੀ। ਫਿਰ ਜਿਹੜੇ ਉਹਨਾਂ ਦੇ ਘਰ ਵਾਲੇ ਸੀਗੇ, ਉਹਨਾਂ ਨੇ ਦੱਸਿਆ ਕਿ ਤੇਰੇ ਨਾਲ ਆਇਆ, ਇੱਦਾਂ ਹੋਇਆ ਸੀ। ਤੇ ਉਹ ਵੀ ਕੀ ਹੋਇਆ ਕਿ ਵਿਸ਼ਵਾਸ 'ਚ ਆ ਗਈ। ਵਿਸ਼ਵਾਸ ਕਰਨ ਲੱਗ ਗਏ? ਹਾਂਜੀ, ਉਹ ਵੀ ਵਿਸ਼ਵਾਸ ਕਰਨ ਲੱਗ ਗਏ। ਜੀ ਮਨਿੰਦਰ, ਇਸ ਤੋਂ ਇਲਾਵਾ ਵੀ ਹੋਰ ਕਿਸੇ ਵਾਸਤੇ ਪ੍ਰਾਰਥਨਾ ਕੀਤੀ? ਹਾਂਜੀ, ਜਿਹੜੇ ਅਸੀਂ ਸੰਗਰੂਰ ਘਰ ਰਹਿੰਦੇ ਹੁੰਦੇ ਸੀ, ਉੱਥੇ ਮੇਰੀ ਦਾਦੀ ਮੰਮੀ ਨੇ ਕਿਰਾਏ ਤੇ ਕਮਰੇ ਦੇ ਰੱਖੇ ਸੀ। ਹਾਂਜੀ। ਤੇ ਉੱਥੇ ਇੱਕ ਕਿਰਾਏਦਾਰ ਨਵਾਂ ਆਇਆ, ਉਹਦੇ ਵਿੱਚ ਦੁਸ਼ਟ ਆਤਮਾ ਸੀਗੀ, ਉਹਨਾਂ ਦੀ ਵਾਈਫ 'ਚ ਸੀਗੀ। ਇੱਕ ਪਰਿਵਾਰ ਆਇਆ ਸੀਗਾ, ਉਹਨਾਂ ਦੀ ਵਾਈਫ 'ਚ ਦੁਸ਼ਟ ਆਤਮਾ ਸੀਗੀ। ਤੇ ਉਹ ਕੀ ਹੁੰਦਾ ਸੀ, ਕਦੇ ਬਾਲ ਖਿਲਾਰ ਕੇ ਬੈਠ ਜਾਂਦੀ ਸੀ ਤੇ ਕਦੇ ਹੁੰਦਾ ਸੀ ਕਿ ਉਹ ਪੇੜ ਉੱਤੇ ਚੜ ਜਾਂਦੀ ਸੀਗੀ। ਪੇੜ ਉੱਤੇ ਚੜ੍ਹਦੇ, ਫਿਰ ਅਸੀਂ ਪ੍ਰਾਰਥਨਾ ਕਰਦੇ ਸੀਗੇ ਤੇ ਮੈਂ ਤਾਂ ਸਕੂਲ ਚਲਾ ਜਾਂਦਾ ਸੀਗਾ ਤੇ ਦਾਦੀ ਮੰਮੀ ਦੱਸਦੇ ਹੁੰਦੇ ਸੀ ਤੂੰ ਨਾ ਸਕੂਲ ਜਾਇਆ ਕਰ, ਤੂੰ ਛੁੱਟੀ ਕਰ ਲਿਆ ਕਰ, ਕਦੇ ਇੱਦਾਂ ਹੁੰਦਾ ਵਾ, ਇੱਦਾਂ ਹੁੰਦਾ। ਮੈਂ ਕਿਹਾ ਮੰਮਾ ਜੀ ਮੈਨੂੰ ਕੀ ਹੁੰਦਾ, ਮੈਨੂੰ ਕੀ ਪਤਾ ਵੀ ਇੱਦਾਂ ਹੁੰਦਾ ਜਾਂ ਕਦੋਂ ਹੋਣਾ ਇੱਦਾਂ। ਤੇ ਉਹ ਕਹਿੰਦੀ ਸੀ, ਮੇਰੀ ਦਾਦੀ ਮੰਮੀ ਕਦੇ ਭਜਨ ਗਾਉਂਦੇ ਹੁੰਦੇ ਸੀ ਬੈਠੇ ਬੈਠੇ। ਉਹ ਕਹਿੰਦੀ ਹੁੰਦੀ ਸੀ ਆਂਟੀ ਜੀ, ਤੇ ਮੰਮੀ ਕਹਿੰਦੇ ਹਾਂਜੀ ਤੁਸੀਂ ਨਾ ਯਿਸੂ ਮਸੀਹ ਦੇ ਗੀਤ ਨਾ ਗਾਇਆ ਕਰੋ। ਹਾਂਜੀ ਹਾਂਜੀ। ਤੇ ਮੰਮੀ ਬਹੁਤ ਘਬਰਾਉਂਦੇ ਹੁੰਦੇ ਸੀ। ਮੰਮੀ ਕਹਿੰਦੇ ਹੁੰਦੇ ਸੀ ਅੱਛਾ ਨਹੀਂ ਗਾਉਂਦੀ, ਹੁਣ ਨਹੀਂ ਗਾਉਂਦੀ। ਤੇ ਹੌਲੀ ਹੌਲੀ ਕੀ ਹੋਇਆ ਕਿ ਅਸੀਂ ਵੀ ਉਹਨਾਂ ਦੀ ਪ੍ਰਾਰਥਨਾ ਕਰਨ ਲੱਗੇ। ਤੇ ਪਰ ਜਿਹੜਾ ਉਹਦਾ ਹਸਬੈਂਡ ਸੀਗਾ, ਉਹ ਵੀ ਉਹਦੇ ਵਿੱਚ ਸੀਗਾ, ਵਿਸ਼ਵਾਸ 'ਚ ਸੀਗਾ ਤੇ ਉਹ ਵੀ ਉਹਨਾਂ ਲਈ ਪ੍ਰਾਰਥਨਾ ਕਰਿਆ ਕਰਦਾ ਸੀਗਾ। ਤੇ ਮੇਰੇ ਪਾਪਾ ਆਏ, ਇੱਕ ਦਿਨ ਮੇਰੇ ਪਾਪਾ ਆਏ ਤੇ ਅਸੀਂ ਸਾਰਿਆਂ ਨੇ ਮਿਲ ਕੇ ਪ੍ਰਾਰਥਨਾ ਕੀਤੀ ਤੇ ਉਹ ਦੁਸ਼ਟ ਆਤਮਾ ਭੱਜ ਗਈ ਤੇ ਹੁਣ ਉਹ ਅੱਜ ਬਿਲਕੁਲ ਨਾਰਮਲ ਹੈ। ਅੱਛਾ ਜੀ। ਪ੍ਰਭੂ ਯਿਸੂ ਮਸੀਹ ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ ਵੀ ਪ੍ਰਾਰਥਨਾ ਸੁਣਦੇ ਨੇ? ਹਾਂਜੀ, ਬਿਲਕੁਲ ਸੁਣਦੇ ਆ ਜੀ। ਹਾਂਜੀ। ਤੇ ਬਾਕੀ ਭਾਜੀ, ਤੁਸੀਂ ਘਰੇਲੂ ਸੰਗਤ ਬਾਰੇ ਸਾਨੂੰ ਕੁਝ ਦੱਸਿਆ ਸੀਗਾ, ਕਿ ਸਾਨੂੰ ਘਰੇਲੂ ਸੰਗਤ ਬਾਰੇ ਤੁਸੀਂ ਵਿਸਥਾਰ ਨਾਲ ਦੱਸੋਗੇ? ਹਾਂਜੀ, ਗੱਲ ਇੱਦਾਂ ਹੈ, ਜਦੋਂ ਹੋ ਗਏ ਸੀਗੇ, ਮੈਨੂੰ ਕਾਫੀ ਸਮਾਂ ਹੋ ਗਿਆ ਸੀਗਾ ਪ੍ਰਭੂ ਯਿਸੂ ਮਸੀਹ 'ਚ ਆਏ ਨੂੰ। ਹਾਂਜੀ। ਤੇ ਅਲੱਗ-ਅਲੱਗ ਚਰਚ ਦੇ ਵਿੱਚ ਅਸੀਂ ਜਾਂਦੇ ਰਹਿੰਦੇ ਸੀਗੇ। ਅੱਛਾ ਜੀ। ਤੇ ਅਸੀਂ ਸੋਚਦੇ ਸੀਗੇ ਕਿ ਚਰਚ ਦੇ ਵਿੱਚ ਹੀ ਪਰਮੇਸ਼ਵਰ ਹੈਗਾ, ਹੈ, ਸਾਡੀ ਸੋਚ ਇਹ ਸੀਗੀ। ਹਾਂਜੀ। ਚਰਚ ਦੇ ਵਿੱਚ ਵੀ ਕਾਫੀ ਸੇਵਾ ਕੀਤੀ ਹਾਂਜੀ। ਤੇ ਜਿਸ ਵੀ ਚਰਚ ਵਿੱਚ ਗਏ, ਮੈਂ ਕਾਫੀ 3 ਚਰਚ ਦੇ ਵਿੱਚ ਮੈਂ ਰਿਹਾ। ਤੇ ਕਿਸੇ ਵਿੱਚ ਮੈਂ ਐਲਡਰ ਹੁੰਦਾ ਸੀਗਾ ਤੇ ਇੱਥੇ ਇੱਕ ਕਲੀਸੀਆ ਹੈਗੀ ਆ ਲੁਧਿਆਣੇ ਵਿੱਚ, ਹਾਂਜੀ। ਉੱਥੇ ਵੀ ਮੈਂ ਐਲਡਰ ਵੀ ਸੀਗਾ ਤੇ ਫਿਰ ਮੈਨੂੰ ਸੈਕਟਰੀ ਵੀ ਬਣਾ ਦਿੱਤਾ ਗਿਆ। ਤੇ ਫਿਰ ਵੀ ਮੈਂ ਕੋਈ ਸੰਤੁਸ਼ਟੀ ਜੀ ਨਹੀਂ ਸੀਗੀ ਵੀ ਐਤਵਾਰ ਨੂੰ ਜਾਓ ਤੇ ਮੁੜ ਕੇ ਘਰ ਨੂੰ ਆਇਓ। ਹਾਂਜੀ।
ਇੱਕ ਵੀ ਆਤਮਾ ਮੇਰੇ ਤੋਂ ਬਚੀ ਨਹੀਂ ਸੀਗੀ, ਇੱਕ ਵੀ ਆਤਮਾ ਜੋ ਹੈ ਪ੍ਰਭੂ ਯਿਸੂ ਮਸੀਹ ਦੇ ਨਾਲ ਮੈਂ ਨਹੀਂ ਜੋੜੀ ਹੈ ਨਾ। ਮੈਂ ਕੁਝ ਚਾਹ ਰਿਹਾ ਸੀਗਾ ਵੀ ਕੁਝ ਹੋਰ ਹੋਣਾ ਚਾਹੀਦਾ ਕਿ ਨਵੇਂ ਲੋਕਾਂ ਤੱਕ ਪਹੁੰਚਿਆ ਜਾਵੇ, ਕਿਉਂਕਿ ਜਦੋਂ ਬਾਈਬਲ ਨੂੰ ਅਸੀਂ ਪੜ੍ਹਦੇ ਹਾਂ ਤੇ ਪ੍ਰਭੂ ਯਿਸੂ ਮਸੀਹ ਨੇ ਉੱਥੇ ਆਖਿਆ ਕਿ ਤੁਸੀਂ ਧਰਤੀ ਦੇ ਛੋਰ ਤੱਕ ਜਾਓ। ਹੁਣ ਧਰਤੀ ਦੇ ਛੋਰ ਤੱਕ ਅਸੀਂ ਕਦੋਂ ਜਾਈਏ? ਮੈਂ ਸੋਚਦਾ ਸੀ, ਇਕੱਲਾ ਹੀ ਮੈਂ ਆਪਣੇ ਆਪ ਨਾਲ ਮੈਂ ਗੱਲਾਂ ਕਰਦਾ ਸੀ ਕਿ ਧਰਤੀ ਦੇ ਛੋਰ ਤੱਕ ਕਿਵੇਂ ਜਾਈਏ, ਸਾਡੇ ਕੋਲ ਤਾਂ ਸਮਾਂ ਹੀ ਨਹੀਂ ਹੁੰਦਾ। ਐਤਵਾਰ ਨੂੰ ਅਸੀਂ ਚਰਚ ਚਲੇ ਜਾਂਦੇ ਹਾਂ ਤੇ ਬਾਕੀ ਸਮਾਂ ਅਸੀਂ ਕੰਮ ਕਰਦੇ ਰਹਿੰਦੇ ਹਾਂ। ਤੇ ਫਿਰ ਮੇਰੇ ਇੱਕ ਦੋਸਤ ਸੀਗੇ, ਪਾਸਟਰ ਸੀਗੇ ਉਹ ਵੀ, ਤੇ ਮੈਨੂੰ ਵੀ ਆਪਣੀ ਚਰਚ ਦਾ ਅਸਿਸਟੈਂਟ ਪਾਸਟਰ ਵੀ ਬਣਾਇਆ ਗਿਆ ਸੀਗਾ। ਤੇ ਕਾਫੀ ਪਾਸਟਰ ਮੇਰੇ ਦੋਸਤ ਮਿੱਤਰ ਅੱਜ ਵੀ ਹੈਗੇ ਨੇ। ਤੇ ਉਹਨਾਂ ਦਿਨਾਂ 'ਚ ਇੱਕ ਮੇਰਾ ਦੋਸਤ ਸੀਗਾ, ਮੈਂ ਉਹਨਾਂ ਦੇ ਘਰ ਗਿਆ ਤੇ ਕਿਤਾਬਾਂ ਦਾ ਰੈਕ ਪਿਆ ਸੀਗਾ ਤੇ ਇੱਕ ਕਿਤਾਬ ਰੈਕ ਦੇ ਵਿੱਚੋਂ ਨਿਕਲ ਕੇ ਰੈਕ ਦੇ ਨੀਚੇ ਜ਼ਮੀਨ ਦੇ ਉੱਪਰ ਪਈ ਹੋਈ ਸੀਗੀ। ਅੱਛਾ ਜੀ। ਤੇ ਮੈਂ ਉਹ ਚੁੱਕੀ, ਉਹਦੇ ਉੱਤੇ ਲਿਖਿਆ ਸੀ ਮਹਾਨ ਆਦੇਸ਼ ਘਰੇਲੂ ਕਲੀਸਿਆ, ਉੱਤੇ ਲਿਖਿਆ ਸੀਗਾ। ਹਾਂਜੀ। ਮੈਂ ਉਹਨੂੰ ਖੋਲ ਕੇ ਪੜ੍ਹਿਆ, ਮੈਂ ਕਿਹਾ ਇਹ ਕੀ ਹੈ। ਜਦੋਂ ਮੈਂ ਉਹਨੂੰ ਖੋਲ ਕੇ ਪੜ੍ਹਿਆ, ਉਹ 'ਚ ਲਿਖਿਆ ਗਿਆ ਤੁਸੀਂ ਧਰਤੀ ਦੇ ਛੋਰ ਤੱਕ ਜਾਓ, ਤੁਹਾਨੂੰ ਪਰਮੇਸ਼ਵਰ ਨੇ ਰਾਜਾ ਬਣਾਇਆ ਹੈ ਤੇ ਤੁਹਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ। ਇੱਦਾਂ ਦੀਆਂ ਗੱਲਾਂ ਮਤਲਬ ਕਾਫੀ ਉਹਦੇ 'ਚ ਸੀਗੀਆਂ। ਤੇ ਇਹ ਮਤਲਬ ਉਹਨਾਂ ਅੱਜ ਤੋਂ 4-5 ਸਾਲ ਪਹਿਲਾਂ ਦੀ ਗੱਲ ਹੈਗੀ ਇਹ। ਤੇ ਮੈਂ ਉਸ ਕਿਤਾਬ ਨੂੰ ਪੜ੍ਹ ਕੇ ਮੈਂ ਜਿਸ ਲਈ ਪ੍ਰਾਰਥਨਾ ਕਰਿਆ ਕਰਾਂ ਤੇ ਮੈਨੂੰ ਇੱਕ ਹੌਸਲਾ ਜਿਹਾ ਯਾਨੀ ਕਿ ਆ ਗਿਆ। ਪ੍ਰਾਰਥਨਾ ਤਾਂ ਯਾਨੀ ਕਿ ਪਹਿਲਾਂ ਵੀ ਕੀਤੀਆਂ, ਪਰਮੇਸ਼ਵਰ ਨੇ ਪਹਿਲਾਂ ਸੁਣੀਆਂ, ਪਰ ਇੱਕ ਮਨ 'ਚ ਇੱਕ ਕਹਿੰਦੇ ਹਿੰਮਤ ਉਹ ਨਹੀਂ ਸੀਗਾ। ਤੇ ਅਸੀਂ ਇੱਥੇ ਲੁਧਿਆਣੇ 'ਚ ਨਿਰਮਲ ਨਗਰ 'ਚ ਰਹਿੰਦੇ ਸੀਗੇ, ਸਾਡੇ ਨਾਲ ਹੀ ਇੱਕ ਭੈਣ ਸੀਗੀ। ਤੇ ਮੈਂ ਉਹਨਾਂ ਦਿਨਾਂ 'ਚ ਮੈਂ ਕੋਰਟ ਗਿਆ ਹੋਇਆ ਸੀਗਾ ਤੇ ਮੈਂ ਆਪਣੇ ਘਰਦਿਆਂ ਨੂੰ ਕਿਹਾ ਵੀ ਤੁਸੀਂ ਮਿਲ ਜੁਲ ਕੇ ਬੈਠ ਕੇ ਪ੍ਰਾਰਥਨਾ ਕਰਿਆ ਕਰੋ। ਘਰ ਦੇ ਵਿੱਚ ਬੈਠ ਕੇ ਕਾਫੀ ਹੈਗੇ ਆ, 3-4 ਜਣੇ ਤੁਸੀਂ ਹੋ ਜਾਂਦੇ ਹੋ, ਭੈਣਾਂ ਬੈਠ ਕੇ ਪ੍ਰਾਰਥਨਾ ਕਰਿਆ ਕਰੋ। ਤੇ ਇਹਨਾਂ ਨੇ ਪ੍ਰਾਰਥਨਾ ਸ਼ੁਰੂ ਕਰ ਦਿੱਤੀ। ਸਾਡੇ ਨਾਲ ਇੱਕ ਭੈਣ ਸ਼ਸ਼ੀ ਰਹਿੰਦੇ ਆ ਤੇ ਉਹਨਾਂ ਨੂੰ ਬੜਾ ਡਾਕਟਰਾਂ ਨੂੰ ਦਿਖਾਇਆ, ਬੜੇ ਸਿਆਣਿਆਂ ਕੋਲ ਗਏ, ਧਾਗੇ ਤਵੀਤ ਕਰਾਏ, ਸਿਆਣਿਆਂ ਨੇ ਕੁੱਟ ਕੇ ਬੁਰਾ ਹਾਲ ਕਰਤਾ ਉਹਦਾ। ਤੇ ਅਸੀਂ ਉਹਨਾਂ ਦਿਨਾਂ 'ਚ ਨਵੇਂ ਉਸ ਮਕਾਨ 'ਚ ਗਏ ਸੀਗੇ ਰਹਿਣ ਵਾਸਤੇ, ਕਿਰਾਏ ਤੇ ਗਏ ਸੀਗੇ। ਤੇ ਅਸੀਂ ਉਸ ਭੈਣ ਨੂੰ ਕਿਹਾ ਵੀ ਭੈਣ ਤੂੰ ਬਹੁਤ ਇਲਾਜ ਕਰਾ ਲਿਆ, ਜੇ ਅਸੀਂ ਤੁਹਾਨੂੰ ਕੁਝ ਦੱਸੀਏ ਵੀ ਤੁਸੀਂ ਮੰਨੋਗੇ? ਉਹ ਕਹਿੰਦੇ ਜੀ ਕੀ ਜੀ? ਅਸੀਂ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਬਾਰੇ ਦੱਸਿਆ ਵੀ ਤੁਸੀਂ ਪ੍ਰਭੂ ਯਿਸੂ ਮਸੀਹ 'ਤੇ ਵਿਸ਼ਵਾਸ ਕਰੋ ਹਾਂਜੀ ਤੇ ਤੁਸੀਂ ਠੀਕ ਹੋ ਜਾਓਗੇ। ਤੇ ਉਸ ਭੈਣ ਦੀ ਸਮੱਸਿਆ ਸੀ, ਉਹਨੂੰ ਖਾਂਸੀ ਬੜੀ ਆਉਂਦੀ ਸੀ, ਖਾਂਸੀ ਦੇ ਨਾਲ ਖੂਨ ਆਉਂਦਾ ਸੀਗਾ, ਰੇਸ਼ਾ ਆਉਂਦਾ ਸੀਗਾ। ਤੇ ਮੰਗਲਵਾਰ ਤੇ ਵੀਰਵਾਰ ਨੂੰ ਤਾਂ ਉਹਨਾਂ ਦੇ ਆਣਾ ਹੀ ਆਣਾ, ਮੰਗਲਵਾਰ ਤੇ ਸ਼ਨੀਵਾਰ ਨੂੰ, ਮੰਗਲਵਾਰ ਵੀਰਵਾਰ ਸ਼ਨੀਵਾਰ, ਹਾਂ ਇਸ ਤਰ੍ਹਾਂ ਆਉਂਦਾ ਸੀਗਾ। ਤੇ ਇਹਨਾਂ ਨੇ ਪ੍ਰਾਰਥਨਾ ਸ਼ੁਰੂ ਕਰਤੀ ਹੈ ਨਾ। ਤੇ ਬਾਕੀ ਕੀ ਕਿਸ ਤਰ੍ਹਾਂ ਜੀ ਕਿਵੇਂ? ਅਸੀਂ ਭਾਜੀ ਵਰਤ ਪ੍ਰਾਰਥਨਾ ਰੱਖੀ ਹੋਈ ਸੀ ਤੇ 2 ਭੈਣਾਂ ਹੋਰ ਸੀ, ਮੈਂ ਉਹਨਾਂ ਨੂੰ ਪ੍ਰਭੂ ਬਾਰੇ ਦੱਸਿਆ ਤੇ ਸਾਡੇ ਨਾਲ ਉਹ ਵੀ ਚਰਚ ਜਾਂਦੇ ਹੁੰਦੇ ਸੀ। ਤੇ ਅਸੀਂ ਨਾ ਘਰੇ ਬੈਠੇ ਪ੍ਰਾਰਥਨਾ ਕਰ ਰਹੇ ਸੀ। ਅੱਛਾ, ਉਹ ਭੈਣ ਨਾ 11 ਸਾਲਾਂ ਤੋਂ ਬਿਮਾਰ ਸੀ। ਸ਼ਸ਼ੀ ਨਾਮ ਸੀ ਉਹਦਾ। 11 ਸਾਲਾਂ ਤੋਂ ਬਿਮਾਰ ਸੀ, ਬਹੁਤ ਪਰੇਸ਼ਾਨ ਸੀ, ਬਿਲਕੁਲ ਹੀ ਮੰਜੇ ਦੇ ਨਾਲ ਲੱਗੀ ਹੋਈ ਸੀ, ਦੁਬਲੀ ਜੀ, ਪਤਲੀ ਜੀ ਬਿਲਕੁਲ। ਅਸੀਂ ਉਹਨੂੰ ਪ੍ਰਭੂ ਬਾਰੇ ਦੱਸਿਆ ਵੀ ਪ੍ਰਭੂ ਯਿਸੂ ਮਸੀਹ ਮੁਕਤੀ ਦਾਤਾ ਹੈ, ਉਹ ਸਾਡੇ ਪਾਪਾਂ ਨੂੰ ਮਾਫ ਕਰਦਾ ਹੈ, ਛੁਟਕਾਰਾ ਦਿੰਦਾ ਹੈ ਪ੍ਰਭੂ ਯਿਸੂ ਮਸੀਹ, ਤੁਸੀਂ ਵਿਸ਼ਵਾਸ ਕਰਕੇ ਦੇਖੋ ਇੱਕ ਵਾਰੀ। ਉਹ ਥੱਕੇ ਹੋਏ ਸੀ, ਹਾਰੇ ਹੋਏ ਸੀ। ਭੈਣ ਕਹਿੰਦੀ ਠੀਕ ਆ, ਕਹਿੰਦੀ ਮੈਂ ਬਹੁਤ ਜਗ੍ਹਾ ਤੇ ਗਈ ਹੋਈ ਹਾਂ, ਚਲੋ ਵਿਸ਼ਵਾਸ ਕਰ ਲੈਣੀ ਆ। ਅਸੀਂ ਪ੍ਰਾਰਥਨਾ ਕਰ ਰਹੇ ਸੀ ਬੈਠ ਕੇ, ਇੱਕ ਭੈਣ ਹੋਰ ਸੀ ਮੇਰੇ ਨਾਲ, ਅਸੀਂ ਬੈੱਡ ਤੇ ਇੱਦਾਂ ਬੈਠੇ ਪ੍ਰਾਰਥਨਾ ਕਰ ਰਹੇ ਸੀ, ਸਰਦੀ ਦਾ ਮੌਸਮ ਤੇ ਪ੍ਰਾਰਥਨਾ ਚੱਲ ਰਹੀ ਤੇ ਉਹ ਭੈਣ ਨਾ ਉੱਚੀ ਚਲਾਉਣ ਲੱਗ ਗਈ, ਚੀਕਾਂ ਮਾਰਨ ਲੱਗ ਗਈ। ਤੇ ਮੈਂ ਇੱਕੋ ਦਮ ਘਬਰਾ ਗਈ। ਮੈਂ ਕਿਹਾ ਪ੍ਰਭੂ ਜੀ ਮੈਂ ਕੀ ਕਰਾਂ? ਇੱਕੋ ਦਮ ਮੇਰੇ ਅੰਦਰ ਆਵਾਜ਼ ਆਈ, ਤੂੰ ਪ੍ਰਾਰਥਨਾ ਕਰ। ਪਰਮੇਸ਼ਰ ਨੇ ਕਿਹਾ ਮੈਂ ਤੁਹਾਨੂੰ ਮੇਰੇ ਤੋਂ ਵੀ ਵੱਡੇ ਕੰਮ ਕਰੋਗੇ, ਮੈਂ ਤੁਹਾਨੂੰ ਅਧਿਕਾਰ ਦਿੰਦਾ ਹੈ। ਉਹ ਬਚਨ ਨੇ ਮੇਰੇ ਦਿਲ ਦੇ ਵਿੱਚ ਘਰ ਜਾ ਕੇ ਮੈਂ ਬਚਨ ਨੂੰ ਪੜ੍ਹਿਆ ਤੇ ਸੁਣਿਆ। ਮੈਂ ਕਿਹਾ ਚਲੋ ਅਸੀਂ ਪ੍ਰਾਰਥਨਾ ਕਰ ਦਿੰਦੇ ਹਾਂ। ਮੈਂ ਜਦੋਂ ਭੈਣ ਦੇ ਲਈ ਪ੍ਰਾਰਥਨਾ ਕਰੀ, ਉਹ ਭੈਣ ਚਲਾਈ ਔਰ ਠੀਕ ਹੋ ਗਈ। ਉਹ ਕਹਿੰਦੀ ਮੈਂ ਹੁਣ ਬਿਲਕੁਲ ਠੀਕ ਹਾਂ। ਉਹ ਭੈਣ ਵਿੱਚ ਥੋੜਾ ਫਰਕ ਪੈਣਾ ਸ਼ੁਰੂ ਹੋ ਗਿਆ, ਠੀਕ ਹੋਣਾ ਹੋ ਗਈ। ਬਿਲਕੁਲ ਵਿਸ਼ਵਾਸ ਦੇ ਵਿੱਚ ਨੇ। ਉਸ ਸਮੇਂ ਮੈਂ ਸੋਚਿਆ ਪ੍ਰਭੂ ਨੇ ਕਿਹਾ ਜਿੱਥੇ 2 ਜਾਂ 3 ਮੇਰੇ ਨਾਮ ਵਿੱਚ ਇਕੱਠੇ ਹੋਣਗੇ ਮੈਂ ਉੱਥੇ ਹਾਜ਼ਰ ਹਾਂ। ਸਾਡਾ ਵਿਸ਼ਵਾਸ ਹੋਰ ਵੀ, ਮੈਂ ਕਿਹਾ ਪ੍ਰਭੂ ਜੀ ਤੁਸੀਂ ਤਾਂ ਵਾਕਈ ਇੱਥੇ ਹਾਜ਼ਰ ਸੀ, ਸਾਡੇ ਵਿੱਚ ਤੁਸੀਂ, ਕਿਉਂ ਸਾਡੀ ਪਹਿਲਾਂ ਸੋਚ ਕੀ ਹੁੰਦੀ ਸੀ ਜੇ ਮਾੜਾ ਕੋਈ ਬਿਮਾਰ ਹੋਣਾ ਅਸੀਂ ਚਰਚ ਲੈ ਜਾਣਾ, ਪਾਸਟਰ ਜੀ ਕੋਲ ਵੀ ਉਹੀ ਪ੍ਰਾਰਥਨਾ ਕਰਨਗੇ, ਸਾਨੂੰ ਡਰ ਲੱਗਦਾ ਹੁੰਦਾ ਸੀ ਦੁਸ਼ਟ ਆਤਮਾ ਤੋਂ। ਪਰ ਪ੍ਰਭੂ ਕਹਿੰਦਾ ਮੈਂ ਤੁਹਾਨੂੰ ਦਲੇਰੀ ਦਾ ਆਤਮਾ ਦਿੰਦਾ ਹੈ ਨਾ, ਡਰਨਾ ਨਹੀਂ, ਜਦ ਮੈਂ ਤੁਹਾਡੇ ਨਾਲ ਹਾਂ। ਵਚਨ 'ਚ ਲਿਖਿਆ ਨਾ, ਵਚਨ 'ਚ ਲਿਖਿਆ ਕਿ ਕੋਈ ਵੀ ਸ਼ਕਤੀ ਤੁਹਾਡਾ ਕੁਝ ਵਿਗਾੜ ਨਹੀਂ ਸਕਦੀ ਹੈ ਨਾ।
ਮੈਂ ਤੁਹਾਨੂੰ ਸੱਪਾਂ ਨੂੰ ਲਤਾੜਨ ਦਾ ਅਧਿਕਾਰ ਦਿੱਤਾ, ਬਿੱਛੂਆਂ ਨੂੰ ਰੋਂਦਣ ਦਾ ਅਧਿਕਾਰ ਦਿੱਤਾ। ਮੈਂ ਮੇਰੇ ਪਤੀ ਨੂੰ ਹੈ ਨਾ? ਫੋਨ ਕਰਿਆ ਉਸੇ ਸਮੇਂ। ਹਾਂ। ਮੈਂ ਕਿਹਾ ਜੀ ਇਹ ਭੈਣ ਸ਼ਸ਼ੀ ਇਦਾਂ ਹੋ ਗਈ ਹੈ। ਇਹ ਕਹਿੰਦਾ ਤੁਸੀਂ ਪ੍ਰਾਰਥਨਾ ਕਰੋ, ਪ੍ਰਭੂ ਨੇ ਤੁਹਾਨੂੰ ਵੀ ਤਾਂ ਅਧਿਕਾਰ ਦਿੱਤਾ ਹੈ। ਤੇ ਮੈਂ ਪ੍ਰਾਰਥਨਾ ਕਰਤੀ, ਦੂਸਰੀ ਭੈਣ ਵੀ ਧੰਨਵਾਦ ਹਾਲੇਲੂਇਆ ਕਰਨ ਲੱਗੀ। ਖੂਨ ਦੀ ਜੈ, ਖੂਨ ਕੰਮ ਤਾਂ ਖੂਨ ਨੇ ਕਰਨਾ ਸੀ, ਪ੍ਰਭੂ ਯਿਸੂ ਮਸੀਹ ਦੇ ਨਾਮ ਨੇ ਕਰਨਾ ਸੀ। ਅਸੀਂ ਪ੍ਰਾਰਥਨਾ ਕਰੀ, ਉਹ ਭੈਣ ਬਿਲਕੁਲ ਠੀਕ ਹੋ ਗਈ। ਸਾਨੂੰ ਬੜੀ ਸ਼ਕਤੀ ਜੀ ਮਿਲੀ ਅੰਦਰ। ਕਾਫੀ ਕੁਝ ਨਿਕਲਿਆ ਉਸ ਭੈਣ ਦੇ ਵਿੱਚ। ਬਾਕੀ ਜਦ ਉਸ ਭੈਣ ਵਾਸਤੇ ਅਸੀਂ ਪ੍ਰਾਰਥਨਾਵਾਂ ਕਰਦੇ ਉਹ ਚ ਭਾਜੀ ਬਹੁਤ ਚੀਜ਼ਾਂ ਨਿਕਲੀਆਂ ਉਹਦੇ ਚੋਂ, ਅਸੀਂ ਗਿਣਤੀ ਨਹੀਂ ਕਰ ਸਕਦੇ ਕਿ ਉਹਦੇ ਵਿੱਚ ਕੀ ਕੁਛ ਸੀ। ਜਿਨ੍ਹਾਂ ਨੂੰ ਪੂਜਦੇ ਸੀ ਉਹੀ ਸਭ ਕੁਝ ਉਹਨੇ ਚੋਂ ਨਿਕਲਿਆ। ਮੱਥਾ ਟੇਕ ਕੇ ਗਏ ਔਰ ਦੁਬਾਰਾ ਨਹੀਂ ਉਹ ਆਈ। ਕੋਈ ਕੁਝ ਮੰਗਦਾ ਸੀ, ਕੋਈ ਕਹਿੰਦਾ ਸੀ ਮੇਰੀ ਚਾਦਰ ਦਿਓ, ਕੋਈ ਕਹਿੰਦਾ ਸੀ ਮੈਨੂੰ ਪੈਸੇ ਦਿਓ, ਬੱਕਰੇ ਦਿਓ, ਬੱਲੀਆਂ, ਇਹ ਉਹ ਬਹੁਤ ਕੁਝ, ਯਾਨੀ ਕਿ ਉਹ ਉਹਦੇ ਚ ਜੋ ਵੀ ਸੀਗਾ। ਜਦੋਂ ਵੀ ਅਸੀਂ ਪ੍ਰਾਰਥਨਾ ਕਰਦੇ ਸੀ ਕੋਈ ਨਵੀਂ ਚੀਜ਼ ਉਹਦੇ ਵਿੱਚ ਹੁੰਦੀ ਸੀ। ਅਸੀਂ ਫਿਰ ਹਰ ਰੋਜ਼ ਪ੍ਰਾਰਥਨਾ ਕਰਨ ਲੱਗੇ। ਪਹਿਲਾਂ ਅਸੀਂ ਐਤਵਾਰ ਪ੍ਰਾਰਥਨਾ ਕਰਦੇ ਹੁੰਦੇ ਸੀ ਵੀ 2 ਘੰਟੇ ਪ੍ਰਭੂ ਯਿਸੂ ਮਸੀਹ ਪਤਾ ਨਹੀਂ ਸੁਣਦਾ। ਫਿਰ ਅਸੀਂ ਹਰ ਰੋਜ਼ ਹੀ ਪ੍ਰਾਰਥਨਾ ਕਰਨ ਲੱਗੇ। ਫਿਰ ਉੱਥੋਂ ਅਸੀਂ ਘਰੇਲੂ ਸੰਗਤ ਸਮਝ ਲਓ, ਸ਼ਾਮ ਨੂੰ ਅਸੀਂ 9 ਵਜੇ ਬੈਠਦੇ, 10-11 ਵਜੇ ਤੱਕ ਸਾਨੂੰ 12-1 ਵੀ ਵੱਜ ਜਾਂਦਾ। ਪ੍ਰਾਰਥਨਾ ਕਰਦੇ ਸੀ। 2-3 ਘਰ ਹੋ ਗਏ ਉੱਥੇ, 2-3 ਘਰ ਨੇ ਵਿਸ਼ਵਾਸ ਕੀਤਾ, ਲੋਕ ਚੰਗੇ ਹੋਣੇ ਸ਼ੁਰੂ ਹੋ ਲੋਕ ਗਏ। ਚੰਗੇ ਹੋਣੇ ਸ਼ੁਰੂ ਹੋ ਗਏ। ਅਸੀਂ ਕਿਹਾ ਪਰਮੇਸ਼ਰ ਸਾਡੇ ਨਾਲ ਆ। ਪ੍ਰਭੂ ਮਤਲਬ ਜਿੱਥੇ ਕਿ 2 ਜਾਂ 3 ਤੁਸੀਂ ਮੇਰੇ ਦੂਸਰਿਆਂ ਨਾਮ ਲਈ ਵੀ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ। ਜੀ। ਪ੍ਰਭੂ ਕਹਿੰਦਾ ਜਿੱਥੇ 2 ਜਾਂ 3 ਮੇਰੇ ਨਾਮ ਵਿੱਚ ਇਕੱਠੇ ਹੋਣਗੇ ਉੱਥੇ ਮੈਂ ਹਾਜ਼ਰ ਹਾਂ। ਕੀ ਉਹ ਭੈਣ ਜੀ ਚੰਗੇ ਹੋ ਗਏ? ਬਿਲਕੁਲ ਚੰਗੇ। ਉਹ ਭੈਣ ਜੀ ਚੰਗੇ ਹੋ ਗਏ ਪੂਰਾ ਜੀ। ਵਿਸ਼ਵਾਸ ਆ ਉਹਨਾਂ ਦੇ ਪਰਿਵਾਰ ਦੇ ਵਿੱਚ, ਪੂਰੇ ਉਹਨਾਂ ਦਾ ਪਤੀ ਵੀ ਵਿਸ਼ਵਾਸ ਚ ਆ ਗਿਆ। ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਕਾਫੀ ਕੇਸ ਸਾਡੇ ਜੀਵਨ ਦੇ ਵਿੱਚ ਆਏ, ਦੁਸ਼ਟ ਆਤਮਾਵਾਂ ਦੇ, ਬਿਮਾਰੀਆਂ ਦੇ, ਅਲੱਗ-ਅਲੱਗ। ਬਹੁਤ ਸਾਰਿਆਂ ਨੇ ਵਿਸ਼ਵਾਸ ਕੀਤਾ। ਬਹੁਤ ਸਾਰਿਆਂ ਨੇ ਵਿਸ਼ਵਾਸ ਕੀਤਾ। ਇੱਕ ਹਾਂਜੀ। ਭੈਣ ਇੱਕ ਕਾਫੀ ਵੱਡਾ ਕੇਸ ਸੀਗਾ, ਮਰਨ ਕਿਨਾਰੇ ਸੀ, ਟੀਵੀ ਹੋ ਗਈ ਸੀ ਉਹਨੂੰ। ਹਾਂਜੀ। ਰਮਿੰਦਰ ਕੌਰ ਉਹਦਾ ਨਾਮ ਹੈ। ਅੱਛਾ ਜੀ। ਭਾਮੀਆਂ ਚ ਰਹਿੰਦੇ ਨੇ, ਕਾਫੀ ਬਜ਼ੁਰਗ। ਅਸੀਂ ਉਹ ਵੀ ਸਾਡੇ ਘਰੇਲੂ ਸੰਗਤ ਦਾ ਪਹਿਲਾ ਹਿੱਸਾ ਸੀ। ਆਂਟੀ ਜੀ ਕਹਿੰਦੇ ਆ, ਸ਼ੁਰੂਆਤ ਦੇ ਵਿੱਚ ਹਾਂਜੀ। ਸੰਗਤ ਦੇ ਵਿੱਚ ਜੁੜੇ ਹੋ, ਤੇ ਇੱਕ ਚਮਤਕਾਰ ਸੀਗਾ ਪਹਿਲੇ ਦਿਨਾਂ ਦਾ। ਤੇ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ ਉਹਨੂੰ, CMC, DMC, ਅਪੋਲੋ, ਤੇ ਅਖੀਰ ਦੇ ਵਿੱਚ PGI ਉਹਨਾਂ ਨੇ ਵੀ ਜਵਾਬ ਦੇ ਦਿੱਤਾ। ਪਰ ਅਖੀਰ ਦੇ ਵਿੱਚ ਸੀਗਾ ਉਹਨੂੰ ਦੁਸ਼ਟ ਆਤਮਾ ਚੱਕਰ ਸੀਗਾ। 35 ਸਾਲਾਂ ਤੋਂ ਦੁਸ਼ਟ ਆਤਮਾ ਉਹਨਾਂ ਦੇ ਘਰ ਵਿੱਚ ਬੈਠਾ ਹੋਇਆ ਸੀਗਾ। ਤੇ ਮੈਂ ਤੇ ਮੇਰੀ ਵਾਈਫ, ਇੱਕ ਦੋ ਭਰਾ ਸਾਡੇ ਨਾਲ ਹੋਰ ਸੀਗੇ। ਅਸੀਂ ਗਏ, ਉਹਨਾਂ ਦੇ ਲਈ ਪ੍ਰਾਰਥਨਾਵਾਂ ਕੀਤੀਆਂ। ਤੇ ਸ਼ਾਮੀ 7 ਵਜੇ ਅਸੀਂ ਲੱਗੇ ਸੀਗੇ, ਤੇ 12-1 ਵਜੇ ਸਾਨੂੰ ਵੱਜ ਗਿਆ ਸੀਗਾ। ਤੇ ਅਖੀਰ ਨੂੰ ਦੁਸ਼ਟ ਆਤਮਾ ਨੂੰ ਭੱਜਣਾ ਪਿਆ। ਤੇ ਇਸ ਤਰ੍ਹਾਂ ਉਹ ਦਲੇਰੀ ਆਂਦੀ ਗਈ। ਹੁਣ ਸਾਡੇ ਨਾਲ ਬਹੁਤ ਸਾਰੇ ਭਾਈ ਭੈਣ ਕੰਮ ਕਰਦੇ ਨੇ, ਅਲੱਗ-ਅਲੱਗ ਜਗ੍ਹਾਵਾਂ ਤੇ ਜਾਂਦੇ ਨੇ। ਔਰ ਪ੍ਰਾਰਥਨਾ ਕਰਨ ਦੇ ਨਾਲ ਉਹ ਵੀ ਭੈਣ ਜੀ ਠੀਕ ਹੋ ਗਏ। ਹਾਂਜੀ, ਉਹ ਬਿਲਕੁਲ ਠੀਕ ਹੈ ਜੀ। ਪੂਰਾ ਪਰਿਵਾਰ ਠੀਕ ਮਸੀਹ ਦੇ ਹੈ। ਵਿੱਚ ਹੈ ਜੀ। ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਦਾ ਹੈ ਅੱਜ ਪੂਰਾ ਪਰਿਵਾਰ ਉਹਨਾਂ ਦਾ। ਸੇਵਾ ਵੀ ਕਰਦੇ ਨੇ ਉਹ ਪ੍ਰਭੂ ਯਿਸੂ ਮਸੀਹ ਦੀ। ਹਾਂਜੀ ਹਾਂਜੀ। ਉਹਨਾਂ ਦੇ ਬੇਟੇ ਨੂੰ ਅਸੀਂ ਆਗੂ ਬਣਾਇਆ, ਕਿ ਯਾਨੀ ਕਿ ਪਾਸਟਰ ਬਣਾਇਆ, ਇੱਦਾਂ ਕਹਿ ਲਓ। ਹਾਂਜੀ। ਉਹ ਵੀ ਯਾਨੀ ਕਿ ਆਪਣੇ ਏਰੀਆ ਦੇ ਵਿੱਚ ਸੰਗਤੀ ਕਰਦੇ ਨੇ। ਤੇ ਅਲੱਗ-ਅਲੱਗ ਏਰੀਆ ਦੇ ਵਿੱਚ ਸਾਡੀ ਸੰਗਤੀ ਚੱਲਦੀ ਹੈ। ਐਤਵਾਰ ਨੂੰ ਯਾਨੀ ਕਿ ਸਾਡੀਆਂ 5-6 ਜਗ੍ਹਾਵਾਂ ਦੇ ਉੱਤੇ ਸੰਗਤੀਆਂ ਹੁੰਦੀਆਂ ਨੇ, ਕਿਉਂਕਿ ਮੈਂ ਹੁਣ ਇਕੱਲਾ ਹਰੇਕ ਜਗ੍ਹਾ ਤੇ ਨਹੀਂ ਜਾ ਸਕਦਾ। ਹਾਂਜੀ। ਤੇ ਜਿਸ ਤਰ੍ਹਾਂ ਮਤਲਬ ਪੌਲਸ ਜਾਂਦਾ ਸੀ, ਇੱਕ ਆਗੂ ਨੂੰ ਉੱਥੇ ਸਥਾਪਿਤ ਕਰਕੇ ਆ ਜਾਂਦੇ ਸੀਗੇ, ਕਲੀਸਿਆ ਇੱਦਾਂ ਚੱਲਦੀ ਸੀ। ਮਤਲਬ ਉਸ ਤਰ੍ਹਾਂ ਹੀ ਜੋ ਬਾਈਬਲ ਦੇ ਵਿੱਚ ਜੋ ਲਿਖਿਆ ਉਹ ਸੇਵਕਾ ਹੀ ਤੇ ਅਸੀਂ ਹਰ ਚੱਲ ਰਹੀ ਰੋਜ਼ ਹੈ। ਸੇਵਾ ਕਰਦੇ ਹਾਂ ਪ੍ਰਭੂ ਦੀ, ਹਰ ਰੋਜ਼। ਕਿਸੇ ਇੱਕ ਜਗ੍ਹਾ ਤੇ ਜਾ ਕੇ ਅਸੀਂ ਕੁਝ ਦਿਨ ਚਲਾਉਂਦੇ ਹਾਂ, ਤੇ ਉੱਥੇ ਪਰਮੇਸ਼ਵਰ ਦੀ ਅਗਵਾਈ ਦੇ ਵਿੱਚ ਹੋ ਕੇ, ਜੋ ਪਰਮੇਸ਼ਵਰ ਦਾ ਆਤਮਾ ਸਾਨੂੰ ਅਗਵਾਈ ਕਰਦਾ, ਉਸ ਜਗ੍ਹਾ ਦੇ ਉੱਤੇ ਅਸੀਂ ਆਗੂ ਠਹਿਰਾ ਕੇ ਫਿਰ ਉਹ ਸੰਗਤੀ ਚਲਾਉਂਦੇ ਨੇ। ਬਾਅਦ ਦੇ ਵਿੱਚ ਲੋਕਾਂ ਦੇ ਫੋਨ ਵਗੈਰਾ ਆਉਂਦੇ ਰਹਿੰਦੇ ਨੇ, ਫੋਨ ਦੇ ਉੱਤੇ ਸਾਡੀ ਟ੍ਰੇਨਿੰਗ ਵਗੈਰਾ ਚੱਲਦੀ ਰਹਿੰਦੀ ਆ। ਲੋਕੀ ਪੁੱਛਦੇ ਰਹਿੰਦੇ ਨੇ, ਭਾਜੀ ਕਿਸ ਤਰ੍ਹਾਂ। ਹਾਂਜੀ। ਜਿੰਨਾ ਕੁ ਹੁੰਦਾ ਸਾਨੂੰ ਗਿਆਨ ਹੈ ਉਹਨਾਂ ਕੁ ਅਸੀਂ ਦੱਸ ਦਈਦਾ। ਤੇ ਸਾਡੇ ਨਾਲ ਹੋਰ ਸੀਨੀਅਰ ਭਾਈ ਹੈਗੇ ਨੇ ਕਈ, ਉਹਨਾਂ ਨੂੰ ਪੁੱਛ ਲਈਦਾ। ਵਚਨ ਦੇ ਉੱਤੇ ਡਿਸਕਸ ਚੱਲਦੀ ਰਹਿੰਦੀ ਹੈ, ਬਾਈਬਲ ਸਟੱਡੀ ਚੱਲਦੀ ਰਹਿੰਦੀ ਹੈ। ਹਾਂਜੀ। ਤੇ ਇਸ ਤਰ੍ਹਾਂ ਮਤਲਬ ਸੰਗਤ ਕਾਫੀ ਵੱਧ ਗਈ ਆ। ਤੇ 150-200 ਦੇ ਆਸ-ਪਾਸ ਲੋਕੀ ਇਸ ਤਰ੍ਹਾਂ ਤੁਸੀਂ ਪ੍ਰਭੂ ਯਿਸੂ ਮਸੀਹ ਸੇਵਾ ਕਰ ਰਹੇ ਹੋ ਜੀ। ਸੇਵਾ ਕਰ ਰਹੇ ਜੀ, ਅਲੱਗ-ਅਲੱਗ ਜਗ੍ਹਾ ਦੇ ਉੱਤੇ। ਹਾਂਜੀ। ਅਸੀਂ ਕਿਸੇ ਨੂੰ ਵੀ ਭਾਜੀ ਆਪਣੇ ਨਾਲ ਨਹੀਂ ਜੋੜਿਆ ਹੋਇਆ, ਅਸੀਂ ਸਿਰਫ ਪ੍ਰਭੂ ਯਿਸੂ ਮਸੀਹ ਦੇ ਨਾਲ ਜੋੜਨਾ। ਹਾਂਜੀ ਹਾਂਜੀ। ਪ੍ਰਭੂ ਦੀ ਖੁਸ਼ਖਬਰੀ ਦਾ ਪ੍ਰਚਾਰ ਸਾਰੇ ਸੰਸਾਰ ਦੇ ਵਿੱਚ ਕਰਨਾ। ਹਾਂਜੀ। ਅਸੀਂ ਕਿਸੇ ਨੂੰ ਆਪਣੇ ਨਾਲ ਨਹੀਂ ਜੋੜਿਆ ਕਿ ਵੀ ਸਾਡੇ ਕੋਲ ਹੀ ਆਓ। ਅਸੀਂ ਸਿਰਫ ਇਹ ਕਹਿੰਦੇ ਹਾਂ ਪ੍ਰਭੂ ਯਿਸੂ ਮਸੀਹ ਸਾਡੇ ਗੁਨਾਹਾਂ ਦੇ ਲਈ ਮਾਰਿਆ ਗਿਆ, ਕੁੱਟਿਆ ਗਿਆ, ਉਹਨੇ ਕੋੜੇ ਖਾਦੇ, ਉਹ ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਿਆ। ਤੁਸੀਂ ਇਹ ਚਾਹੁੰਦੇ ਹੋ ਜਿਸ ਤਰ੍ਹਾਂ ਅਸੀਂ ਛੁਟਕਾਰਾ ਸਾਨੂੰ ਮਿਲਿਆ, ਬਹੁਤ ਸਾਰਿਆਂ ਨੂੰ ਮਿਲ ਜਾਵੇ। ਬਹੁਤ ਸਾਰਿਆਂ ਨੂੰ ਮਿਲੇ। ਪ੍ਰਭੂ ਕਹਿੰਦਾ ਪ੍ਰਭੂ ਯਿਸੂ ਮਸੀਹ ਨੇ ਦੇਖੋ ਆਪਣੇ ਵਚਨਾਂ 'ਚ ਕਿਹਾ ਨਾ ਕਿ ਨੇਚਾ ਕਰਨ ਵਾਲਿਆਂ ਦੇ ਇਹ ਨਿਸ਼ਾਨ ਹੋਣਗੇ। ਹਾਂਜੀ ਹਾਂਜੀ। ਹੈਨਾ, ਜੋ ਵੀ ਕੋਈ ਨੇਚਾ ਕਰਦਾ ਪ੍ਰਭੂ ਯਿਸੂ ਮਸੀਹ ਉੱਤੇ, ਕੋਈ ਵੀ ਕਰ ਸਕਦਾ, ਭਾਵੇਂ ਬੱਚਾ ਹੈ। ਹੁਣ ਜਿਵੇਂ ਤੁਸੀਂ ਗਵਾਹੀ ਸੁਣੀ, ਹੁਣ ਮੇਰੀ ਬੇਟੀ ਨੇਚਾ ਕੀਤੀ, ਪ੍ਰਾਰਥਨਾ ਕੀਤੀ, ਤੇ ਉਹ ਭੈਣ ਚੰਗੀ ਹੋ ਗਈ। ਤੇ ਉਹਦੇ ਲੱਤਾਂ ਪੈਰਾਂ 'ਚ ਦਰਦ ਸੀਗਾ, ਉਹ ਭੈਣ ਚੰਗੀ ਹੋ ਗਈ। ਮੇਰੇ ਬੇਟੇ ਨੇ ਪ੍ਰਾਰਥਨਾ ਕੀਤੀ ਤੇ ਉਹ ਭੈਣ ਵੀ ਚੰਗੀ ਹੋ ਗਈ, ਦੁਸ਼ਟ ਆਤਮਾ ਭੱਜ ਗਈ। ਯਾਨੀ ਕਿ ਹਰੇਕ ਬੰਦਾ ਜੋ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਦਾ, ਤੇ ਉਹ ਕਿਸੇ ਦੇ ਲਈ ਵੀ ਪ੍ਰਾਰਥਨਾ ਕਰ ਸਕਦਾ। ਪ੍ਰਭੂ ਯਿਸੂ ਮਸੀਹ ਨੇ ਸਾਨੂੰ ਚੁਣਿਆ, ਹੈਨਾ। ਪ੍ਰਭੂ ਯਿਸੂ ਮਸੀਹ ਨੇ ਚੁਣਿਆ। ਪ੍ਰਭੂ ਯਿਸੂ ਮਸੀਹ ਨੇ ਆਖਿਆ, ਮੈਂ ਤੁਹਾਨੂੰ ਚੁਣਿਆ ਤੇ ਨਿਯੁਕਤ ਕੀਤਾ।
ਨਿਯੁਕਤ ਕੀਤਾ ਪਰਮੇਸ਼ਵਰ ਨੇ ਸਾਨੂੰ, ਔਰ ਸਾਡੀ ਡਿਊਟੀ ਲਗਾਈ ਹੈ ਪਰਮੇਸ਼ਵਰ ਨੇ ਕਿ ਪਰਮੇਸ਼ਵਰ ਦੇ ਰਾਜ ਨੂੰ ਅਸੀਂ ਅੱਗੇ ਲੈ ਕੇ ਜਾਈਏ। ਪ੍ਰਭੂ ਯਿਸੂ ਮਸੀਹ ਨੇ ਆਖਿਆ ਫਲਾਂ ਨੂੰ ਇਕੱਠੇ ਕਰੋ। ਮਹਿਮਾ ਕਿਸ ਤਰ੍ਹਾਂ ਹੁੰਦੀ ਹੈ ਪਰਮੇਸ਼ਵਰ ਦੀ? ਜਦੋਂ ਅਸੀਂ ਉਸਦੇ ਫਲਾਂ ਨੂੰ ਇਕੱਠਾ ਕਰਦੇ ਹਾਂ, ਹੈ ਨਾ। ਅੱਜ ਬਹੁਤ ਸਾਰੇ ਫਲ ਹੋ ਗਏ ਨੇ, ਅੱਗੇ ਤੇ ਅੱਗੇ ਭਾਈ ਭੈਣ ਫਲ ਇਕੱਠੇ ਕਰੀ ਜਾ ਰਹੇ ਨੇ, ਹੈ। ਇੱਕ ਨਵੀਂ ਇੱਕ ਜਾਗਰਤੀ, ਇੱਕ ਕ੍ਰਾਂਤੀ ਕਹਿ ਸਕਦੇ ਹਾਂ ਅਸੀਂ, ਕ੍ਰਾਂਤੀ ਕਲੀਸਿਆ ਦੇ ਵਿੱਚ ਆਈ ਹੈ, ਅਤੇ ਇਹ ਕ੍ਰਾਂਤੀ ਅਸੀਂ ਹੋਰ ਅੱਗੇ ਲੈ ਕੇ ਜਾਣੀ ਆ। ਅਤੇ ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਜਗ੍ਹਾ ਜਗ੍ਹਾ ਦੇ ਉੱਤੇ, ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਪ੍ਰਚਾਰ ਕਰਦੇ ਹਾਂ, ਅਤੇ ਬਹੁਤ ਸਾਰੇ ਨਵੇਂ ਭਾਈ ਭੈਣ ਸੁਣਦੇ ਹੋਣਗੇ, ਅਤੇ ਉਹਨਾਂ ਨੂੰ ਵੀ ਇਹੀ ਸੰਦੇਸ਼ ਹੈ, ਜੇਕਰ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਜਾਣਦੇ ਹੋ ਅਤੇ ਤੁਹਾਡੇ ਗੁਆਂਢ ਦੇ ਵਿੱਚ ਤੁਹਾਡਾ ਭਰਾ ਭੈਣ ਰਿਸ਼ਤੇਦਾਰ ਦੋਸਤ ਮਿੱਤਰ ਅਗਰ ਬਿਮਾਰ ਹੈ, ਦੁਸ਼ਟ ਆਤਮਾ ਦੇ ਨਾਲ ਜਕੜਿਆ, ਤਾਂ ਡਰਨ ਦੀ ਲੋੜ ਨਹੀਂ, ਉਹਦੇ ਵਾਸਤੇ ਪ੍ਰਾਰਥਨਾ ਕਰੋ। ਪ੍ਰਭੂ ਯਿਸੂ ਮਸੀਹ ਨੇ ਅਧਿਕਾਰ ਦਿੱਤਾ। ਅਧਿਕਾਰ ਕੋਈ ਇਨਸਾਨ ਦੂਸਰੇ ਇਨਸਾਨ ਨੂੰ ਨਹੀਂ ਦੇ ਸਕਦਾ। ਹਾਂਜੀ, ਉਹ ਉਦੋਂ ਕੰਮ ਨਹੀਂ ਕਰਨਾ। ਪ੍ਰਭੂ ਯਿਸੂ ਮਸੀਹ ਨੇ ਅਧਿਕਾਰ ਦਿੱਤਾ। ਦੁਸ਼ਟ ਆਤਮਾਵਾਂ ਜਾਣਦੀਆਂ ਨੇ, ਦੁਸ਼ਟ ਆਤਮਾ ਜਾਣਦੀਆਂ ਕਿ ਇਹਨਾਂ ਕੋਲ ਪ੍ਰਭੂ ਯਿਸੂ ਮਸੀਹ ਦਾ ਅਧਿਕਾਰ ਹੈ। ਪ੍ਰਭੂ ਯਿਸੂ ਮਸੀਹ ਨੇ ਦੁਸ਼ਟ ਆਤਮਾਵਾਂ ਨੂੰ, ਸ਼ੈਤਾਨ ਨੂੰ ਪਹਿਲਾਂ ਹੀ ਹਰਾ ਚੁੱਕੇ ਨੇ। ਪ੍ਰਭੂ ਯਿਸੂ ਮਸੀਹ ਉਹ ਹਾਰੀਆਂ ਹੋਈਆਂ ਨੇ, ਯਾਨੀ ਕਿ ਸਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ, ਕਿਸੇ ਦੁਸ਼ਟ ਆਤਮਾ ਤੋਂ ਡਰਨ ਦੀ ਲੋੜ ਨਹੀਂ, ਕਿਸੇ ਭੂਤ ਪ੍ਰੇਤ ਤੋਂ ਡਰਨ ਦੀ ਲੋੜ ਨਹੀਂ। ਇਹ ਹਾਰੀਆਂ ਹੋਈਆਂ ਸ਼ਕਤੀਆਂ ਨੇ। ਪ੍ਰਭੂ ਯਿਸੂ ਮਸੀਹ ਦੇ ਨਾਂ 'ਤੇ ਜਾ ਕੇ ਅਸੀਂ ਉਹਨਾਂ ਲਈ ਪ੍ਰਾਰਥਨਾ ਕਰੋ ਅਤੇ ਲੋਕੀ ਆਜ਼ਾਦ ਹੋਣਗੇ। ਅੱਛਾ ਜੀ, ਤੁਸੀਂ ਸਾਰਿਆਂ ਨੇ ਪਰਮੇਸ਼ਵਰ ਦੀ ਗਵਾਹੀ ਲਈ ਆਪਣਾ ਕੀਮਤੀ ਸਮਾਂ ਕੱਢਿਆ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਸਾਡੇ ਵੱਲੋਂ ਸਾਰਿਆਂ ਨੂੰ ਜੈ ਮਸੀਹ ਦੀ। ਅੱਜ ਤੁਹਾਨੂੰ ਅਸੀਂ ਭੈਣ ਕੁਲਵਿੰਦਰ ਨਾਲ ਮਿਲਾਉਂਦੇ ਹਾਂ, ਤੇ ਇਹਨਾਂ ਨੂੰ ਪ੍ਰਭੂ ਨੇ ਚੁਣਿਆ। ਹੋਰ ਕਿੰਨੀ ਦੇਰ ਹੋ ਗਈ? ਸਾਨੂੰ ਜੈਮਸੀ ਜੀ, ਜੈਮਸੀ ਜੀ, ਤੁਹਾਨੂੰ ਪ੍ਰਭੂ ਵਿੱਚ ਆਏ ਨੂੰ ਕਿੰਨਾ ਸਮਾਂ ਹੋ ਗਿਆ? ਸਾਨੂੰ ਪਰਮੇਸ਼ਰ ਜੀ ਨੇ ਚੁਣਿਆ। ਸਾਨੂੰ 3 ਸਾਲ ਪਹਿਲਾਂ ਪਰਮੇਸ਼ਰ ਨੇ ਚੁਣਿਆ ਸੀ। ਔਰ ਪ੍ਰਭੂ ਵਿੱਚ ਆ ਕੇ ਤੁਹਾਨੂੰ ਕਿਹਦਾ ਮਹਿਸੂਸ ਹੋਇਆ? ਕਿੱਦਾਂ ਦਾ ਮਹਿਸੂਸ ਹੋਇਆ? ਬਹੁਤ ਵਧੀਆ ਲੱਗਿਆ। ਮਤਲਬ ਪਰਮੇਸ਼ਰ ਨੇ ਜਿਸ ਤਰ੍ਹਾਂ ਦੀਆਂ ਸਾਡੇ ਘਰ 'ਚ ਪਰੇਸ਼ਾਨੀਆਂ ਸੀ, ਲੜਾਈ ਝਗੜਾ ਸੀ, ਜਦੋਂ ਅਸੀਂ ਪਰਮੇਸ਼ਰ 'ਚ ਆਏ ਕਾਫੀ ਕੁਝ ਚੇਂਜ ਹੋ ਗਿਆ ਸਾਡੀ ਲਾਈਫ ਦੇ ਵਿੱਚ। ਹਾਂਜੀ, ਤੁਸੀਂ ਪ੍ਰਭੂ ਵਿੱਚ ਕਿਉਂ ਆਏ ਤੇ ਕਿਸ ਤਰ੍ਹਾਂ ਆਏ? ਪਰਮੇਸ਼ਰ ਨੇ ਸਾਨੂੰ ਚੁਣਿਆ। ਸਾਡੇ ਸਾਹਮਣੇ ਮਤਲਬ ਆਂਟੀ ਹੁਣੀ ਰਹਿੰਦੇ ਨੇ, ਹਰਮਿੰਦਰ ਕੌਰ ਆਂਟੀ ਹੁਣੀ ਨੇ, ਉਹਨਾਂ ਦੇ ਬੇਟੇ ਸੀ ਹਰਨੇਕ ਸਿੰਘ ਸਭ ਤੋਂ ਪਹਿਲਾਂ, ਜਿਨ੍ਹਾਂ ਨੇ ਸਾਨੂੰ ਪਰਮੇਸ਼ਰ ਦਾ ਵਚਨ ਦਿੱਤਾ। ਅੱਛਾ ਜੀ। ਉਹਨਾਂ ਰਾਹੀਂ ਅਸੀਂ ਪਰਮੇਸ਼ਰ ਦੇ ਵਿੱਚ ਆਏ। ਅੱਛਾ ਜੀ। ਤੇ ਪਰਮੇਸ਼ਰ ਦੇ ਵਿੱਚ ਆਉਣ ਨਾਲ ਸਾਡੇ ਘਰ 'ਚ ਵੀ ਕਾਫੀ ਪ੍ਰੋਬਲਮਸ ਆਈਆਂ, ਕਿਉਂਕਿ ਮੇਰੀ ਮਦਰ ਇਨ ਲਾ ਉਹ ਅਲਾਓ ਨਹੀਂ ਸੀ ਕਰਦੇ ਹੈਗੇ ਸਾਨੂੰ ਪਰਮੇਸ਼ਰ 'ਚ ਆਉਣ ਲਈ। ਪਰ ਹੌਲੀ ਹੌਲੀ ਉਹਨਾਂ ਦਾ ਵੀ ਵਿਸ਼ਵਾਸ ਬਣਿਆ ਇਹਨਾਂ ਦੇ ਵਿੱਚ ਆਉਣ ਲਈ। ਜਦੋਂ ਅਸੀਂ ਪਰਮੇਸ਼ਰ ਦੇ ਵਿੱਚ ਆਏ, ਸਭ ਤੋਂ ਵੱਡਾ ਕਾਰਨ ਇਹ ਸੀ ਕਿ ਮੇਰੇ ਫਾਦਰ ਇਨ ਲਾ ਜਿਹੜੇ ਸੀਗੇ ਉਹ ਜੇਲ੍ਹ ਦੇ ਅੰਦਰ ਸੀ। ਅੱਛਾ ਜੀ। ਤੇ ਮਤਲਬ ਮੈਂ ਜਦੋਂ ਭਾਜੀ ਹੁਣਾਂ ਦੀ ਗੱਲ ਸੁਣੀ, ਭਾਜੀ ਹਰਨੇਕ ਨੇ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਪਰਮੇਸ਼ਰ ਮੰਦਿਰ ਹਰੇਕ ਦੀ ਮੁਰਾਦ ਪੂਰੀ ਕਰਦੇ ਨੇ, ਗੱਲ ਉਹ ਹੁੰਦਾ ਹੈ। ਹਾਂਜੀ। ਤਾਂ ਮਤਲਬ ਮੈਂ ਪਰਮੇਸ਼ਰ ਨੂੰ ਇਹ ਕਿਹਾ ਕਿ ਮੇਰੇ ਪਾਪਾ ਮਤਲਬ ਫਾਦਰ ਇਨ ਲਾ ਜੇਲ੍ਹ ਤੋਂ ਬਾਹਰ ਆ ਜਾਣ। ਹਾਂਜੀ। ਇਸ ਕਰਕੇ ਮੈਂ ਪਰਮੇਸ਼ਰ ਨੂੰ ਚੁਣਿਆ। ਪਹਿਲਾਂ ਮੇਰਾ ਵੀ ਥੋੜਾ ਲਾਲਚ ਸੀਗਾ ਵੀ ਸ਼ਾਇਦ ਸਾਡਾ ਕੰਮ ਬਣ ਜਾਵੇ, ਪਰ ਹੌਲੀ ਹੌਲੀ ਜਿਸ ਤਰ੍ਹਾਂ ਪਰਮੇਸ਼ਰ ਸਾਡੇ ਅੰਦਰ ਵੱਸਦਾ ਗਿਆ, ਬਚਨ ਜਾਣਦੇ ਗਏ, ਸਾਨੂੰ ਵੀ ਪਰਮੇਸ਼ਰ ਬਾਰੇ ਪਤਾ ਲੱਗਣ ਲੱਗਾ। ਤੁਹਾਡੇ ਜੀਵਨ ਦੇ ਵਿੱਚ ਕੋਈ ਖਾਸ ਗਵਾਹੀ ਜੋ ਪਰਮੇਸ਼ਰ ਨੇ ਅਨੋਖਾ ਕੰਮ ਕੀਤਾ ਹੋਵੇ ਕੋਈ ਤੁਹਾਡੇ ਜੀਵਨ ਦੇ ਵਿੱਚ? ਸਭ ਤੋਂ ਵੱਡੀ ਗਵਾਹੀ ਤਾਂ ਇਹੀ ਹੈ ਜੋ ਮੇਰਾ ਬੇਟਾ ਮੇਰੀ ਇਸ ਵਕਤ ਗੋਦ 'ਚ ਬੈਠਾ ਹੈ। ਪਰਮੇਸ਼ਰ ਦੀ ਆਸ਼ੀਸ਼ ਹੈ ਇਹ ਮੈਨੂੰ। ਇਹ ਗੱਲ ਹੈ ਸਨ 2011 ਦੀ। 3 ਅਗਸਤ ਦਿਨ ਬੁੱਧਵਾਰ ਨੂੰ ਇਹ 8:45 ਵਜੇ ਇਸ ਦਾ ਜਨਮ ਹੋਇਆ ਸੀ। ਜਨਮ ਦਾ ਇਹਦਾ ਪੂਰਾ ਬਿਲਕੁਲ ਨਾਰਮਲੀ ਹੋਇਆ, ਪਰ ਉਸ ਤੋਂ ਬਾਅਦ ਇਹ ਹੌਲੀ ਹੌਲੀ ਨੀਲਾ ਪੈਣ ਲੱਗ ਗਿਆ। ਤੇ ਡਾਕਟਰ ਨੇ ਇਹਨੂੰ ਜਵਾਬ ਦੇ ਦਿੱਤਾ, ਜਿੱਥੇ ਇਹਦਾ ਜਨਮ ਹੋਇਆ ਤਾਂ ਡਾਕਟਰ ਨੇ ਕਿਸੇ ਹੋਰ ਹਸਪੀਟਲ ਰੈਫਰ ਕਰ ਦਿੱਤਾ। ਉਸ ਹਸਪੀਟਲ ਲੈ ਕੇ ਗਏ ਤਾਂ ਉੱਥੋਂ ਵੀ ਉਸਨੇ ਰੈਫਰ ਕਰ ਦਿੱਤਾ ਵੀ ਇਹਨੂੰ ਕਿਤੇ ਹੋਰ ਹਸਪੀਟਲ ਲੈ ਜਾਓ। ਜਦੋਂ ਅਸੀਂ ਤੀਸਰੇ ਹਸਪੀਟਲ ਲੈ ਕੇ ਗਏ ਤਾਂ ਉੱਥੇ ਡਾਕਟਰਾਂ ਨੇ ਇਹਨੂੰ ਚੈੱਕ ਕਰਨ ਦੀ ਬਜਾਏ ਸਾਨੂੰ ਇਹ ਜਵਾਬ ਦੇ ਦਿੱਤਾ ਕਿ ਇਹ ਬੱਚਾ ਖਤਮ ਹੋ ਚੁੱਕਿਆ, ਇਹਨੂੰ ਘਰੇ ਲੈ ਜਾਓ, ਵੀ ਇਹਨੂੰ ਚੱਕ ਕੇ ਫਿਰਨ ਦਾ ਕੋਈ ਫਾਇਦਾ ਨਹੀਂ ਹੈ। ਠੀਕ ਹੈ। ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟੀ ਵੀ ਸਾਡੇ ਗੁਆਂਢੀ ਨੇ ਜਿਹੜੇ ਹਰਨੇਕ ਸਿੰਘ, ਉਹਨਾਂ ਦੀ ਮੰਮੀ ਵੀ ਮੇਰੀ ਮਦਰ ਇਨ ਲਾ ਦੇ ਨਾਲ ਸੀ। ਹਾਂਜੀ। ਤੇ ਮਦਰ ਇਨ ਲਾ ਦੇ ਨਾਲ ਸੀ, ਉਹਨਾਂ ਨੇ ਮਤਲਬ ਮੇਰੀ ਮਦਰ ਇਨ ਲਾ ਤੇ ਉਹ ਆਂਟੀ ਨੇ ਮਤਲਬ ਮੇਰੇ ਬੇਟੇ ਨੂੰ ਲੈ ਕੇ ਪਹਿਲਾਂ ਰਾਹ 'ਚ ਖੜੇ ਸੋਚ ਰਹੇ ਸੀ ਵੀ ਇਹਨੂੰ ਕਿੱਥੇ ਲੈ ਕੇ ਜਾਈਏ। ਹਾਂਜੀ। ਤਾਂ ਮਤਲਬ ਜਿਵੇਂ ਪਰਮੇਸ਼ਰ ਚਾਹੁੰਦਾ ਸੀ, ਪਰਮੇਸ਼ਰ ਨੇ ਮੇਰੇ ਮਦਰ ਇਨ ਲਾ ਦੇ ਦਿਮਾਗ 'ਚ ਇੱਥੇ ਆਇਆ, ਸਮਰਾਲਾ ਚੌਂਕ ਖੜਿਆਂ ਦੇ ਵੀ ਇੱਕ ਹਸਪੀਟਲ ਪੈਂਦਾ ਸਾਡੇ ਉੱਥੇ ਰਤਨ, ਤਾਂ ਉੱਥੇ ਐਡਮਿਟ ਕਰਵਾਇਆ ਗਿਆ। ਉੱਥੇ ਉਹਨਾਂ ਨੇ ਚੈੱਕ ਕੀਤਾ ਤਾਂ ਉਹਨਾਂ ਨੇ ਕਿਹਾ ਵੀ ਇਹਦੇ ਸਾਹ ਦੀ ਪ੍ਰੋਬਲਮ ਹੈ, ਵੀ ਜਦੋਂ ਇਹ ਪੈਦਾ ਹੋਇਆ ਸੀ ਵੀ ਇਹਨੂੰ ਉਸੇ ਟਾਈਮ ਆਕਸੀਜਨ ਦੀ ਲੋੜ ਸੀਗੀ। ਉਹਨਾਂ ਨੇ ਸਾਨੂੰ ਜਵਾਬ ਦੇ ਦਿੱਤਾ, ਪਰ ਫਿਰ ਵੀ ਮਿੰਨਤਾਂ ਤਰਲੇ ਕਰਕੇ ਉਹਨਾਂ ਨੇ ਇਸ ਨੂੰ ਐਡਮਿਟ ਕੀਤਾ। ਉੱਥੇ ਇਹਦੇ ਸਾਹ ਦੀ ਪ੍ਰੋਬਲਮ ਠੀਕ ਹੋਈ, ਥੋੜੇ ਦਿਨਾਂ ਬਾਅਦ ਹੀ ਇਸਦੇ ਸੈੱਲ ਘਟ ਗਏ। ਕਿੰਨੇ ਕੁ ਪੈਸੇ ਲੱਗ ਗਏ ਜੀ ਹਸਪੀਟਲ ਦੇ ਵਿੱਚ ਤੁਹਾਡੇ? ਘੱਟੋ ਘੱਟ ਸਾਡਾ ਇੱਥੇ 1 ਲੱਖ ਰੁਪਏ ਤੋਂ ਉੱਪਰ ਖਰਚਾ ਆ ਚੁੱਕਾ ਸੀਗਾ। ਰੋਜ਼ ਦਾ 5000 ਜਮ੍ਹਾਂ ਕਰਾਉਣਾ, 500 ਰੁਪਇਆ ਟੀਕੇ ਦੀ ਦੇਣਾ,
ਕਾਫੀ ਖਰਚਾ ਸਾਡਾ ਮਤਲਬ ਹੋਇਆ, 3-4 ਚੱਕਰ ਕਦੀ ਕਿਸੇ ਹਸਪੀਟਲ ਲਾਉਣੇ ਬਲੱਡ ਲਈ, ਕਦੀ ਕਿਸੇ ਹਸਪੀਟਲ ਲਾਉਣੇ, ਪਰ ਪਰਮੇਸ਼ਰ ਦੀ ਇੰਨੀ ਸਾਡੇ ਤੇ ਮਿਹਰ ਰਹੀ ਕਿ ਨਾ ਤਾਂ ਸਾਨੂੰ ਪੈਸੇ ਦੀ ਕਿਸੇ ਪਾਸੇ ਤੰਗੀ ਹੋਈ, ਨਾ ਸਾਨੂੰ ਕਿਸੇ ਹੋਰ ਚੀਜ਼ ਦੀ ਤੰਗੀ ਹੋਈ। ਖਾਸ ਤੌਰ ਤੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਸਾਡੇ ਲਈ ਮਦਦ ਕੀਤੀ, ਇਸ ਬੱਚੇ ਲਈ ਪ੍ਰਾਰਥਨਾ ਕੀਤੀ। ਭਾਜੀ ਹਰਨੇਕ ਸਿੰਘ, ਭਾਜੀ ਪਰਮਜੀਤ, ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ, ਉਹਨਾਂ ਨੇ ਸਾਡੇ ਲਈ ਪ੍ਰਾਰਥਨਾ ਕੀਤੀ ਤੇ ਇਸ ਬੱਚੇ ਨੂੰ ਬਚਾਇਆ। ਇਹ ਸਭ ਤੋਂ ਵੱਡੀ ਪਰਮੇਸ਼ਰ ਦੀ ਦਾਤ ਹੈ ਜੋ ਤੁਹਾਡੇ ਸਾਹਮਣੇ ਹੈ। ਨਾਮ ਕੀ ਰੱਖਿਆ ਜੀ ਇਹਦਾ? ਇਹਦਾ ਨਾਂ ਸੀ ਰੱਖਿਆ ਕਿਉਂਕਿ ਪਰਮੇਸ਼ਰ ਨੇ ਸਾਨੂੰ ਅੱਜ ਕਿਹਾ ਸੀ ਇਹਦਾ ਨਾਮ ਮੌਜਿਸ ਰੱਖਣਾ, ਇਸ ਲਈ ਇਸ ਦਾ ਨਾਮ ਹਾਲੇਲੂਇਆ। ਪਰਮੇਸ਼ਰ ਦਾ ਬੰਦਾ ਸੀ ਮੌਜਿਸ, ਹੈ ਨਾ? ਇਹਨੇ ਦਾ ਨਾਮ ਵੀ ਮੌਜਿਸ ਰੱਖਿਆ। ਮੌਜਿਸ ਰੱਖਿਆ। ਅੱਛਾ ਜੀ। ਹਾਂਜੀ। ਤੇ ਫਿਰ ਠੀਕ ਹੋ ਗਿਆ ਜੀ ਫਿਰ ਇਹ? ਹਾਂਜੀ, ਅੱਜ ਸਾਡੇ ਤੋਂ ਮਹੱਲੇ ਵਾਲੇ ਵੀ ਪੁੱਛਦੇ ਸੀਗੇ ਵੀ ਇਹ ਕਿਵੇਂ ਠੀਕ ਹੋਇਆ ਸੀ। ਇਹੀ ਕਿਹਾ ਵੀ ਸਾਨੂੰ ਪਰਮੇਸ਼ਰ ਨੇ ਦਿੱਤਾ ਸੀ, ਪਰਮੇਸ਼ਰ ਨੇ ਹੀ ਬਚਾ ਕੇ ਰੱਖਿਆ ਇਸ ਨੂੰ, ਇਸ ਲਈ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ। ਤੇ ਤੁਸੀਂ ਗੱਲ ਦੱਸੀ ਵੀ ਤੁਹਾਡੇ ਸਹੁਰਾ ਸਾਹਿਬ, ਤੁਹਾਡੇ ਫਾਦਰ ਇਨ ਲਾ ਜੇਲ੍ਹ 'ਚ ਸੀਗੇ, ਉਹਨਾਂ ਦਾ ਕੀ ਬਣਿਆ? ਉਹ ਵੀ ਜੇਲ੍ਹ ਤੋਂ 2 ਸਾਲ ਬਾਅਦ, ਇਹਦੇ ਜਨਮ ਤੋਂ ਤਕਰੀਬਨ 6 ਮਹੀਨਿਆਂ ਦਾ ਸੀ ਇਹ ਜਦੋਂ ਮੇਰੇ ਫਾਦਰ ਇਨ ਲਾਅ ਵੀ ਜੇਲ੍ਹ ਤੋਂ ਬਾਹਰ ਆ ਗਏ ਸੀਗੇ। ਤੇ ਸਾਡੇ ਥੋੜੀ ਪ੍ਰੋਬਲਮ ਸੀ ਸਾਡੇ ਘਰ ਦੀ, ਸਾਡਾ ਹੁਣ ਘਰ ਵੀ ਬਣ ਚੁੱਕਿਆ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ ਵੀ ਜੋ ਮੈਂ ਪਰਮੇਸ਼ਰ ਤੋਂ ਮੰਗਿਆ ਪਰਮੇਸ਼ਰ ਨੇ ਮੈਨੂੰ ਦਿੱਤਾ। ਸਾਨੂੰ ਕਾਫੀ ਲੋਕਾਂ ਨੇ ਇਹ ਵੀ ਕਿਹਾ ਕਿ ਤੁਸੀਂ ਧਰਮ ਬਦਲ ਲਿਆ, ਲੋਕਾਂ ਵੀ ਤੁਸੀਂ ਆਪਣੀ ਜਾਤ ਬਦਲਤੀ, ਧਰਮ ਬਦਲ ਲਿਆ, ਪਰ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਵੀ ਨਾ ਤਾਂ ਅਸੀਂ ਆਪਣਾ ਧਰਮ ਬਦਲਿਆ, ਨਾ ਸਾਡੀ ਕੋਈ ਜਾਤ ਬਦਲੀ। ਅਸੀਂ ਜੋ ਸੀ ਅਸੀਂ ਉਹੀ ਹਾਂ। ਪਰਮੇਸ਼ਰ ਸਾਡੇ ਤੋਂ ਸਾਡਾ ਦਿਲ ਮੰਗਦਾ, ਸਾਡੀ ਜਾਤ ਧਰਮ ਨਾਲ ਪਰਮੇਸ਼ਰ ਨੂੰ ਕੋਈ ਮਤਲਬ ਨਹੀਂ। ਤੇ ਅੱਜ ਤੁਸੀਂ ਪ੍ਰਭੂ ਯਿਸੂ ਮਸੀਹ 'ਚ ਖੁਸ਼ ਹੋ? ਹਾਂਜੀ, ਮੈਂ ਬਹੁਤ ਖੁਸ਼ ਹਾਂ। ਸੰਗਤੀ ਕਰਦੇ ਹੋ? ਹਾਂਜੀ। ਕਿੱਥੇ ਕਿੱਥੇ ਸੰਗਤੀ ਹੁੰਦੀ ਹੈ ਜੀ? ਸਾਡੇ ਸਾਰੇ ਪਾਸੇ ਸੰਗਤੀ ਹੁੰਦੀ ਹੈ, ਕਾਫੀ ਜਗ੍ਹਾ। ਅੱਛਾ, ਤੁਸੀਂ ਹੋਰ ਜਿਹੜੇ ਨਵੇਂ ਭਾਈ ਭੈਣ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਪ੍ਰਭੂ ਯਿਸੂ ਮਸੀਹ ਕੀ ਅੰਗਰੇਜ਼ਾਂ ਦਾ ਗੁਰੂ ਹੈ ਕਿ ਬਾਹਰਲਾ ਗੁਰੂ ਹੈ, ਏਦਾਂ ਕੁਝ? ਨਹੀਂ, ਇਹ ਤਾਂ ਸਿਰਫ ਇੱਕ ਲੋਕਾਂ ਦੀ ਗੱਲ ਬਣਾਈ ਹੋਈ ਹੈ ਵੀ ਜਿਹੜਾ ਪ੍ਰਭੂ ਯਿਸੂ ਮਸੀਹ ਉਹ ਅੰਗਰੇਜ਼ਾਂ ਦਾ ਗੁਰੂ ਹੈ। ਪਰਮੇਸ਼ਰ ਹਰ ਇੱਕ ਦਾ ਪਰਮੇਸ਼ਰ ਹੈ, ਸਾਰਿਆਂ ਨੂੰ ਚੁਣਦਾ। ਪਰਮੇਸ਼ਰ ਕਹਿੰਦਾ ਮੇਰੀ ਭੇਡ ਮੇਰਾ ਬਚਨ ਸੁਣ ਕੇ ਮੇਰੇ ਵੱਲ ਭੱਜੀ ਆਊਗੀ। ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਚੁਣਦਾ, ਤੁਸੀਂ ਮੈਨੂੰ ਨਹੀਂ ਚੁਣਦੇ ਹੈਗੇ। ਇਸ ਲਈ ਪਰਮੇਸ਼ਰ ਨੇ ਸਾਨੂੰ ਚੁਣਿਆ। ਤੁਸੀਂ ਵੀ ਸੱਚੇ ਦਿਲ ਨਾਲ ਵਿਸ਼ਵਾਸ ਕਰੋਗੇ ਤਾਂ ਪਰਮੇਸ਼ਰ ਤੁਹਾਨੂੰ ਵੀ ਚੁਣੇਗਾ। ਬਸ ਪਰਮੇਸ਼ਰ ਕਹਿੰਦਾ ਤੁਹਾਡਾ ਵਿਸ਼ਵਾਸ ਸਾਨੂੰ ਚੰਗਾ ਕਰਦਾ ਹੈ। ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਪਰਮੇਸ਼ਰ ਤੇ ਵਿਸ਼ਵਾਸ ਕਰੋ। ਜਿਵੇਂ ਮੈਂ ਵਿਸ਼ਵਾਸ ਕੀਤਾ ਅੱਜ ਮੇਰਾ ਬੇਟਾ ਮੇਰੀ ਗੋਦ ਵਿੱਚ ਹੱਸ ਖੇਡ ਰਿਹਾ, ਇਸੇ ਤਰ੍ਹਾਂ ਤੁਹਾਡੀ ਵੀ ਕੋਈ ਪ੍ਰੋਬਲਮ ਹੋਵੇ, ਕੋਈ ਪਰੇਸ਼ਾਨੀ ਹੋਵੇ, ਪਰਮੇਸ਼ਰ ਤੇ ਭਰੋਸਾ ਰੱਖ ਕੇ ਇੱਕ ਵਾਰੀ ਪ੍ਰਾਰਥਨਾ ਕਰਕੇ ਦੇਖੋ। ਮੇਰਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਪਰਮੇਸ਼ਰ ਨੇ ਮੇਰੀਆਂ ਮੁਸੀਬਤਾਂ ਦੂਰ ਕੀਤੀਆਂ ਤੁਹਾਡੀਆਂ ਵੀ ਕਰੂਗਾ। ਠੀਕ ਹੈ ਜੀ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਜੀ ਭੈਣ ਜੀ, ਤੁਹਾਡਾ ਧੰਨਵਾਦ ਜੀ। ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ। ਜੈ ਮਸੀਹ ਜੀ। ਜੈ ਮਸੀਹ ਜੀ, ਸਾਡੇ ਸਾਰਿਆਂ ਵੱਲੋਂ ਜੈ ਮਸੀਹ। आज हम आपकी मुलाकात करवाने जा रहे हैं भाई संतोष और उनका परिवार, उनकी पत्नी, उनका बेटा और एक भाई और हैं इनके साथ, भाई नथू राम। तो हम इनसे पूछते हैं कि इनका पुराना जीवन क्या था। आज ये प्रभु यीशु मसीह को मानते हैं। भाई संतोष जय मसीह की। जय मसीह जी। बहन जी जय मसीह की। भाई जय मसीह की। जय मसीह। भाई संतोष, आपका जीवन कैसा था? पहले क्या समस्या थी आपको प्रभु यीशु मसीह को मानना पड़ा? हम प्रभु यीशु जी का हम धन्यवाद करते हैं, वो हमारे परम पिता परमेश्वर हैं। हाँ जी। और हम जो है कि पिछला समय में बहुत ही दुखित और बहुत ही परेशान थे। हमारे घर में देवी देवताएं थे, जिसमें से हमने बहुत मन्नता किया और हमने बहुत दूर दूर तक गया और हमें कहीं कामयाबी हासिल नहीं हुआ। हमारे गांव देश के लोगों ने बोलते थे कि ये सब क्या हो रहा है, और कुछ लोग उसमें आनंद भी लेते थे, बहुत खुशहाल भी होते थे कि हम जो है कि ये लोग ऐसे ही दुखित रहें, अड़ोस पड़ोस के लोगों ने। और हम इतना ही मजबूर हो गए थे कि हमारे पास ना तो इलाज करने के लिए पैसे थे और ना तो हमारे पास खेती बाड़ी था, ना धन संपत्ति था कि हम बेच करके अपना इलाज करवाएं। नहीं, क्या बीमारी क्या थी, क्या समस्या थी आपको? समस्या हमारा ये था कि हमारी बीमारी ये थी कि हम बहुत ही, कहने का मतलब, शैतानी ताकतों में दबा हुआ था, बंधा हुआ था। अच्छा अच्छा। और कोई हम काम करने जाते थे, हमारा काम में जो है कि रुकावट आ जाता था। अच्छा। तो कुछ लोग जो है कि बोलने लगे कि तुम्हारे ससुराल से जो है कि शैतान आता हो। अच्छा।
तो शैतान जब तक जो है कि जाएगा निकलेगा नहीं, तब तक जो है कि आपको घर में सुख शांति नहीं आएगी। तो हमने क्या किया, हमने ओझा और वैद्यों के पास हमने दौड़ना शुरू कर दिया, जिसमें से वो लोगों ने जो है कि कोई बकरे की बलि, कोई जो है अपना भेड़ की बलि, कोई मुर्गे की बलि, वो लोग मांगना शुरू कर दिया कि चीजें चढ़ाओगे तो आप बिल्कुल ठीक ठाक हो जाओगे, अपने सारी बीमारियां दूर हो जाएंगी। तो हमने कहा ठीक है भाई, अगर हमारा ये सब प्रसादी से वो बलि चढ़ाने से अगर मेरा दुख दूर हो जाता है, ठीक है हम चढ़ा देते हैं। हमने जो है कि फिर हमने चढ़वाया उन लोगों को, जो देवी देवताएं हमको तंग करते थे या शैतान तंग करता था, हमने चढ़वाया बलि को। अच्छा। पर हमको आराम नहीं मिला। अच्छा। हालांकि खास करके हमारे जो घर में बुजुर्ग बाबा थे, वो देवी देवताओं को पूज रखा था। अच्छा। तो उन्होंने, हमने एक दिन अचानक में ऐसे ही बोला, हमने कहा अगर घर में देवी देवताएं हैं तो हमको जो है कि इस प्रकार की बीमारियां या परेशानियां या शैतान घर में कैसे प्रवेश कर गया। तो फिर उनके जो है कि देवी देवताओं को हमने सन्मुख सामने कराया कि कुछ लोग बोलते हैं कि देवी देवताएं शरीर पे लोगों के आ जाते हैं। अच्छा। तो हमको ये लगा कि हम देवी देवताओं से, घर में जो हमारे देवी देवताएं हैं, इनसे क्यों ना पूछ लिया जाए कि हाँ हम इस घर में रहते हैं, शैतान कैसे आ गया। तो ठीक है, हम सेवा करते हैं, अपने फायदे के लिए करते हैं, पूछते हैं अपने फायदे के लिए सेवा किसी का करते हैं, पर हमके जो शैतान हमें तंग कर रहा है, हमारे परिवार को तंग कर रहा है, तो हम कैसे माने। वो देवी देवताओं ने फिर बोलना शुरू कर दिया, बोलता है एक तू देख ले, एक को मैं देख लेता हूँ। अच्छा। ये तो कोई बात बनी नहीं। तो हमारे मन में आया कि फिर तो देवी देवताएं तो कहीं है ही नहीं, तो हम किसको जो है पूजा करते हैं, हम किसकी पूजा करें, किसकी सेवा करें कि हमें सुख शांति मिलेगी। तो हमने उसी वक्त हमने उन देवी देवताओं को हमने मुंह पे उनके बोल दिया, हमने बोल दिया कि जाओ, ऐसा है कि इस घर से निकल जाओ तुम लोग। जब तुम लोग हमको दुखित कर रहे हो, हमको कोई सुख चैन घर में नहीं मिल रहा है, और दूर दूर के शैतानों को पकड़ के ले आते हो, हमारे घर में बैठा देते हो, हमारे शरीर पे सवारियां करा देते हो। अच्छा संतोष भाई, आपके साथ में एक भाई काम करता था, भाई बलवीर, क्या नाम था उसका? हाँ, तो हमारे साथ में अपने बलवीर भाई जो है कि स्पोर्ट में थे, वो काम करते थे, स्पोर्ट लाइन मास्टर थे, हेड मास्टर थे स्पोर्ट लाइन का। तो वो जो है कि बोले कि तुम्हारे मुख में बहुत जो उदासी छाई हुई है, क्या बात है, तुम इतने उदास हो। हमने कहा, हमने फिर भी कैसे कहूँ, क्या कहूँ, मैं शर्म खाते खाते फिर भी मेरे से रहा नहीं गया। हमने कहा बता ही देता हूँ, हो सकता है मेरा मामला हल हो जाए। पर जो है कि वो बोले कि ऐसा है कि तुम मेरा अगर कहा मानते हो या समझते हो तो हम आपको कुछ उद्देश्य आपको दूं। तो ठीक है, वो हमको बोले कि ऐसा है कि हमने बोला ये परेशानी है, तो हमको बोले कि ऐसा है। क्या परेशानी थी आपको? हमको परेशानी ये थी कि हम शैतानों से जकड़े हुए थे पूरे उस वक्त, और जो है कि बीमारियां भी बहुत लगी हुई थी, कभी धात गिरती थी, कभी कोई ये 2-2, 3-3 जो है कि जनानियां मेरे साथ में सोने आ जाती थी। अच्छा। मैंने दुष्ट आत्माएं थी? दो दुष्ट आत्माएं थी, वो सन्मुख मेरे साथ में सोती थी और बातें भी करती थी। अच्छा। तो मैं तो जागता रहा, आँखें मेरी खुली रहती थी, पर जो है कि हमको दिखाई देती थी, लेकिन एक दूसरे को नहीं दिखाई देती थी, हमको दिखाई देती थी। अच्छा। तो हमने जो है कि उनको फिर ये सारी बातें बताया कि आके हमारे पास जो है कि लिबर्टी है और क्या कहते हैं, हमको तंग करती है, हम बहुत परेशान हैं, और हमारे घर में इन लोगों के कारण जो है कि हमको बड़ी परेशानी है घर में, और हमारे पास कोई चीज खाने के लिए नहीं छोड़े लोग, और कुछ पहनने के लिए नहीं छोड़ा है लोगों ने, सारा हमको तो एकदम परेशान कर दिया है, हमारे पास तो कुछ रहा ही नहीं। तो बोले कि ऐसा है, ठीक है, अगर आप प्रभु यीशु मसीह के विषय में अगर जानते हो तो ठीक है, नहीं तो हम आपको रास्ता दिखाना मेरा काम है, मैं दिखा देता हूँ, चलना आपकी मर्जी है। अच्छा। हम जोर जबरदस्ती नहीं करेंगे, पर आपका इच्छा करता है, आपको ठीक होना है, आपकी आत्मा अगर गवाही देती है तो आप फिर आप प्रभु जैसे प्रभु की बातें बताता हूँ, आप प्रभु के रास्तों पे चलोगे तो आपका मामला हो सकता है हल हो जाएगा, ऐसी कोई बात नहीं है। हम भी बहुत परेशान थे और ऐसे ऐसे हमारे पास प्रॉब्लम थी, हमारा प्रॉब्लम दूर हो गया है, आप भी चलो मेरे साथ, चलो संगत में, अपना घरेलू संगत है, आप चलिए वहां से, बिल्कुल आपको प्रभु वहां ठीक कर देगा। एक बात प्रार्थना कराएंगे और ठीक हो जाओगे।
हमने कहा भाई आपको अगर विश्वास है तो हम तो बहुत दिन से परेशान हैं, अगर आप ठीक हो गए तो हम भी तो जरूर ठीक हो जाएंगे। हमको विश्वास हुआ कि हम जरूर ठीक हो जाएंगे, जब ये ठीक हो गए तो हम भी ठीक हो जाएंगे, परमेश्वर साथ है। फिर मेरे मन में आया, मेरा मन जो है बिल्कुल साफ हो गया, उसी वक्त क्लियर हो गया। मेरा मन अंदर अंदर ही बोलने लगा कि मैं जो है कि ठीक हो जाऊंगा। पर मैं वहां उसी समय बोल दिया, उसी वक्त हमने कहा ठीक है भाई जी, बलवीर भाई मैं चलूंगा, उस जगह ले चलो मैं चलूंगा। बोले ठीक है, किसी दिन तुम या तो नागा मार के चलो या तो फिर सबसे बढ़िया पड़ेगा कि संडे के दिन आप चलो, संडे के दिन चलो और आप ठीक हो जाओगे। हमने कहा ठीक है जी। फिर बलवीर जी के साथ में हमने अपने घरेलू कलीसिया घरेलू संगत में हमने आया और हमारे भाई परमजीत वकील जी हमारा प्रार्थना किए। अच्छा। हमारे लिए परमेश्वर से दुआ किए, प्रार्थना किए, प्रभु यीशु मसीह से कि प्रभु इनको चंगा कर। हमारे लिए वो प्रार्थना किए, सारी अपनी संगत मिलकर के प्रार्थना किए और हम बिल्कुल उसी समय से हमको लगा कि बिल्कुल हमारा शरीर हल्का हो गया है और हमको महसूस हुआ कि हम बिल्कुल ठीक ठाक हो गए हैं। तो आपके लिए प्रार्थना की गई तो आपने खेलना शुरू कर दिया, आपके अंदर दुष्ट आत्मा आ गई? हाँ, जब हमने प्रार्थना जब हमारा शुरू किया गया तो उसमें जो है कि शैतान जो है कि शरीर पे हावी हो गया। अच्छा। वो शैतान शरीर पे आ गया और हमको शैताना फिर शुरू कर दिया। वो तो हमारा बिल्कुल ही शकल ही बिगाड़ दिया। अच्छा। अब तो उस समय तो हमको ये नहीं पता है कि हमारा शकल कैसा था। हमको यही नहीं पता मेरा शकल कैसा हुआ, हमको क्या क्या हुआ, ये तो मेरे को पता नहीं था। ये बाद में पता चला? ये तो मेरे को बाद में पता चला कि हमारा शरीर में मेरी बड़ी बड़ी आंखें हो गई। मेरा शरीर लाल पीला होने लगा। लोगों ने आपको बताया? हाँ, लोगों ने हमको बताया, पर हमको पता नहीं कुछ था उस वक्त, हमको कुछ नहीं पता था। लेकिन हमें पर लोगों ने, संगति के लोगों ने ही बताया कि आपके शरीर में तो ऐसा ऐसा हो गया, ऐसे हो गया। आपको पता था? हमने कहा नहीं जी, हमको तो कुछ पता ही नहीं क्या हुआ हमारे अंदर शरीर से। उस वक्त जो है कि शैतान जो है कि जो प्रार्थना होने के बाद शैतान जो है कि माफिया मांग करके प्रभु से जो है कि वो हमें छोड़ के बाइबल पे मत्था टेक के चला गया। बाइबल पे मत्था टेका और निकल गया। शैतान ने बोला कि मैं दोबारा मुड़ के नहीं आऊंगा। अभी आप ठीक हैं? बिल्कुल बिल्कुल, मैं इस समय बिल्कुल ठीक हूँ, हमें कोई परेशानी नहीं है। प्रभु यीशु मसीह को मानते हैं? परिवार बिल्कुल ठीक है, कोई बीमारी नहीं, कोई परेशानी नहीं। आपको पता चल गया कि प्रभु यीशु मसीह प्रभु है? हाँ, हमें पता चल गया कि प्रभु यीशु मसीह ही प्रभु है। वो महान है और सर्वशक्तिमान है। वो प्रभु है कि प्रभु यीशु मसीह ही है और इन तीनों लोगों में कोई नहीं है उनके जैसा राजा है। वो ही राजा है और राजकुमार है और राजाओं का राजा है। तो भाई संतोष, अभी आप बिल्कुल ठीक है? हाँ, बिल्कुल ठीक है। आपकी पत्नी भी ठीक है जी? अभी अपना परिवार बिल्कुल ठीक है जी, पत्नी ठीक है जी। अच्छा, बिल्कुल। बहन जी अभी ठीक है आप? बिल्कुल। अच्छा, ये पहले बीमार थे आप, एक बार बीमार हो गए थे भाई, कैसे क्या हुआ था? अब तो ऐसा था कि हम जो है कि लुधियाने में रहते थे। जे हमारा परिवार जो है कि घर पे रहता था। घर कहाँ पे? घर अपना जिला इलाहाबाद है, गांव अपना हुलका है। अच्छा, तहसील मेरा मेजा है। पोस्ट उजडी बाजार है। मैं जो है कि वहाँ का रहने वाला हूँ। यूपी का रहने वाला हूँ। तहसील मेजा का रहने वाला हूँ। ठीक है। तो मैं लुधियाने में काम करता था। तो मैं तो बिल्कुल ठीक हूँ। पर जो है हमारा परिवार एक घर पे रहता था और इसको जो है कि कुछ दुष्ट आत्माओं ने उधर जकड़ लिया। अच्छा, वो गांव में जकड़ लिया? अच्छा, क्योंकि ये गांव में ही रहती थी, मैं लुधियाने रहता था। तो इनको जो है कि वहाँ जो है कि तबीयत इनकी खराब हो गई, बहुत ही ज्यादा खराब हो गई। फिर हमको जो है कि घर से हमारे टेलीफोन आया कि जो है कि आपका परिवार का तबीयत बहुत खराब है, आप आ जाइए। हमने कहा ठीक है, प्रार्थना इधर से करवाते हो तो ठीक हो जाना है, ऐसी कोई बात नहीं घबराने की, प्रार्थना करवा देंगे ठीक हो जाएगा। पर इन्होंने जो है कि प्रार्थना हुआ, इनको राहत मिली और उसके बाद जो है कि अब इनका फिर वैसे ही हो जाना था। अच्छा। फिर हमने कहा कि ऐसे तो भाई ठीक होगा नहीं, हम इनको यहीं बुला लेते हैं। अच्छा। हम कितनी बार जाएंगे वहाँ पे इनको देखने या मिलने, इससे अच्छा बेटर है कि हम यहीं बुला लेते हैं। मैंने इनको अचानक में बुला ही लिया यहीं पे। अच्छा जी। जब बुला लिया तो इनको अचानक में तबीयत खराब हो गया। यहाँ पे लुधियाना में आके तबीयत खराब हो गई? हाँ, लुधियाना में और ही तबीयत खराब हो गया इनका। अच्छा जी।
तो इनका जब ज्यादा ही तबीयत खराब हो, कभी पेट में दर्द ही बहुत, इतना ज्यादा ही पेट में दर्द हो गया उनको कि उनसे बर्दाश्त ही ना हुआ। उसके बाद जो है कि हमने सोचा कि चलो पेट दर्द का हमने दवा ले लेता हूँ और ठीक हो जाएगा। तो इनको मैंने क्या किया, मैंने इनको लेके चला गया नोहरिया हॉस्पिटल। अच्छा। नोहरिया हॉस्पिटल में जब लेके गया, इनका सीटी स्कैन होया तो उसमें 4 पथरियां निकाली गई। अच्छा। डॉक्टरों ने निकाल दिया, सीटी स्कैन थे। तो वहाँ डॉक्टर बोलने लगा कि भाई देखो जी, इनको जल्दी एडमिट करा लो, इनके पथरियों में और इनके पित्तों में जो और गुर्दों में इनके 4 पथरियां टोटल मिला के थी। पित्त में और गुर्दों में मिला करके 4 पथरियां इनके पेटों में थी। पर जो है कि उसने बोला कि हमको जो है कि 25,000 रुपया भी जमा करा दो। डॉक्टर ने बताया 25,000 रुपया जमा करा दो और मैं जो है इनको ऑपरेशन करके इनको जो है कि दवा कर दूंगा, ठीक हो जाए। इनका ऑपरेशन बहुत अनिवार्य जरूरी है। अगर ऑपरेशन आपने नहीं कराया तो ये हो सकता है कि हाथ से भी निकल सकती है। कोई ये मेरा ग्रेंटेड नहीं है कि ये बच जाएंगे, इसलिए इनका फटाफट ऑपरेशन करा लो। हमारे पास तो पैसे थे ही नहीं, मैं क्या करूं। मैं तो प्रभु के ऊपर ही डिपेंड था, क्योंकि मेरा जो परिवार था ये भरोसा पूरा नहीं रखता था। वो तो मेरा पक्का विश्वास था कि प्रभु मेरे साथ है, परमेश्वर मेरे साथ है, परमेश्वर बचाएगा हमारे परिवार को, हमारे पूरे घर परिवार को परमेश्वर ही बचाएगा और कोई बचा नहीं सकता। हमने तो पूरा पक्का विश्वास किया था। पर जिसको विश्वास होगा वही तो ठीक होता है। तो इनको जो है कि जब यहाँ अपना डॉक्टर से फिर यहाँ हमने कहा भाई मेरे पास पैसे नहीं, मैं फिर अपने घर को लेके चलाया। फिर अपने जो है कि बलवीर भाई के पास हमने टेलीफोन किया। फिर वो बोले कि ऐसा है कि ठीक है तुम संगति लेके चलो, बिल्कुल ठीक हो जाएगा। फिर उसी रात में इनका तबीयत बहुत ही ज्यादा खराब हो गया। संगत में नहाने के पहले इनका रात में बहुत ही ज्यादा सीरियस हो गया। हमने क्या किया, रात को हमने 10 साढ़े 10 बजे इनको ले जाकर के इनको भारत नगर हॉस्पिटल में मैं एडमिट कर दिया। जब वहाँ एडमिट कर दिया इनको तो डॉक्टर ने भर्ती ले लिया ESI हॉस्पिटल में भर्ती कर दिया इनको। डॉक्टर ने बोला भाई इनको जो है कि रखना पड़ेगा अभी कम से कम हफ्ता दिन। हमने कहा ठीक है डॉक्टर साहब रख लो, कोई बात नहीं है। इनको जो है कि एडमिट करा दिया, इनको अपना दवा चालू हो गया। पर जो है कि जो शैतानी ताकत थी इनकी जो है कि इनको रात को जो है कि अपना इनका गला दाबना चालू कर देता था। शैतान रात को गला इनका दबोचना चालू कर देता था। और उस वक्त मेरे को डॉक्टरों ने बोला कि तुम बाहर चले जाओ, पार्क में लेट जाओ, क्योंकि अंदर नहीं रहने देते थे। अच्छा। पर जो है कि अंदर हमको जो है कि परमेश्वर का जो है कि स्तुति करते हुए हम सोते रहते थे, फिर भी आंखें मेरी खुली रहती थी। मेरे को नींद नहीं आता था, क्योंकि जब तबीयत खराब ही है बच्चों का या परिवार को, तो मैं नींद कैसे आएगी हमको। तो फिर मैं जो है कि जाके पार्क में लेटे प्रार्थना। शैतान को जो परमेश्वर शैतान को जो है कि अपने तलवारों से वो काट के गिराया जा रहा है। मैं कहा मेरा मन बड़ा खुश हो गया कि परमेश्वर की ये लड़ाइयाँ चल रही है। जब मैं अंदर गया तो इनसे जब मैं पूछा, दे बोलते हैं जो है कि हमारा गला टपोट रहा था शैतान, मेरी आँखें खुली हुई थी। हमने कहा ऐसा है कि परमेश्वर ने अपने तलवार से, सुलेमानी तलवार से उसने जो है ना उन शैतानों को मार के गिरा रहा नीचे। अब तुम बिल्कुल ठीक हो जाओगी, क्योंकि हमको इसी विश्वास होने लगा कि परमेश्वर जो है दुष्ट आत्माओं को मार के अपने तलवारों से गिरा रहा है। युद्ध चल रहा है परमेश्वर का और शैतान का, युद्ध चल रहा था और परमेश्वर ने सारे शैतानों को युद्ध में मार डाले। और वो जो है शैतान उसी वक्त जो है कि इनका जो है कि बहुत ही ज्यादा और तबीयत खराब हो गया। अच्छा। उसके दूसरे दिन फिर जो है कि अपने बलवीर भाई साहब जो है कि हॉस्पिटल के अंदर मैंने फोन करके बुलवाया उनको। हमने भाई ऐसी बात है, हमको डॉक्टरों ने अंदर जाने नहीं दे रहा था। पर जो है कि जब बलवीर भाई जी आए तो वो बोले कि भाई हम कोई बात नहीं, मैं देख के आता हूँ क्या हाल है उनकी। जब वहां गए देखने तो जो है कि उनको पलटियां होती थी, तो कम से कम उनके बेड से कम नहीं कुछ तो 4 फुट लेके जो है कि उनकी पलटियां जाती थी, इतनी स्पीड में होती थी। अच्छा। इतनी स्पीड में उनकी पलटी होती थी उनको कि वो कम से कम 4 फुट दूरी पे जाती थी वो पलटी। अच्छा। तो वो देख के हैरान हो गए। वो हैरान हो गए तो ये कैसी पलटी हो रही है भाई, ऐसे तो मैंने देखा ही नहीं कहीं।
फिर वहां से वो जो है कि डॉक्टर के पास आए, बोले कि ऐसा है कि भाई देखो ये बहुत सीरियस केस है, आप लोगों ने जो है कि इधर उधर घूम टहल मचा रहे हो जो है कि डिस्पेंसरी के अंदर, और आप जो है कि मरीज को देख नहीं रहे हो। अगर इसको आपको देखना है तो तरीके से देखो, नहीं तो इनको जो है कि आप चेक करो, इनको जो है कि रेफर कर दो अगर आपके बस का नहीं है तो उसी वक्त जो है डॉक्टर ने देखा, तो डॉक्टर ने जब चेक किया तो बोलता है इसका तो बिल्कुल जो है कि सेल्स शरीर का बिल्कुल डाउन हो गया है। सेल्स इनके पास जो है बिल्कुल जो है कि 10,000 बचे हुए हैं। अच्छा, 10,000 सेल्स बचे हुए थे, तो 10,000 सेल्स का मतलब कि बिल्कुल खत्म हो गया। डेंगू हो गया था, डेंगू हो गया इनको। डेंगू हो गया तो फिर जो कहने का मतलब सेल्स नहीं है, तो कहने का मतलब कि फिर कोई आशा नहीं रहा। कोई आशा नहीं रहा कि ये भाई बच सकती या नहीं बचती। डॉक्टर ने बोल दिया कि इसका कोई गारंटेड नहीं है कि ये बच जाएगी। डॉक्टर ने बोला कोई गारंटी नहीं है कि बच जाएगी, इसको फटाफट आप डीएमसी या सीएमसी में लेके जाओ, वहां अगर ये बच जाएगी तो इसकी किस्मत है, आपकी किस्मत है, नहीं तो इसको कोई बचा नहीं सकता है। तो हमने कहा ठीक है, मैं जो है कि फिर बलवीर भाई बोले कि ठीक है कि ऑटो अपना बुकिंग कराओ और इनको फटाफट ले चलो। तो उस वक्त देखो हमारे पास बहुत सी परेशानियां थी, हमारे पास कोई पैसे नहीं थे, हमारे पास बहुत गरीबता थी, हमारे पास इलाज कराने के लिए कुछ भी चारा नहीं रहा। पर जो है कि उन्होंने बोला ठीक है डीएमसी के लिए जो है कि आप रेफर कर दो और हम जो है ले जाएंगे। एम्बुलेंस आगे खड़ी हुई, डॉक्टर ने एम्बुलेंस को तैयार किया और बोलता है एम्बुलेंस में लेके जाओ। हमने कहा ठीक है। एम्बुलेंस वाले को हमने जो है कि बलबीर भाई बोले कि ऐसा है कि आपको प्रभु के ऊपर विश्वास है कि नहीं, पहले ये बता दो। हमने तो वहीं रोना धोना शुरू कर दिया कि भाई अब मेरे पास 2-2, 3-3 बच्चे हैं, उन बच्चों को हम कैसे पालूंगा या कैसे उनको हम क्या कर सकते हैं। पर जो है कि मेरे भाई बलवीर ने बोले कि अगर प्रभु पे तुम विश्वास पूरा करते हो तो जो है कि डॉक्टर को ना डॉक्टरी में ले चले या अपनी घरेलू संगत में ले चले। तो मैंने जो है उसी वक्त जो है कि मैंने बोल दिया उनको, हमने कहा ऐसा है कि मेरे को जो है संगत में ले चलो, हमें विश्वास है। पर जो है उस वक्त हमको एक जो है कि वचन याद आ गया था कि अपना जो विश्वास प्रभु पे अगर करता है तो प्रभु तुम्हें कभी डिगने नहीं देगा। तुम्हारा जो है अगर मकान पत्थर पे बना हो तो मकान तुम्हारा गिरेगा नहीं। हमको अचानक में याद आ गया। उसी वक्त हमने जो है अपने आत्मा से मैंने हमारा मन बोला कि प्रभु जैसे तू जो है कि हमारे लिए मारा गया, गाड़ा गया, सताया गया, सब कुछ हाथा पैरे ते कीलियां ठोकी गई, तूने हमारे लिए जो है कि कलवरिश को उठाया। तो प्रभु जी हमको ये भी विश्वास है प्रभु जी आपने हमारे लिए इतना किया है, हमें विश्वास है प्रभु जी कि आप जैसे आप मारे गए और गाड़े गए, आप मरे हुए में से जी उठे, वैसे ही जो है कि हम ये बेटी आपकी सीता है अगर यानी खत्म हो जाएगी भी तो मैं इसको जो है कि मैं भी इसको आप जैसा मैं भी इसको गाड़ दूंगा, इसको जीवित करने वाला तू ही होगा परमेश्वर, मेरे को पूरा विश्वास है। तो प्रभु जी हम तेरे नामों पे इसको तेरी बेटी को निकाल दिया हूँ और हमें विश्वास है कि तू इसको जीवित करेगा। ये हालांकि उस समय तो समझ लो कि एक प्रकार से कि 100 में 99% तो ये समझ लो बिल्कुल इसका जो है कि ये बिल्कुल खत्म हो चुकी थी। पर प्रभु यीशु मसीह ने इनको जो है कि बचाया और इनको कोई बचा नहीं सकता था। उसी वक्त इनको जब प्रार्थना हुआ तो इनको उसी वक्त 5 मिनट के अंदर। अच्छा, आप जो है आपको ईएसआई वालों ने सीएमसी भेज दिया। हाँ, लेकिन आप संगत में चले गए। हमने संगत में चला गया। अच्छा, फिर वहाँ पे प्रार्थना की। वहाँ पे प्रार्थना की है। अच्छा, तो इनको तो कोई होश आवाज था नहीं। हाँ। तो मैंने इनको लेटा के ले गया था। ना आप लोग ये ना सोचिए कि ये जो है कि सही दिमाग या शुद्ध से गई थी। ये बिल्कुल नहीं, कहने का मतलब मुर्दा गई थी। अच्छा। हाँ, हम जो बात बता रहे हैं आपको गलत नहीं बता रहे हैं, आपको हम सत्य बात बता रहे हैं। क्योंकि परमेश्वर जो होता है उसकी सत्य ही बातें होती है। तो सत्य ही बात मैं बता रहा हूँ, कोई इसमें गलत नहीं है। आप लोग ये ना समझिए कि इन्होंने बना के या कोई वैसे बता रहा है, ऐसी कोई बात नहीं है। हमें कोई झूठ बोलने का कोई फायदा नहीं है। हम बिल्कुल सच्चाई से अपनी बात कर रहे हैं। ये लोग आप न समझिए कि हम गलत बोल रहे हैं आप लोगों को। तो आपकी पत्नी ठीक होगी प्रार्थना से? हाँ, तो 5 मिनट में जो है प्रार्थना 5 मिनट हुआ। 5 मिनट के बाद बिल्कुल इनकी आँखें खुल गई।
अच्छा। बिल्कुल इनकी जान वापस आ गई। हाँ। इनकी जान वापस आ गई। फिर हमको भी बहुत खुशी हुआ उस वक्त कि हमारा जो है कि परिवार जीवित हो गया। जैसे प्रभु ने मुर्दे में से जी उठाया, वैसे हमारा परिवार को भी मुर्दे में से जी उठाया। हम प्रभु जी के धन्यवाद करते हैं। और प्रभु जी बहुत ही महान हैं, जो कि हमारे जीवन को ठीक हो गए। वहाँ जो है कि चाय पानी सब कुछ किए, वहां से जब चल दिए निकले, जब अपने प्रार्थना करवा के, तो ठीक तो वहां हो गए बिल्कुल, लेकिन जब वहां से प्रार्थना करा के चले तो हमें कोई सवारी ही नहीं मिली। अच्छा। कोई ऑटो नहीं, कोई रिक्शे वाला नहीं, हमें उस रोड पे कोई मिला ही नहीं। अच्छा। लेकिन ये जो है कि 3 किलोमीटर अच्छा पैदल चल के, अच्छा, ये मुर्दी जो लाश बन गई थी, परमेश्वर का प्रार्थना होने के बाद ये 3 किलोमीटर पैदल इसने चल करके ढोलेवाल के पास आई, पुल के पास। अच्छा। ढोलेवाल पुल से कुछ दूर आगे जब गए हैं तो जाके हमको एक ऑटो वाले ने मिला। ऑटो मिला, फिर उसमें हम बैठ के गए हैं। जब यहाँ से गए हैं घर पे, जब कमरे पे गए हैं, तो जो बेड़े के लोग थे ना, वो सोचने लगे ये तो इतना सीरियस था, ये इतनी सीरियस थी, ये कैसे ठीक हो गई। हमने जाके बोला कि हमने भाई प्रभु महाने में संगत में गया था, हम लोग को डॉक्टर ने जवाब दे दिया था और वहां से बिल्कुल ये ठीक ठाक हो गई। हम प्रभु का धन्यवाद करते। घर में जाके फिर काम वगैरह भी किए ना? घर में जाकर के वो फटाफट उन्होंने क्या किया, हमने मना करने लगा उनको कि अभी भाई तबीयत खराब है थी तुम्हारी, अभी तुम तो बिल्कुल आराम करो, भी काम करने की कोई जरूरत नहीं है। पर इन्होंने गया और फटाफट इन्होंने खाना बनाया, सारे घर के कपड़े निकाल करके इसने सारे जो है कि नलके पे ले आके अपनी साफ सफाई करना शुरू कर दिया। हालांकि मैंने गुस्सा भी हुआ कि भाई भी तबीयत खराब था और आप जो है कि इतना काम करने की क्या जरूरत है, आप जो है कि भी आराम करो। लेकिन पर इन्होंने ऐसा ऐसा काम किया प्रभु के चमत्कार से और आशीष से कि हम भी ये नहीं सोच सके कि कैसे हुआ। प्रभु ने सारे सेल पूरे कर दिए। प्रभु ने सारा सेल्स को पूरा कर दिया, सारी कमजोरी को प्रभु ने पूरा कर दिया और मुए हुए में से जिंदा कर दिया। अभी तो आपको कोई समस्या नहीं है? इस समय हमारे ऊपर कोई समस्या नहीं है। और हालांकि मैंने इतना गरीब था, इतना परेशान था कि हम क्या कह सकते, कहें ना कहें, हमारे तो कुछ समझ में नहीं आता है। पर हमने प्रभु को जब से हमने मानन लगा, जब को प्रभु को जब से हमने जान गया, जब से हमने प्रभु के ऊपर विश्वास किया, अब प्रभु ने हमारे घर का बहुत बड़े बड़े काम किया। प्रभु ने हमारे घर को बिल्कुल सही कर दिया, कमी नहीं। प्रभु ने हमारे घर मकान को प्रभु ने बनाया है, सारा कुछ प्रभु ने ही बना दिया, घर तैयार कर दिया प्रभु ने। पानी का व्यवस्था नहीं था, पानी का व्यवस्था कर दिया प्रभु ने, सारा कुछ व्यवस्था कर दिया। यानी इस समय हमारे पास किसी चीज की कमी परमेश्वर ने नहीं की। अभी कोई दुष्ट आत्मा वगैरह कोई तंग नहीं? कोई दुष्ट आत्मा कोई कुछ भी नहीं है। हम बिल्कुल ठीक ठाक, बिल्कुल ठीक ठाक। हाँ, हम भी ठीक है, हमारा परिवार भी बिल्कुल ठीक, हमारे घर परिवार बच्चे सब कुछ ठीक है। आपकी पत्नी के ऊपर जो समस्या थी वो भी दुष्ट आत्मा की तरफ से थी? जो हमारे पत्नी के ऊपर परेशानियां थे वो दुष्ट आत्मा का ही वो था, प्रकोप था। अभी ठीक है? उन्होंने ही जो है कि तंग किया हुआ था। सारा कुछ जो है परमेश्वर ने ठीक किया जी। तो लोग तो आपको बोलते होंगे कि आपने भाई आप तो ईसाई बन गए, आपने तो धर्म बदल लिया। ये तो लोग बोलते हैं कि हमको कि तुम तो ईसाई हो गए, तुमने धर्म को बदल दिया, तुमने जात को बदल दिया। पर हमने जो है कि प्रभु का हमने उनको वचन भी सुनाया, जो हमसे कहा था कि उनको वचन भी मैंने सुनाया। हम क्या कहे, प्रभु ने जो है कि अपना जाति या धर्म, जाति तो ये अपनी दो ही है, स्त्री या पुरुष बनाया परमेश्वर ने, लेकिन जाति तो नहीं बना, जात तो अपने कर्मों से लोगों ने बना लिया है। वो तो मनुष्यों ने बनाया है, ना कि परमेश्वर ने जात बनाया। परमेश्वर ने जात नहीं बनाया है, वो अपने कर्मों से उन्होंने बना लिया है। तो जो मनुष्य बनाया है, मनुष्यों के बनाए हुए बातों को हम नहीं मानते हैं। लोग आपके पड़ोसी वगैरह आपको बोलते होंगे कि आपको तो पैसे मिल गए जी? हाँ, लोग हमको ये भी बोलते हैं कि जो है कि तुम तो पैसे पे बिक गए हो, तुम अपने धर्म को चेंज कर दिए हो, तुमको तो 1 लाख 2 लाख 3 लाख रुपया मिला हुआ है, इसलिए तुम अपने धर्म को बदल दिया है। तो आपने क्या जवाब दिया? हमने कहा देखो, धर्म को हमने नहीं बदली किया, परमेश्वर ने हमको जीवन दिया है। हम किसी के मनुष्य के दिखावे हुए रास्ते पर नहीं चल रहे हैं। हमें परमेश्वर सब कुछ सिखाता है और परमेश्वर के हम जब से चरणों में गए हैं,
हमको सब परमेश्वर ही सिखाता है। हमारा कोई धर्म या हमारा कोई जात पात नहीं है। हमारा जो है कि पिता, ये भी मेरे को पता है, परमेश्वर ही मालिक है, मालिक वही है और कोई नहीं है। प्रभु यीशु मसीह ही महान है, वो परमेश्वर है। वो जात जूत कोई नहीं बना, परमेश्वर ने जात नहीं बनाया है, परमेश्वर ने कोई धर्म नहीं बनाया, कोई धर्म नहीं बनाया है, सब कुछ मनुष्यों ने ही बनाया है। तो हम मनुष्यों के बनाए हुए पर हुक्मों के अनुसार नहीं चलते, हम परमेश्वर के बनाए हुए रास्तों पर, हुक्मे पे चलते हैं। जो परमेश्वर के हुक्मों पे चलेगा, जो उसके दिखाए हुए रास्तों पे चलता रहेगा, वो कभी जो है गिर नहीं सकता है, उसको कभी नुकसान। तो भाई संतोष, आप अभी लोगों को बताते हैं यीशु मसीह के बारे में? हाँ, मैं लोगों को बताता हूँ प्रभु यीशु मसीह के बारे में। अच्छा, लोगों के लिए प्रार्थना करते हैं? हाँ, प्रार्थना करते हैं। तो लोग ठीक हो जाते हैं? हाँ, लोग ठीक हो जाते हैं, प्रभु ठीक कर देते हैं उनको। अच्छा, कोई घटना है कोई ऐसी तो, आपके लिए प्रार्थना? हाँ, है। हाँ। हमने अभी जो है कि बीच में हमने प्रार्थना किया था। अच्छा। एक आदमी जो है गाँव में जो है बहुत ही ज्यादा परेशान था। आपके गाँव में? हमारे ही गाँव में। अच्छा। हाँ। क्या समस्या थी उसको? समस्या ये थी कि वो पहले जो है कि ट्रक का ड्राइवर था और वो जो है कि अपना अहमदाबाद में रहता था। तो वहाँ उसको अचानक में जो है कि तबीयत उसका खराब हो गया। तो कुछ दिनों के बाद आया यहाँ घर पे, तो उसको कैंसर हो गया था जी। मेन प्रॉब्लम उसका कैंसर हो गया था। अच्छा। उसे कैंसर हो गया था और उसको ब्लड टीबी भी हो गई थी। अच्छा। तो उन्होंने बहुत ही इलाज कराया, बहुत ही इलाज कराया उन्होंने, वो कोई डॉक्टर उसको ठीक नहीं कर सका। अच्छा। उसको कोई डॉक्टरों ने ठीक नहीं किया और उन्होंने सारे डॉक्टरों ने जवाब दे दिया। उसके दवा नहीं कुछ, तो हम समझते हैं कि साल तक चला, करीबन साल भर दवा उसकी चली हुई है। क्या नाम है उस भाई का? उसका राम प्यारे नाम है। अच्छा। राम प्यारे। उनका नाम राम प्यारे है। तो वो जो है कि हमारे पास टेलीफोन किए थे। अच्छा, आपका दोस्त था? हमारे दोस्त हैं, हमारे यानी कहने का मतलब हमारे पड़ोसी हैं एक प्रकार से वो। अच्छा अच्छा। हाँ। तो वो जो है कि उनको पता था कि कुछ दिन समय पहले मेरा ही तबीयत खराब था। तो उनको जो है कि लोगों ने बताया था, गांव के लोगों ने बताया था कि उनके पास ये बीमारियां थी, ऐसी ऐसी परेशानियां थी उनके पास, और वो जो है कि वहां से ठीक हो गए। अच्छा। वहां से ठीक हो गए। उनसे पता करो कि वो कैसे ठीक हुए। अच्छा अच्छा, आपको देख के उनका विश्वास हुआ? हाँ, हमको नहीं, हमारे परेशानी को देख करके उनको विश्वास लगा कि ये कैसे ठीक हो गए। अच्छा। फिर उनको लोगों ने बताया कि वो तो जो है कि किसी प्रभु को मानते हैं। अच्छा। तो उनसे मिलिए तो आपको कन्फर्म पता लग जाएगा कि वो किसको मानते हैं। अच्छा। वो कौन है जो ठीक कर देता है। हाँ। तो वो हमारे पास टेलीफोन किए। अच्छा। टेलीफोन किए तो उनको लिए मैं जो है कि हमने उनको प्रॉब्लम की पूछा, हमने भाई आपके पास प्रॉब्लम क्या है, आपको समस्या क्या परेशानी है आपके अंदर। तो बोले कि ऐसा है कि हमको डॉक्टरों ने तो जवाब दे दिया, अब बोल दिया है कि इनको खिलाइए पिलाइए, और ये जो है कि जितना दिन चल रहे हैं, नहीं तो अब यहाँ से जाने वाले हैं, इनका कोई भरोसा न रखो। क्योंकि डॉक्टरों ने जवाब दे दिया कि इनको जो खिलाना पिलाना है खिला पिलाओ, अपना जो इच्छा पूरी करो इनकी, और बाकी जो है इनका भरोसा ना करो। पर जो है कि हम उस टेलीफोन पे ही मैंने प्रार्थना किया। यहाँ से लुधियाने से। अच्छा। लुधियाने से ही मैं टेलीफोन द्वारा जो है कि प्रार्थना किया, और उनको जो है कि उसी समय में से उनको जो है कि इनको राहत मिलनी शुरू हो गई। अच्छा। तो मैंने इनके लिए 2-4 बार हमने प्रार्थना किया था। तो 2-4 बार हमने प्रार्थना किया, प्रभु से हमने स्तुति किया कि जो है कि प्रभु इनको जो है कि ये तुम्हारे बच्चे हैं और इनको छू करके प्रभु जी आप बिल्कुल ठीक ठाक कर दो, ये सब विश्वास करने योग्य है, आपके बच्चे हैं, इनको प्रभु ठीक कर दो, आप ही ठीक कर सकते हो और कोई ठीक नहीं कर सकता है। हम उनके लिए प्रभु से मिन्नता किए, प्रभु की स्तुति किए कि प्रभु जी इनको ठीक कर दो, जैसे हमें ठीक किया प्रभु वैसे इनको भी ठीक कर दो, ताकि एक दिन हम आपके लिए ढेर सा फल इकट्ठा कर सकें। तो प्रभु ने शक्ति सामर्थ्य दिया। जब टेस्ट जब हुआ उस महीने में, जब टेस्ट हुआ, क्योंकि इनका हर महीने टेस्ट होता था। अच्छा। ब्लड हर महीने टेस्ट होता था। पर जब उस महीने में इनका जब टेस्ट आया तो ये हमको हमारे पास फिर टेलीफोन किए कि देखो भाई हमारा टेस्ट होने वाला है, ये आप जो है कि प्रार्थना कर दो और आपके जो संगति है उनको मैसेज भिजवा दो कि हमारा जो है कि बिल्कुल क्लियर आए हमारा जो ब्लड है।
अच्छा क्लियर आया, अच्छा अच्छा। हाँ, तो इनके लिए जो है कि प्रार्थना की है प्रभु से कि प्रभु जी इनका जो है ब्लड जो टेस्टिंग है, इनका जो है ब्लड जब रिपोर्ट आए तो बिल्कुल क्लियर आए, बिल्कुल साफ सुथरा आए, कोई इसमें जो है कि ब्लड टीबी या कैंसर जो है इनका सूखता ही नजर आवे, वो बढ़ता नजर ना हो। प्रार्थना किया प्रभु से, उसनो बिल्कुल जो है परमेश्वर की महिमा ऐसी हुई, प्रभु की महिमा ऐसी दया हुई, ऐसी कृपा हो गई परमेश्वर की कि बिल्कुल जो है कि वो कैंसर जो है सूख गया। अच्छा, कैंसर ठीक हो गया? बिल्कुल कैंसर सूख गया और टीबी जो है बिल्कुल खत्म हो गई, दूर हो गई। रिपोर्ट आ गया जो है कि डॉक्टर ने बता दिया भाई ये क्या हो गया, आपको तो जो है कि जवाब दे दिए गए थे, पर इस बार ब्लड टेस्ट हुआ है आपका ये टीबी और कैंसर तो बिल्कुल एकदम खत्म होने जा रहा है, गायब कर दिया प्रभु ने। ये तो क्या कैसे हो गया, कहाँ हो गया? तो उन्होंने उस समय हालांकि उस डॉक्टर को भी उस समय उसने बोल दिया कि हम प्रभु को मानते हैं। अच्छा, उस समय उसने बोल दिया डॉक्टर से भी कि हम प्रभु को मानते हैं, प्रभु की प्रार्थना करते हैं, हमें परमेश्वर प्रभु यीशु मसीह ने ठीक किया है। लेकिन हालांकि अब उस डॉक्टर को विश्वास होए ना होए, लेकिन पर हमको पूरा विश्वास है क्योंकि बीमारी हमारे ऊपर है ना। जिसके ऊपर बीमारी होती है, जो अच्छा होता है वही प्रभु को जानता है, जो अच्छे हैं वो प्रभु को नहीं जानते। जिसको कष्ट होता है वही प्रभु को मानता है, वही प्रभु को जान सकता है, दूसरा नहीं जान सकता। इसके लिए हम प्रभु का। तो आपके ये साथ में कौन है भाई? ये कौन? ये साथ में हमारे दोस्त हैं। अच्छा जी। इनका नाम नाथू सिंह है, ये हमारे दोस्त हैं। ये भी प्रभु को मानते हैं? ये भी प्रभु को मानते हैं क्योंकि ये साथ में ही मेरे फैक्ट्री में काम करते थे। मैं इनको प्रभु का वचन सुनाया कि प्रभु ऐसे ऐसे काम करते हैं, प्रभु का ये कार्य है, आप जो है कि प्रभु के चरणों में जाइए, बिल्कुल ठीक हो जाओगे। क्योंकि इन्होंने हमको बताया था कि हमारे पास ये परेशानी हमको जो है कि समझ में नहीं आता, हमें दुष्ट आत्माओं ने जकड़ रखा है कैसे, यानी तो इन्हीं से पूछते हैं। हाँ भाई जय मसीह की। जय मसीह जी। हाँ जी, आपको क्या समस्या थी? आपने प्रभु को जाना? हमको समस्या था, जिला औरंगाबाद बिहार के रहने वाले हैं जी। 1999 में हमको जनाने का डेथ हो गया। डेथ हो गया तो सब बच्चे थे। हे प्रभु, एक तकलीफ कोई और के नहीं देना। से हम यहाँ चार साल रह करके सबको सेवा सत्कार लेखन के बच्चे लोग के करते थे। और एक लड़का को शादी कर दिया। तो हमने बोला कि सब घर द्वार देखो, मैं अब चल रहा हूँ। आ गया लुधियाना आ गया तो बहुत लोग से अगर बीच में और भाई और भावा को बहुत अथी से माँ बाप सब छोड़ दिए थे, लेकिन वही शैतान के चक्कर में पड़ गया था। लेकिन उस समय का हिम्मत दूसरे ढंग से था, कहाँ दिखाओ कहाँ सुनो बाप, मैं तो छोड़ दिए थे उसको। लेकिन हम गया से वो ठीक हो गए। अच्छा। दोनों ठीक हो गए। अच्छा। 1999 के पहले की बात है। हाँ। तो बाद में हम यहाँ आ गया, संतोष से पूछा कि यार से ऐसा है कि कोई सच्चा आदमी हो तो हमको बताओ। तो ये भी थोड़ा डेगा डेगी दे रहे थे, बत्तीसवां तो साथी लिया था। अगर पहले से डेगा डेगी दे रहे थे तो ये बता दिए कि अंकल से चले आओ तुम हमारे संगत में। क्या है? तो ऐसा बात है। प्रभु जी एकदम जैसे कि हमको बुला लिए। अच्छा, प्रभु यीशु ने आपको बुलाया? और हमको बुला लिए और आना जाना शुरू कर दिया जी। एक बच्चे को दांत लग जाता था। तो पहले CMC चर्च में सभी लोग जाते थे, ये नहीं कि वो हम ही जाते थे सारे। तो वहाँ गए, प्रभु का महिमा जैसे कि प्रार्थना करवाए, दांत लग जाता था, वो प्रभु की महिमा से ठीक हो गया। घर के लिए भी प्रार्थना करवाए थे, ठीक हो गया। कहने से हमको दिल में एकदम आनंद आ गया कि इनको सिवा छोड़ा करके और जगत भर में कोई है नहीं। प्रभु यीशु मसीह परमेश्वर है। यीशु मसीह परमेश्वर है। उसको बाद में धीरे धीरे अभी तो प्रभु जी हमको से परीक्षा ले रहे हैं, लेकिन कोई बात नहीं है। उसको बाद में कहीं रिलेशन में गया तो एक मुखिया का तबीयत खराब था। वो तबीयत खराब था, पूरा हाथ गोड़ पानी सूख गया था। अच्छा, आपके गांव की बात है? नहीं, वो देवपुर थाना पड़ जाता है। अच्छा। वहाँ पर यूपी की बात है? नहीं, वहाँ बिहार की बात है। बिहार की बात है। हाँ जी। अच्छा। आप बिहार के रहने वाले? बिहार के रहने वाले हैं। हाँ। जिला औरंगाबाद बिहार। ठीक है जी। तो थाना देवपुर पड़ जाता है लोग का।
बगल में पूरा मनो ओहो माथा उठा खूब टेकते थे। तो हमने सब छुड़वा दिया कि अगर चंगा होना है तो सब माथा उठा टेकना ही सब छोड़ दो और चंगा हो जाओगे बिना पैसा के। खाली प्रभु यीशु मसीह लहू की जाए, यही खाली कहना है और चंगा करने वाले वो हैं। संतोष के बाद मोबाइल किया और प्रार्थना संतोष जी किए, वो प्रार्थना से बिल्कुल सही हो गए। प्रभु जी ने प्रार्थना स्वीकार कर लिया। अच्छा अच्छा अच्छा। तो मेहमान आए हुए थे, उनसे हम पूछ दिया कि काजी से उनको समाचार क्या है। तो समाचार तो वो तो बिल्कुल सही हो गए। मुखिया सही हो गया? हाँ, मुखिया सही हो गया। एक भतीजी था तो सूख करके एकदम मनो अथी था, वो मुखिया के भतीजी। तो हमने बोला कि काहो से बचिया के, तो आप भैया से बड़ी पैसा बर्बाद के लिए से देखो ना, टॉनिक उनिक पूछो नहीं शूट कर रहा है। कल की आप शूट कर जाएगा, मारने दो। बहुत तिलक खर्चा होगा ना। तो ना भैया एक एक बची है, कहीं जाओ ठीक हो गया। उसको प्रार्थना किया। आपने प्रार्थना की? हाँ जी, प्रार्थना किया और प्रभु ने चंगा कर दिया। अच्छा, उस बेटी को चंगा कर दिया? चंगा कर दिया। जल्दी हम टेलीफोन किया था उसके पास। अच्छा। क्या हो से वो लड़की का क्या हालचाल है। तो भैया एकदम फर्स्ट क्लास के हो गए। कितनी उम्र है उसकी? उसकी 4 साल की उम्र है। 4 साल की उम्र है, सूख गई, ठीक हो गई। हाँ, ठीक हो गया। ऐसे ही एक और कुफेरा भाई के दुष्ट आत्मा अटैक किया हुआ था, उसमें संहार हो गया था। 4-5 घरे खत्म हो गया था उग्रवादी के चक्कर में। अच्छा। 4-5 घर जैसे कि खत्म हो गया अपने घर, तो सब जो मर गया ना वो संताना शुरू किया। तो उलझन में पड़ा हुआ रहता था। तो हमने कहा कि देखो तो हमको बात मानो, बिल्कुल सही हो जाओगे। उसको अपना से प्रार्थना करके और फिर घाम गया कि भैया जो कहिए से हम करेंगे। तो वही चर्च जो करती है करती थाना में, वहीं हमने बोला कि वहाँ प्रभु छोड़ेंगे नहीं, महिमा आगम अपार है, इनको सिवाय और दुनिया में कोई नहीं। आप अंधेरे में थे, आपको पता चल गया? हाँ जी, पता चल गया। अभी आपके जीवन में भी कोई समस्या नहीं है? कोई समस्या नहीं हो। ठीक है जी। अच्छा भाई संतोष भाई, आपने और भाई नाथुन जी, आपने बहुत अपना समय कीमती निकाला, प्रभु की महिमा किया, आपने लोगों को बताया। और बहन जी, हम आपका धन्यवाद करते हैं। नए लोगों को भाई संतोष आप क्या कहना चाहेंगे कि नए लोग जो आपको देख रहे हैं कि प्रभु के बारे में, क्योंकि अलग अलग सोच है लोगों की, ये तो अंग्रेजों का गुरु है, तो ऐसी बात तो नहीं है? नहीं, सोच तो है लोगों का। हाँ। सोच तो है लोगों का कि ये अंग्रेजों को गुरु है और ये जो है कि कुछ कर नहीं सकता है। और आप लोग तो ये कहने मतलब बिक चुके हो। तो हमारा तो कहना है कि परमेश्वर जो है कि जो कुछ भी करता है परमेश्वर करता है, लेकिन जो दुष्ट आत्मा है ना, लोगों को भड़काता नहीं, गलत रास्ते दिखाता ही रहता है वो। क्योंकि दुष्ट आत्माओं का कार्य ही है गलत रास्ता दिखाना, और वो बिगाड़ने की कोशिश करता है, बनाने की कोशिश शैतान नहीं करता है। शैतान का काम है बिगाड़ने की, पर परमेश्वर तो बनाता है, परमेश्वर देने वाला है। हम तो लोगों को यही समझाएंगे कि परमेश्वर की स्तुति करो। परमेश्वर प्रभु यीशु मसीह परमेश्वर है, उनकी स्तुति करो, उनकी आराधना करो, उनके ऊपर विश्वास करो। प्रभु यीशु मसीह आपको सारा कुछ, आपके जो नहीं कहने का मतलब जो धन संपत्ति या जो बीमारी है, जो हम मानी फंसे लोग हैं, वो प्रभु यीशु मसीह उनको निकालता है। और सबसे बड़ी बात कि वो स्वर्ग में लेके जाएगा, और जो है कि उसके हुक्मों के अनुसार स्वर्ग में लेके जाएगा। लेकिन उसके हुक्मों और उसके दिखाए हुए रास्तों पे हम चलते रहेंगे तो परमेश्वर प्रभु यीशु मसीह जो है वो लेके स्वर्ग लोग जाएंगे हम। क्योंकि स्वर्ग और नरक की चाबियां उन्हीं के पास है। वो मेन दरवाजे पर प्रभु यीशु मसीह ही होते हैं। क्योंकि जब तक वो अपनी चाबी जब तक लगाएंगे नहीं, उस दरवाजे को खोलेंगे नहीं, तो उसमें कैसे प्रवेश करेंगे। नरक और स्वर्ग की 2 सीढ़ियां बनी हुई हैं, 2 कुंड हैं उसमें। अगर वो नरक का काम करेगा तो नरक में जाएगा, स्वर्ग काम करेगा स्वर्ग में जाएगा। प्रभु के दिखाए हुए रास्तों पे चलता रहेगा तो उसको स्वर्ग तो मिलना ही है। तो ठीक है भाई संतोष भाई, आपने विश्वास है, अटल है परमेश्वर के ऊपर, प्रभु यीशु मसीह के ऊपर। तो राजाओं के राजा तो है ही है, प्रभु के प्रभु है ही है, वो सब कुछ तो वही है। तीनों लोगों का राजा वही है, सचमुच में महान ही है वो। पिता सच्चा पिता है,
सच्चा पिता परमेश्वर प्रभु यीशु मसीह उद्धार करता हर वही है। ठीक है भाई, आपको जय मसीह बोलते हैं जी। जय मसीह। जय मसीह।